Sangat ji, we have Baba Ravinder Singh ji joining with us today. First of all, ਸਾਰਿਆਂ ਨੂੰ ਗੁਰਪੁਰਬ ਦੀਆਂ ਬਹੁਤ-ਬਹੁਤ ਵਧਾਈਆਂ ਜੀ. So Baba ji is here to talk about Guru Angad Dev Ji's Prakash Purab. So just before we start, this event is being recorded, so just wanted to let you know that. And so just a quick intro about Baba ji. Baba ji has been doing prachar for many years in India, and you probably all have seen his interviews and his videos. So I think everyone here is pretty familiar with Baba ji. And so yeah, Baba ji doesn't do not hesitate to speak. Like, he's pretty open with, like, you have seen it, their interviews. And Baba ji has also been to Kisan Morcha while it was going on. And Baba ji has been doing lots of prachar, and there's lots of youth that has joined Baba ji during their prachar. And now I'm just gonna ask Baba ji to unmute themselves. And Baba ji, ਤੁਸੀਂ ਆਪਣੇ ਸੰਗਤਾਂ ਨਾਲ ਵਿਚਾਰ ਸਾਂਝੇ ਕਰ ਸਕਦੇ ਹੋ, ਬਾਬਾ ਜੀ। ਹਾਂਜੀ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸਭ ਤੋਂ ਪਹਿਲਾਂ ਸਮੁੱਚੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋ ਵੀਰ ਜੀ ਜੋਤ ਸਿੰਘ ਜੀ, ਆਵਾਜ਼ ਆ ਰਹੀ ਹੈ ਨਾ? ਹਾਂਜੀ ਬਾਬਾ ਜੀ, ਸਾਰਿਆਂ ਨੂੰ ਆਉਂਦੀ ਵੀ ਜੀ। ਹਾਂਜੀ, ਤੋ ਬੜੀ ਖੁਸ਼ੀ ਹੈ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ। ਮਹਾਰਾਜ ਨੇ ਬੜੀਆਂ ਰਹਿਮਤਾਂ ਕੀਤੀਆਂ। ਧੰਨ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਦਾ ਪ੍ਰਕਾਸ਼ ਦਿਹਾੜਾ, ਗੁਰਪੁਰਬ ਜਿਹੜਾ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਅਵਤਾਰ ਧਾਰਿਆ, ਪਿਤਾ ਫੇਰੂ ਮੱਲ ਜੀ ਦੇ ਘਰ ਤੇ ਮਾਤਾ ਰਾਮੋ ਜੀ ਵੀ ਕਿਹਾ ਇਤਿਹਾਸ ਵਿੱਚ, ਤੇ ਮਾਤਾ ਦਇਆ ਕੌਰ ਵੀ, ਜਿਵੇਂ ਦੋਵੇਂ ਨਾਮ ਪ੍ਰਚਲਿਤ ਹਨ। 4 ਵਿਸਾਖ 1561 ਬਿਕਰਮੀ ਸੰਮਤ ਤੇ 18 ਅਪ੍ਰੈਲ 1504 ਈਸਵੀ, ਇਹ ਈਸਵੀ ਸੰਮਤ ਹੈ। ਉਸ ਵੇਲੇ ਜਿਵੇਂ ਕਹਿ ਲਓ ਫਿਰੋਜ਼ਪੁਰ ਜ਼ਿਲ੍ਹਾ ਸੀ, ਬਹੁਤ ਵੱਡਾ ਜ਼ਿਲ੍ਹਾ ਹੈ ਇਹ। ਉਦੋਂ ਫਿਰੋਜ਼ਪੁਰ ਦਾ ਇਲਾਕਾ ਮੰਨਿਆ ਜਾਂਦਾ ਹੈ। ਤੇ ਮੱਤੇ ਦੀ ਸਰਾਂ, ਜਿਹੜਾ ਹੁਣ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਹੈ, ਉਸ ਧਰਤੀ ਤੇ ਗੁਰੂ ਅੰਗਦ ਦੇਵ ਜੀ ਨੇ ਮਾਤਾ ਜੀ ਦੀ ਕੁੱਖੋਂ ਪਿਤਾ ਫੇਰੂ ਮੱਲ ਜੀ ਦੇ ਗ੍ਰਹਿ ਵਿਖੇ ਅਵਤਾਰ ਧਾਰਿਆ, ਪ੍ਰਕਾਸ਼ ਹੋਏ। ਜਿਹੜੀ ਕੁੱਲ ਆਰਜਾ ਆ ਨਾ ਸਤਿਗੁਰੂ ਜੀ ਦੀ, ਉਹ ਬਹੁਤ ਥੋੜੀ ਹੈ। 47 ਸਾਲ ਦੀ ਉਮਰ ਸਾਰੀ ਹੋਈ। ਤੇ ਕਿਉਂਕਿ 52 ਵਿੱਚ, ਜਿਵੇਂ ਦੱਸਿਆ ਨਾ, 1504 ਈਸਵੀ ਵਿੱਚ ਅਵਤਾਰ ਹੁੰਦਾ ਹੈ, ਤੇ 52 ਦੇ ਵਿੱਚ ਦਰਗਾਹ ਨੂੰ ਜਾਂਦੇ ਆ, ਭਾਣਾ ਵਰਤ ਜਾਂਦਾ ਆ। ਸਤਿਗੁਰੂ ਜੀ ਨੇ ਪਹਿਲਾ ਜੀਵਨ ਸੀ ਜਿਹੜਾ, ਤਕਰੀਬਨ 29 ਸਾਲ ਆਪਣੀ ਜ਼ਿੰਦਗੀ ਦੇ, ਜਿੱਥੇ ਘਰ ਪਰਿਵਾਰ ਦਾ ਕੰਮ ਕਾਜ ਕੀਤਾ। ਖੱਤਰੀਆਂ ਦੇ ਘਰ ਦਾ ਜਨਮ ਸੀ। ਇੱਕ ਦੁਨਿਆਵੀ ਪੱਖ ਤੋਂ ਦੇਖੀਏ, ਤ੍ਰਹਿਣ ਗੋਤ। ਛੋਟੀ ਉਮਰ ਵਿੱਚ ਹੀ ਸ਼ਾਦੀ ਹੋਈ। 4 ਬੱਚੇ ਪਰਮੇਸ਼ਰ ਨੇ ਬਖਸ਼ੇ। ਭਾਈ ਦਾਤੂ ਜੀ, ਭਾਈ ਦਾਸੂ ਜੀ, 2 ਪੁੱਤ, 2 ਧੀਆਂ, ਬੀਬੀ ਅਨੋਖੀ ਜੀ ਤੇ ਬੀਬੀ ਅਮਰੋ ਜੀ। ਤੇ ਇਹ ਬੀਬੀ ਅਮਰੋ ਉਹੀ ਹੈ ਜਿਹੜੀ ਧੰਨ ਧੰਨ ਗੁਰੂ ਅਮਰਦਾਸ ਪਿਤਾ ਦੇ ਭਰਾ ਦੇ ਪੁੱਤ ਨੂੰ ਵਿਆਹੀ ਸੀ, ਭਤੀਜੀ ਸੀ, ਨੂੰਹ ਲੱਗਦੀ ਸੀ ਉਹਨਾਂ ਦੀ, ਜਿਹਦੀ। ਤੇ ਹੁਣ ਇੱਥੇ ਜਿਹੜੀ ਵੱਡੀ ਗੱਲ ਹੈ, ਜਿਵੇਂ ਗੁਰੂ ਨਾਨਕ ਸਾਹਿਬ ਨੇ ਕਿਹਾ ਨਾ, ਅੰਤਰ ਆਤਮੇ ਪਰਮੇਸ਼ਰ ਨਾਲ ਇੱਕ ਮਿੱਕ ਹੋਣ ਦਾ ਰਾਹ ਦੱਸਿਆ ਆ।
ਸੱਚ ਦਾ ਮਾਰਗ ਦੱਸਿਆ, ਸੱਚਾਈ ਤੇ ਜੀਵਨ ਲਾਇਆ, ਸਾਨੂੰ ਮਾਰਗ ਦਿੱਤਾ ਆ। ਤੇ 29 ਸਾਲ ਦੀ ਉਮਰ ਤੱਕ ਤਾਂ ਦੁਰਗਾ ਦੇ ਪੁਜਾਰੀ ਸੀ। ਅਸੀਂ ਆਲੋਚਨਾ ਨਹੀਂ ਕਰਦੇ, ਸਭ ਦਾ ਸਤਿਕਾਰ ਹੈ, ਪਰ 29 ਸਾਲ ਤੱਕ ਦੁਰਗਾ ਦੇ ਪੁਜਾਰੀ ਸੀ ਤੇ ਜਵਾਲਾ ਜੀ ਦੀ ਯਾਤਰਾ ਕਰਨ ਜਾਂਦੇ ਸੀ ਸਾਰਾ ਨਗਰ। ਤੇ 29 ਸਾਲ ਦੀ ਉਮਰ 'ਚ ਜਗਰਾਤਾ ਹੋ ਰਿਹਾ ਸੀ ਨਗਰ ਵਿੱਚ, ਤੇ ਭਾਈ ਲਹਿਣਾ, ਜਿਨ੍ਹਾਂ ਦਾ ਨਾਮ ਭਾਈ ਲਹਿਣਾ ਰੱਖਿਆ ਸੀ, ਤੇ ਪੈਰਾਂ 'ਚ ਘੁੰਗਰੂ ਬੰਨ੍ਹ ਕੇ ਜਗਰਾਤੇ ਵਿੱਚ ਨੱਚ ਰਹੇ ਸੀ। ਤੇ ਜਦੋਂ ਜਗਰਾਤੇ ਦੀ ਸਮਾਪਤੀ ਹੋਈ ਹੈ, ਇੰਨੇ ਨੂੰ ਕੰਨਾਂ 'ਚ ਆਵਾਜ਼ ਪੈਂਦੀ ਹੈ ਮਿੱਠੀ ਮਿੱਠੀ ਬਾਣੀ ਦੀ। ਭਾਈ ਜੋਧ ਜੀ ਜਿਹੜੇ ਜਪਜੀ ਸਾਹਿਬ ਦਾ ਪਾਠ ਕਰ ਰਹੇ ਹਨ। ਦਾਸ ਬੇਨਤੀ ਇਸ ਲਈ ਕਰ ਰਿਹਾ ਕਿਉਂਕਿ ਜਪਜੀ ਸਾਹਿਬ ਵਿੱਚ 4 ਪੌੜੀਆਂ ਸੁਣਨ ਦੀਆਂ ਨੇ। ਗੁਰੂ ਨਾਨਕ ਸਾਹਿਬ ਨੇ ਹੋਰ ਸਭ ਚੀਜ਼ਾਂ ਦਾ ਖੰਡਨ ਕਰਕੇ ਇਹ ਆਖਿਆ, ਜੇ ਰੱਬ ਨੂੰ ਪਾਉਣਾ ਹੈ ਨਾ, ਪਹਿਲਾਂ ਉਹਨੂੰ ਸੁਣਨਾ ਚਾਹੀਦਾ। ਤੁਹਾਨੂੰ ਸੁਣੋ, ਉਹਨੂੰ ਸੁਣਿਆ ਈਸ਼ਰ ਬਰਮਾ ਇੰਦ, ਇਹ 4 ਪੌੜੀਆਂ ਪੜ੍ਹ ਲਈਏ ਤੇ ਸਾਰੀ ਸੋਝੀ ਆ ਜਾਂਦੀ ਆ। ਸੁਣ ਕੇ ਹੀ ਆਪਾਂ ਬੋਲਣ ਲੱਗੇ ਆ। ਦੁਨਿਆਵੀ ਪੱਖ ਤੋਂ ਜਿਹੜਾ ਬੱਚਾ ਗੂੰਗਾ ਹੁੰਦਾ, ਉਹ ਆਲਰੇਡੀ ਬੋਲਾ ਹੁੰਦਾ, ਉਹਨੂੰ ਸੁਣਦਾ ਵੀ ਨਹੀਂ ਹੁੰਦਾ। ਕਿਉਂਕਿ ਜੇ ਅੱਖਰ ਉਹਦੇ ਕੰਨਾਂ ਥਾਂ ਨਹੀਂ ਉਹਦੇ ਸਰੀਰ 'ਚ ਜਾਣਗੇ ਤਾਂ ਹੀ ਉਹ ਬੋਲੂਗਾ। ਤੇ ਜੇ ਅੱਖਰ ਹੀ ਨਹੀਂ ਗਏ, ਉਹ ਬੋਲੂਗਾ ਕੀ? ਤੇ ਅੱਗੇ ਜਦੋਂ ਸੁਣੀ ਗੁਰਬਾਣੀ, ਮਿੱਠੀ ਮਿੱਠੀ ਬਾਣੀ ਗੁਰੂ ਦੀ, ਤੇ ਭਾਈ ਲਹਿਣਾ ਜੀ ਆਏ, ਕਹਿੰਦੇ ਭਾਈ ਜੋਧ ਜੀ, ਇਹ ਤੁਸੀਂ ਕਿਹਦੀ ਰਚਨਾ ਪੜ੍ਹ ਰਹੇ ਹੋ? ਇਹ ਗੁਰਬਾਣੀ, ਇਹ ਬਾਣੀ ਕਿਹਦੀ ਹੈ? ਤੇ ਭਾਈ ਜੋਧ ਜੀ ਕਹਿਣ ਲੱਗੇ, ਇਹ ਮੇਰੇ ਗੁਰੂ ਨਾਨਕ ਸਾਹਿਬ ਦੀ ਉਚਾਰੀ ਹੋਈ ਬਾਣੀ ਆ। ਸਾਰੀ ਸੰਗਤ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਬਸ ਉਹ ਸੁਣ ਕੇ ਐਸੀ ਤਿਸਕੀ ਸੋਈ ਸੁਣੀ, ਬਸ ਮਨ ਹਰਿਆ ਹੋ ਗਿਆ। ਕਹਿੰਦੇ ਜਿਹਦੀ ਬਾਣੀ ਹਿਰਦੇ ਨੂੰ ਵਿੰਨ ਗਈ, ਕਿਉਂਕਿ ਗੁਰੂ ਨਾਨਕ ਸਾਹਿਬ ਨੇ। ਹੁਣ ਇੰਨੀ ਔਕਾ ਜਪਜੀ ਸਾਹਿਬ ਦੀ ਆਪਾਂ ਸਾਰੀ ਵਿਆਖਿਆ ਕਰ ਸਕੀਏ, ਪਰ ਜਪਜੀ ਸਾਹਿਬ ਦੀਆਂ 38 ਪੌੜੀਆਂ, ਬਸ ਇਹਦੇ ਵਿੱਚ ਸਾਰਾ ਕੁਝ ਹੀ, ਸਭ ਕੁਝ ਇੱਥੇ ਕੁੱਜੇ 'ਚ ਸਮੁੰਦਰ ਬਣਦਾ। ਤੇ ਭਾਈ ਲਹਿਣਾ ਜੀ ਕਹਿੰਦੇ ਨੇ ਭਾਈ ਜੋਧ ਜੀ ਨੂੰ ਵੀ, ਮੈਨੂੰ ਇਸ ਗੁਰੂ ਦੇ ਦਰਸ਼ਨ ਕਰਵਾ ਦੇ। ਤੇ ਭਾਈ ਜੋਧ ਜੀ ਕਹਿੰਦੇ, ਮੇਰਾ ਗੁਰੂ ਕਰਤਾਰਪੁਰ ਦੀ ਧਰਤੀ ਤੇ ਵਿਰਾਜਦਾ ਹੈ, ਨਾਨਕ ਮੱਤਾ ਇਹਨਾਂ ਨੂੰ ਕਿਹਾ ਜਾਂਦਾ ਹੈ। ਜੇ ਤੁਸੀਂ ਜਾਣਾ ਚਾਹੁੰਦੇ ਹੋ ਤੇ ਉੱਥੇ ਪਹੁੰਚੀਏ। ਤੇ ਭਾਈ ਲਹਿਣਾ ਜੀ ਹਰ ਸਾਲ ਜਵਾਲਾ ਦੀ ਯਾਤਰਾ ਕਰਨ ਜਾਂਦੇ ਸੀ, ਪਿੰਡ ਨਾਲ ਜਾਂਦਾ ਸੀ, ਆਪ ਮੁਖੀ ਹੁੰਦੇ ਸੀ। ਫਿਰ ਇੱਕ ਵਾਰੀ ਜਦੋਂ ਹੁਣ ਤੁਰੇ ਜਵਾਲਾ ਦੀ ਯਾਤਰਾ ਨੂੰ, ਤੇ ਰਸਤਾ ਕਿਹੜਾ ਚੁਣਿਆ? ਜਿਹੜਾ ਰਸਤਾ ਵਾਇਆ ਕਰਤਾਰਪੁਰ ਸਾਹਿਬ ਹੋ ਕੇ ਜਾਵੇ। ਤੇ ਜਦੋਂ ਕਰਤਾਰਪੁਰ ਦੀ ਹੱਦ ਤੇ ਪਹੁੰਚੇ ਨਾ, ਤੇ ਭਾਈ ਲਹਿਣਾ ਜੀ ਕਹਿੰਦੇ ਵੀ ਸੰਗਤੇ ਤੁਸੀਂ ਚੱਲੋ, ਮਾਤਾ ਜੀ ਦੇ ਦਰਸ਼ਨ ਕਰੋ ਜਵਾਲਾ ਜੀ ਜਾ ਕੇ, ਤੇ ਮੈਂ ਨਾਨਕ ਮਤੇ ਦੇ ਦਰਸ਼ਨ ਕਰਨੇ ਆ। ਤੇ ਕਹਿੰਦੇ ਤੁਹਾਨੂੰ ਇੱਥੇ ਹੀ ਮਿਲਾਂਗਾ ਵਾਪਸੀ ਤੇ, 7 ਵਚਨ। ਭਾਈ ਲਹਿਣਾ ਜੀ ਤੁਰ ਪਏ ਕਰਤਾਰਪੁਰ ਸਾਹਿਬ ਵੱਲ। ਹੁਣ ਰਸਤਾ ਪੁੱਛਦੇ ਨੇ, ਤੇ ਇੱਕ ਬਜ਼ੁਰਗ ਮਿਲਿਆ, ਹਾਂ ਪੁਰਖਾ? ਕਹਿੰਦੇ ਮੈਂ ਨਾਨਕ ਮਤੇ ਦੇ ਦਰਸ਼ਨ ਕਰਨੇ ਆ। ਘੋੜੀ ਤੇ ਚੜੇ ਹੋਏ ਸੀ ਭਾਈ ਲਹਿਣਾ ਜੀ। ਤੇ ਕਹਿੰਦੇ ਫਿਰ ਉਸ ਬਜ਼ੁਰਗ ਨੇ ਆਖਿਆ ਵੀ ਲੈ, ਮੈਂ ਤੈਨੂੰ ਨਾਨਕ ਮਤੇ ਦਾ ਟਿਕਾਣਾ ਦੱਸਦਾ ਆ। ਉਹਨਾਂ ਨੇ ਵਾਗਾਂ ਫੜੀਆਂ ਤੇ ਉਸ ਧਰਮਸ਼ਾਲਾ ਕੋਲ ਲੈ ਆਏ ਜਿੱਥੇ ਗੁਰੂ ਨਾਨਕ ਸਾਹਿਬ ਵਿਰਾਜਦੇ ਸੀ। ਬਜ਼ੁਰਗ ਕਹਿੰਦਾ ਉੱਥੇ ਹੱਥ ਪੈਰ ਮੂੰਹ ਧੋ ਲੈ, ਘੋੜੀ ਬੰਨ ਦੇ, ਤੇ ਉਤਰ ਕੇ ਇੱਧਰ ਆ ਜਾ, ਇਸ ਕੁਟੀਆ ਵਿੱਚ, ਇਸ ਕਮਰੇ ਵਿੱਚ।
ਭਾਈ ਲਹਿਣਾ ਜੀ ਨੇ ਹੱਥ ਪੈਰ ਧੋਤੇ, ਮੂੰਹ ਧੋਤਾ, ਘੋੜੀ ਬੰਨੀ ਤੇ ਬਾਅਦ ਚ ਹੱਥ ਪੈਰ ਮੂੰਹ ਧੋ ਕੇ ਆ ਗਏ ਉਸ ਕੁਟੀਆ ਵੱਲ। ਜਦੋਂ ਉਸ ਕੁਟੀਆ ਦਾ ਦਰਵਾਜ਼ਾ ਖੋਲਿਆ ਤੇ ਕੀ ਤੱਕਿਆ, ਜਿਹੜਾ ਬਜ਼ੁਰਗ ਘੋੜੀ ਦੀਆਂ ਬਾਗਾਂ ਫੜ ਕੇ ਲੈ ਕੇ ਆਇਆ ਸੀ ਨਾ, ਮੂਰੇ ਮੂਰੇ ਤੁਰ ਕੇ ਆਇਆ, ਉਹੀ ਬਜ਼ੁਰਗ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹਨ, ਸਾਹਮਣੇ ਵਿਰਾਜੇ ਹਨ। ਧੰਨ ਭਾਈ ਲਹਿਣਾ ਦਰਸ਼ਨ ਤਾਂ ਕਰਦਾ ਹੈ, ਨਿਹਾਲ ਹੋ ਗਿਆ, ਪਰ ਅੱਖਾਂ ਵਿੱਚੋਂ ਹੰਝੂ ਵਹਾਰਿਆ ਤੇ ਕਹਿੰਦਾ, ਮਹਾਰਾਜ ਸੱਚੇ ਪਾਤਸ਼ਾਹ, ਐਡਾ ਭਾਰ ਚੜਾਇਆ ਮੇਰੇ ਗਰੀਬ ਤੇ ਨਿਮਾਣੇ ਤੇ, ਤੁਸੀਂ ਤੁਰ ਕੇ ਆਏ ਤੇ ਮੈਂ ਘੋੜੀ ਤੇ ਚੜ ਕੇ ਆਇਆ। ਮਹਾਰਾਜ ਮੈਥੋਂ ਤਾਂ ਪਹਿਲੇ ਦਿਨ ਹੀ ਬਹੁਤ ਵੱਡੀ ਭੁੱਲ ਅਵਗਿਆ ਹੋ ਗਈ। ਤੇ ਉਸ ਵੇਲੇ ਜਿਹੜੇ ਚਨਾਖੇ ਗੁਰੂ ਨਾਨਕ ਸਾਹਿਬ ਨੇ ਕਹਿੰਦੇ, ਪੁਰਖਾ ਤੇਰਾ ਨਾਂ ਦੱਸ। ਕਹਿੰਦੇ, ਜੀ ਮੇਰਾ ਨਾਂ ਭਾਈ ਲਹਿਣਾ। ਕਹਿੰਦੇ, ਫਿਰ ਤੂੰ ਲੈਣਾ ਹੈ ਤੇ ਅਸੀਂ ਤੈਨੂੰ ਕੁਝ ਦੇਣਾ ਹੈ। ਤੇ ਜਿਹੜੇ ਲੈਣਦਾਰ ਹੁੰਦੇ ਨੇ ਉਹ ਇਸ ਤਰ੍ਹਾਂ ਹੀ ਆਉਂਦੇ ਹਨ। ਜਿਨ੍ਹਾਂ ਨੇ ਕਰਜ਼ਾ ਦੇਣਾ ਹੋਵੇ ਕਿਸੇ ਦਾ, ਉਹ ਨੀਵੇਂ ਹੀ ਹੁੰਦੇ ਹਨ। ਜਿਵੇਂ ਗੁਰਬਾਣੀ ਦੀ ਪੰਕਤੀ ਹੈ ਨਾ, ਕਹਿੰਦੇ ਨਾ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੂਰਬ ਲਿਖੇ ਕਾ ਲੈਣਾ। ਲੈਣਾ ਕਹਿੰਦੇ, ਅਸੀਂ ਤੈਨੂੰ ਉਡੀਕਦੇ ਸੀ। ਫਿਰ ਉਸ ਦਿਨ ਤੋਂ ਬਾਅਦ ਸਿੱਖੀ ਘਰ ਘਰ ਗਈ। ਫਿਰ ਛੱਡ ਕੇ ਨਹੀਂ ਗਏ। ਹਾਂ, ਮੇਲਾ ਗੇਲਾ ਪਰਿਵਾਰ ਨਾਲ ਹੁੰਦਾ ਰਿਹਾ, ਆਪਣੀਆਂ ਜ਼ਿੰਮੇਵਾਰੀਆਂ ਨਿਭਾ ਕੇ ਫਿਰ ਆ ਜਾਇਆ ਕਰਦੇ। ਤੇ ਫਿਰ ਕਰੜੇ ਇਮਤਿਹਾਨ, ਕਰੜੀ ਪ੍ਰੀਖਿਆ ਵਿੱਚੋਂ ਨਿਕਲੇ। ਗੁਰ ਪੀਰਾਂ ਕੀ ਚਾਕਰੀ ਮਹਾ ਕਰੜੀ, ਪਰ ਅੱਗੇ ਕਹਿੰਦੇ ਸੁਖ ਸਾਰ ਹੈ ਤਾਂ ਕਰੜੀ, ਪਰ ਸੁਖ ਦੇਣ ਵਾਲੀ ਹੈ। ਭਾਈ ਲਹਿਣੇ ਦੇ ਜੀਵਨ ਵਿੱਚੋਂ ਸਭ ਤੋਂ ਵੱਡੀ ਜਿਹੜੀ ਗੱਲ ਆਪਣੇ ਵਿੱਚ ਨੋਟ ਕਰਨ ਵਾਲੀ ਹੈ ਨਾ ਪਿਆਰਿਓ, ਉਹ ਇਹ ਹੈ ਵੀ ਜੇ ਕੋਈ ਗੁਰੂ ਦਾ ਬਣੇ ਨਾ, ਤੇ ਫਿਰ ਭਾਈ ਲਹਿਣੇ ਵਾਂਗੂ ਬਣੇ। ਜਿਹਨੇ ਸਿੱਖੀ ਕਮਾਉਣੀ ਹੈ ਤੇ ਭਾਈ ਲਹਿਣੇ ਵਾਂਗੂ ਕਮਾਵੇ। ਇਹ ਕਿਸ ਹੀ ਕੋਈ ਕੋਏ ਮੰਜ ਨਿਮਾਣੀ ਇੱਕ ਤੂੰ, ਕਿਉਂ ਨਾ ਮਰੀਜੈ ਰੋਏ ਜਾਂ ਲਗ ਚਿਤ ਨਾ ਆਵਈ। ਕਹਿੰਦੇ ਬਸ ਹੁਣ ਨਹੀਂ ਜਾਣਾ। ਫਿਰ ਛੱਡ ਕੇ ਥੋੜੋ ਗਏ ਆ। ਜਦੋਂ ਸਭ ਨੇ ਇਤਿਹਾਸ ਸੁਣਿਆ, ਬੜੀ ਵਾਰੀ ਵਾਚਿਆ, ਮੈਂ ਜ਼ਿਆਦਾ ਡਿਟੇਲ ਚ ਨਾ ਜਾਵਾਂ, ਟੂਕ ਮਾਤਰ ਬੇਨਤੀ ਕਰਾਂ ਸ਼ਾਰਟ ਵਿੱਚ, ਕਿ ਜਿਸ ਵੇਲੇ ਅਖੀਰਲੀ ਪ੍ਰੀਖਿਆ ਹੋਈ ਨਾ, ਮਹਾਰਾਜ ਕਹਿੰਦੇ ਵੀ ਆ ਜਿਹੜਾ ਮੁਰਦਾ ਪਿਆ ਆ, ਇਹ ਸ਼ਕਲ ਹੈ ਲੈਣਿਆ। ਤੇ ਮਹਾਰਾਜ ਹੁਕਮ ਕਰੋ, ਪੈਰਾਂ ਵਾਲੇ ਪਾਸੋਂ ਖਾਵਾਂ ਕਿ ਸਿਰ ਵਾਲੇ ਪਾਸੋਂ? ਮਹਾਰਾਜ ਕਹਿੰਦੇ ਪੈਰਾਂ ਵਾਲੇ ਪਾਸੋਂ ਸ਼ਕਲ ਹੈ। ਜਦੋਂ ਚੁੱਕਿਆ ਕੱਪੜਾ ਤੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ, ਉੱਥੇ ਕੜਾਹ ਪ੍ਰਸ਼ਾਦ ਹੈ। ਉਹ ਤਾਂ ਇੱਕ ਪ੍ਰੀਖਿਆ ਸੀ ਮਹਾਰਾਜ ਦੀ। ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੇ ਨਾ ਕੋਏ, ਰਾਮ ਕਸੌਟੀ ਸੋਸਾ ਹੈ ਜੋ ਮਰਜੀ ਵਾਹੋ। ਗੁਰੂ ਗੌਰ ਵਿੱਚ ਉਹੀ ਸਮਾ ਸਕਦਾ ਜਿਹੜਾ ਮੁਰਦਾ ਹੋਏ ਮੁਰੀਦ ਵਾਲੀ ਅਵਸਥਾ ਲੈ ਕੇ ਆਏਗਾ, ਜਿਹੜਾ ਮਨ ਵੇਚੂਗਾ, ਜਿਹੜਾ ਤਿਆਗੇ ਮਨ ਕੀ ਮਤੜੀ, ਜਿਹੜਾ ਇਸ ਤਰ੍ਹਾਂ ਆਏਗਾ ਨਾ ਗੁਰੂ ਦੇ ਚਰਨਾਂ 'ਚ, ਉਹੀ ਕੁਝ ਖੱਟ ਕੇ ਜਾਏਗਾ। ਜੋ ਗੁਰ ਕਹੇ ਸੋਈ ਭਲ ਮਾਨੋ। ਫਿਰ ਗੁਰੂ ਦਾ ਇੱਕ ਇੱਕ ਬਚਨ ਜਿਹੜਾ ਸੀ, ਭਾਵੇਂ ਰਾਤ ਸੀ ਤੇ ਭਾਵੇਂ ਦੁਪਹਿਰ ਸੀ ਤੇ ਭਾਵੇਂ ਜੋ ਮਰਜ਼ੀ ਸੀ, ਜੋ ਗੁਰੂ ਨਾਨਕ ਨੇ ਕਹਿਤਾ, ਸੱਤ ਹੈ ਮਹਾਰਾਜ, ਸੱਤ ਹੈ ਮਹਾਰਾਜ, ਸੱਤ ਹੈ ਮਹਾਰਾਜ। ਪਰ ਖਿਮਾ ਕਰਿਓ, ਅੱਜ ਕਿੰਤੂ ਪਰੰਤੂ ਕ੍ਰਿਟੀਸਾਈਜ਼ ਬਹੁਤ ਹੁੰਦਾ ਆ, ਪਰ ਉਹ ਸੱਤ ਬਚਨ ਇੱਥੋਂ ਹੈਰਾਨਗੀ ਹੈ ਕਿ ਗੱਲ ਨਾਲ ਲਾ ਲਿਆ ਤੇ ਕਹਿੰਦੇ ਤੂੰ ਨਹੀਂ ਜਾਣਾ। ਸਾਰੀ ਸੰਗਤ ਚਲੀ ਗਈ ਜਦੋਂ ਗੁਰੂ ਨਾਨਕ ਸਾਹਿਬ ਨੇ ਸਵਾਂਗ ਰਚਿਆ, ਤੂੰ ਨਹੀਂ ਜਾਣਾ ਪੁਰਖਾ? ਕਹਿੰਦੇ ਮੇਰਾ ਤੇਰੇ ਬਗੈਰ ਹੈ ਹੀ ਕੋਈ ਨਹੀਂ ਮਹਾਰਾਜ, ਮੇਰਾ ਤੇਰੇ ਬਾਝੋਂ ਹੈ ਹੀ ਕੋਈ ਨਹੀਂ, ਕਿਸੇ ਹੀ ਕੋਈ ਕੋਏ ਮੰਜ ਨਿਮਾਣੀ ਇੱਕ ਤੋਂ। ਹਨ ਇੱਕ ਵਾਰੀ ਜਿੰਨੀ ਸੰਗਤ ਸੁਣ ਰਹੀ ਹੈ ਨਾ, ਤੁਸੀਂ ਇਹ ਦੇਖੋ ਵੀ ਇਹ ਨਾ ਸੋਚੋ ਮੈਂ ਕਿਸੇ ਸੰਪਰਦਾ ਦਾ ਜਾਂ ਕਿਸੇ ਦਾ, ਇਹ ਤਾਂ ਵੱਖ-ਵੱਖ ਰੰਗ ਨੇ, ਵੱਖ-ਵੱਖ ਸਕੂਲ ਨੇ, ਵਿਦਿਆਲੇ ਨੇ,
ਪਰ ਸਭ ਦਾ ਸਿਲੇਬਸ, ਸਭ ਦੀ ਪੜ੍ਹਾਈ ਇੱਕੋ ਹੀ ਹੈ। ਪਰ ਇੱਕ ਵਾਰੀ ਮੈਂ ਚਾਹਣਾ ਆ ਵੀ ਜਿਤਨੀ ਵੀ ਸੰਗਤ ਸੁਣ ਵੀ ਰਹੀ ਹੈ ਬਾਹਰਲੇ ਮੁਲਕਾਂ 'ਚ, ਮੇਰੇ ਭਰਾ, ਮੇਰੀਆਂ ਭੈਣਾਂ, ਮਾਤਾਵਾਂ, ਬਜ਼ੁਰਗ ਜੋ ਵੀ ਹੈ, ਇੱਕ ਵਾਰੀ ਨਾਲ ਪੜ੍ਹੋ। ਭਾਈ ਲਹਿਣੇ ਨੇ ਗੁਰੂ ਨਾਨਕ ਸਾਹਿਬ ਨੂੰ ਆਖਿਆ ਕਿ ਮਹਾਰਾਜ ਜੀ, ਕਿਸੇ ਦਾ ਕੋਈ ਸੱਚੇ ਪਾਤਸ਼ਾਹ, ਮੇਰਾ ਤੂੰ ਨਿਮਾਣੀ ਦਾ ਇੱਕੋ, ਮੇਰੇ ਦਾਤਾ ਜੀ, ਮੇਰਾ ਤੂੰ ਨਿਮਾਣੀ ਦਾ ਇੱਕੋ, ਕਿਸੇ ਦਾ ਕੋਈ ਸੱਚੇ ਪਾਤਸ਼ਾਹ, ਮੇਰਾ ਤੂੰ ਨਿਮਾਣੀ ਦਾ ਇੱਕੋ, ਮੇਰੇ ਬਾਬਾ ਜੀ, ਮੇਰਾ ਤੂੰ ਨਿਮਾਣੀ ਦਾ ਇੱਕੋ। ਫਿਰ ਗੁਰੂ ਸਾਹਿਬ ਨੇ ਸਿੱਖਾਂ ਨੂੰ ਵੀ ਪਰਖ ਲਿਆ, ਪੁੱਤਰਾਂ ਨੂੰ ਵੀ ਪਰਖ ਲਿਆ। ਭਾਈ ਟਾਹਲ ਜੀ ਭੱਟ ਜੀ ਕਹਿ ਰਹੇ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ, ਸਿੱਖਾਂ ਪੁੱਤਰਾਂ ਘੋਖ ਕੈ ਸਭ ਉਮਤ ਵੇਖ ਜਿਕਿਉਨ, ਸਭ ਨੂੰ ਵੇਖ ਚੁੱਕੇ ਆ। ਕਹਿੰਦੇ ਜਾਂ ਸੁਦੋਸ ਤਾਂ ਲਹਿਣਾ ਟਿਕਿਉਣ। ਕਹਿੰਦੇ ਜਦੋਂ ਉਹ ਚੀਜ਼ ਵੇਖੀ ਤੇ ਇੱਕ ਲਹਿਣਾ ਟਿਕਿਆ। ਤੇ ਦੇਖੋ ਗੁਰੂ ਕੀ ਸੰਗਤ, ਕਿੱਡੀ ਵੱਡੀ ਗੱਲ ਹੈ। ਜਿਹੜੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਆਪ ਪਰਮੇਸ਼ਰ ਪ੍ਰਗਟ ਹੋਇਆ ਨਾ, ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ। ਜਿਵੇਂ ਭਾਈ ਗੁਰਦਾਸ ਜੀ ਕਹਿੰਦੇ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਜਿਹੜੇ ਆਪ ਪ੍ਰਗਟ ਹੋਏ ਸਤਿਗੁਰੂ ਆਪ ਆਏ, ਤੇ ਉਹ ਸਤਿਗੁਰੂ ਜਿਹਨੂੰ ਸਾਰੀ ਦੁਨੀਆ ਮੰਨਦੀ ਹੈ, ਸਭ ਤੋਂ ਵੱਡਾ ਸਤਿਗੁਰੂ ਨਾਨਕ, ਜਿਹਨੂੰ ਸਾਰੀ ਦੁਨੀਆ ਸੀਸ ਝੁਕਾਉਂਦੀ ਹੈ, ਤੇ ਉਹ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣੇ ਨੂੰ ਮੱਥਾ ਟੇਕ ਦਿੱਤਾ। ਕਿੱਡੀ ਵੱਡੀ ਕਮਾਲ ਦੀ ਗੱਲ ਨਹੀਂ ਵੀ ਐਸੇ ਕੈਸੇ ਹੁਕਮ ਮੰਨੇ ਤੇ ਕਿਹੋ ਜਿਹੀਆਂ ਪ੍ਰੀਖਿਆ ਵਿੱਚੋਂ ਲੰਘੇ ਭਾਈ ਲਹਿਣਾ ਜੀ, ਕਿ ਗੁਰੂ ਨਾਨਕ ਸਾਹਿਬ ਕਹਿੰਦੇ ਬਈ ਤੈਨੂੰ ਮੱਥਾ ਹੀ ਟੇਕਿਆ। ਉਹ ਮੱਥਾ ਦੂਜਾ ਨਹੀਂ ਵੀ ਆਪਾਂ ਕਿਸੇ ਨੂੰ ਕਹੀਏ ਤੂੰ ਜਾ ਭਾਈ ਤੈਨੂੰ ਮੱਥਾ ਟੇਕਿਆ। ਇਹ ਉਹ ਮੱਥਾ ਆ ਕਿ ਤੈਨੂੰ ਮੱਥਾ ਟੇਕਿਆ ਵੀ ਅੱਜ ਤੋਂ ਲਹਿਣੇ ਸੇ ਅੰਗਦ ਕਰਦੀ ਆ। ਆਪਦੇ ਅੰਗ ਨਾਲ ਲਾ ਕੇ, ਗੱਲ ਨਾਲ ਲਾ ਕੇ, ਤੇ ਬਚਨ ਕੀਤਾ ਬਾਬਾ ਬੁੱਢਾ ਜੀ ਨੂੰ ਤੇ ਹੋਰ ਸੰਗਤਾਂ ਨੂੰ ਵੀ ਲਹਿਣੇ ਵਿੱਚ ਹੁਣ ਮੇਰੇ ਵਿੱਚ ਕੋਈ ਫਰਕ ਨਹੀਂ। ਜਿਹੜਾ ਸਾਡੇ ਦੋਵਾਂ 'ਚ ਫਰਕ ਸਮਝੂਗਾ ਉਹ ਅਪਰਾਧੀ ਹੋਏਗਾ, ਗੁਨਾਹਗਾਰ ਹੋਏਗਾ। ਤੇ ਗੁਰੂ ਸਾਹਿਬ ਨੇ ਫਿਰ ਆਪਦਾ ਰੂਪ ਭਾਈ ਲਹਿਣੇ ਨੂੰ ਅੰਗਦ ਬਣਾਇਆ। ਉਸ ਤੋਂ ਬਾਅਦ ਫਿਰ ਗੁਰਿਆਈ ਬਖਸ਼ੀ, ਤੇ ਫਿਰ ਮੇਰੇ ਸਤਿਗੁਰੂ ਜੀ ਨੇ ਗੁਰਿਆਈ ਦਾ ਸਮਾਂ ਕੱਟਿਆ। ਤੇ ਸਭ ਤੋਂ ਵੱਡੀ ਦਾਤ ਜਿਹੜੀ ਅੱਜ ਆਪਾਂ ਇੱਕ ਦੂਜੇ ਨਾਲ ਆ ਵਿਚਾਰ ਵਟਾਂਦਰਾ ਕਰਦੇ ਨਾ, ਪੰਜਾਬੀ ਬੋਲਦੇ ਆ, ਗੁਰਮੁਖੀ ਲਿਪੀ, ਜਿਹੜੀ ਆਪਾਂ ਪੰਜਾਬੀ ਗੁਰਮੁਖੀ ਹੈ, ਲਿਪੀ ਹੈ, ਇਹਦੀ ਰਚਨਾ ਵੀ, ਇਹਦੀ ਵੀ ਸਾਰੀ ਖੇਡ ਗੁਰੂ ਅੰਗਦ ਦੇਵ ਜੀ ਤੋਂ ਹੀ ਸ਼ੁਰੂ ਕੀਤੀ ਆ। ਨਹੀਂ ਤਾਂ ਇਹ ਗੁਰਮੁਖੀ ਪਹਿਲਾਂ ਨਹੀਂ ਸੀ। ਪਹਿਲਾਂ ਸੰਸਕ੍ਰਿਤ ਸੀ, ਉਰਦੂ ਸੀ, ਅਰਬੀ ਸੀ, ਫਾਰਸੀ ਸੀ, ਬ੍ਰਿਜ ਸੀ, ਹੋਰ ਭਾਸ਼ਾਵਾਂ ਬੜੀਆਂ ਸਨ, ਹਿੰਦੀ ਸੀ। ਪਰ ਇਹ ਗੁਰਮੁਖੀ ਜਿਹੜੀ ਗੁਰੂ ਅੰਗਦ ਦੇਵ ਜੀ ਦੀ ਦੇਣ ਹੈ ਪਿਆਰਿਓ, ਇਹ ਸਭ ਤੋਂ ਵੱਡੀ ਦਾਤ ਹੈ ਜਿਹੜੀ ਸਾਨੂੰ ਇੱਕ ਬੋਲੀ ਦਿੱਤੀ ਮਹਾਰਾਜ ਨੇ, ਮਾਂ ਬੋਲੀ ਪੰਜਾਬੀ ਗੁਰਮੁਖੀ। ਫਿਰ ਇਤਿਹਾਸ ਗੁਰੂ ਨਾਨਕ ਸਾਹਿਬ ਦਾ ਸਾਰਾ ਇਕੱਠਾ ਕੀਤਾ, ਉਹ ਲਿਖਵਾਇਆ। ਇਸ ਤਰ੍ਹਾਂ ਫਿਰ ਮਹਾਰਾਜ ਨੇ ਕਿਰਪਾ ਕੀਤੀ। ਆਪਣਾ ਅੰਗ ਜਦੋਂ ਗੁਰੂ ਨਾਨਕ ਸਾਹਿਬ ਨੇ ਬਣਾ ਲਿਆ, ਤੇ ਗੁਰੂ ਸਾਹਿਬ ਦੇ ਮਹਿਲ ਮਾਤਾ ਖੀਵੀ, ਫਿਰ ਜਿਨ੍ਹਾਂ ਨੇ ਬੜੇ ਲੰਗਰ ਵਰਤਾਏ। ਇਤਿਹਾਸ ਦੱਸਦਾ ਵੀ ਸੁੱਤੇ ਪਏ ਗਰੀਬ ਸਿੱਖਾਂ ਦੇ ਗੀਸਿਆਂ 'ਚ ਮਾਇਆ ਵੀ ਪਾ ਜਾਂਦੇ ਸੀ ਮਾਤਾ ਖੀਵੀ ਜੀ, ਵੀ ਕੋਈ ਲੋੜਵੰਦ ਗੁਰੂ ਨਾਨਕ ਦੇ ਘਰੋਂ ਖਾਲੀ ਨਾ ਮੁੜੇ। ਤੇ ਬੜੇ ਉਪਦੇਸ਼ ਫਿਰ ਗੁਰੂ ਅੰਗਦ ਦੇਵ ਜੀ ਨੇ ਸਿੱਖਾਂ ਨੂੰ ਦਿੱਤੇ। ਭਗਤ ਮਾਲਾ ਪੜ੍ਹ ਲਓ, ਉਹਨਾਂ ਦੇ ਸਿੱਖ ਜਿਹੜੇ ਹੋਏ ਆ, ਜਿਨ੍ਹਾਂ ਨੇ ਬਚਨ ਕਮਾਏ ਆ, ਬਚਨ ਮੰਨੇ ਆ। ਤੋ ਇਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਨੇ ਬੜੀ ਕਿਰਪਾ ਕੀਤੀ ਹੈ। ਤੇ ਤਕਰੀਬਨ 62 ਸਲੋਕ, 62 ਸਲੋਕ ਜਿਹੜੇ ਨੇ ਉਹ ਗੁਰੂ ਗ੍ਰੰਥ ਸਾਹਿਬ ਦੀਆਂ ਵਾਰਾਂ ਵਿੱਚ ਅੰਕਿਤ ਹਨ, ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਵਿਚਾਰੇ ਹੋਏ।
ਤੇ ਇਸ ਤਰ੍ਹਾਂ ਫਿਰ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਕਹਿੰਦੇ 1532 ਤੋਂ ਲੈ ਕੇ 1534 ਤੱਕ ਜਿਹੜੀ ਗੁਰੂ ਨਾਨਕ ਸਾਹਿਬ ਦੀ ਸੇਵਾ, ਹੁਕਮ, ਕਰੜੀਆਂ ਪ੍ਰੀਖਿਆ ਹੋਈਆਂ। ਤੇ ਉਸ ਤੋਂ ਬਾਅਦ ਫਿਰ ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਆ 1539 ਤੋਂ ਲੈ ਕੇ 1552 ਤੱਕ, ਭਾਵ ਕਿ 13 ਸਾਲ, ਫਿਰ ਗੁਰਿਆਈ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਕਿਰਪਾ ਕੀਤੀ। ਇਸ ਤਰ੍ਹਾਂ ਫਿਰ ਸਿੱਖਾਂ ਨੂੰ ਉਤਾਰਿਆ ਤੇ ਗੁਰੂ ਨਾਨਕ ਦੇ ਘਰ ਦੀ ਸਿੱਖੀ ਤੇ ਸੱਚਾਈ ਨਾਲ ਜੋੜਿਆ, ਪਖੰਡਵਾਦ ਤੋਂ ਦੂਰ ਕੀਤਾ। ਮਹਾਰਾਜ ਨੇ ਦੇਹਧਾਰੀ ਜਿਹੜੀ ਪ੍ਰਥਾ ਸੀ ਉਹਨੂੰ ਖਤਮ ਕੀਤਾ, ਸਤੀ ਪ੍ਰਥਾ ਨੂੰ ਖਤਮ ਕੀਤਾ, ਜਾਤ ਪਾਤ ਵੈਰ ਵਿਰੋਧ ਨੂੰ ਖਤਮ ਕੀਤਾ, ਕਿਉਂਕਿ ਬਹੁਤ ਕੁਝ ਸੀ ਆਪਣੇ ਮੁਲਕ 'ਚ, ਖਾਸ ਕਰਕੇ ਭਾਰਤ ਵਿੱਚ। ਤੇ ਇਹਨਾਂ ਨਾਲ ਗੁਰੂ ਸਾਹਿਬ ਨੇ ਪੂਰੀ ਟੱਕਰ ਲਈ ਵਿਚਾਰਾਂ ਨਾਲ, ਸ਼ਾਂਤੀਪੂਰਵਕ। ਤੇ ਹੋਰ ਬਹੁਤ ਕੁਝ ਹੈ ਕਹਿਣ ਲਈ, ਬੜੀਆਂ ਵਿਚਾਰਾਂ ਹਨ। ਪਰ ਦਾਸ ਚਾਹੁੰਦਾ ਆ ਵੀ ਹੁਣ ਆਪ ਜੀ ਜੋ ਅੱਗੇ ਕਿਰਪਾ ਕਰੋਗੇ ਤੇ ਦਾਸ ਤੁਹਾਡੇ ਦਰਸ਼ਨ ਕਰਦਾ ਹੈ, ਹਨਾ। ਤੇ ਭਾਈ ਜੋਤ ਸਿੰਘ ਜੀ, ਹਾਂਜੀ ਬਾਬਾ ਜੀ, ਹਾਂਜੀ, ਕਿਰਪਾ ਕਰੋ ਹੁਣ ਆਪ ਜੀ, ਹਨਾ। ਠੀਕ ਹੈ ਬਾਬਾ ਜੀ। ਹਾਂਜੀ, ਵਾਹਿਗੁਰੂ ਵਾਹਿਗੁਰੂ ਬਾਬਾ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਤੁਸੀਂ ਵਿਚਾਰ ਸਾਂਝੇ ਵਾਹਿਗੁਰੂ। ਕਰਨ ਜੀ। ਤੇ ਜੀ ਸੰਗਤਾਂ ਦੇ ਕਾਫੀ ਕੁਐਸਚਨ ਆਏ ਹੈਗੇ ਨੇ ਜੀ, ਤੇ ਆਪਾਂ ਇੱਕ ਇੱਕ ਕਰਕੇ ਤੁਹਾਨੂੰ ਆਪਾਂ ਪੁੱਛ ਲੈਂਦੇ ਹਾਂ ਜੀ। ਹਾਂਜੀ ਬਾਬਾ ਜੀ, ਇੱਕ ਪਹਿਲਾ ਸਵਾਲ ਸੀਗਾ ਜੀ, ਥੋੜਾ ਤੁਹਾਡੇ ਬਾਰੇ ਜਾਣਕਾਰੀ ਸੰਗਤ ਪੁੱਛਦੇ ਸੀਗੇ ਕਿ ਬਾਬਾ ਜੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਪ੍ਰਚਾਰ ਕਰਦੇ ਨੂੰ, ਤੇ ਤੁਸੀਂ ਜਿੱਦਾਂ ਗੁਰਮਤਿ ਦੀ ਵਿੱਦਿਆ ਕਿੱਥੋਂ ਲਿੱਤੀ ਆ, ਤੇ ਤੁਹਾਡਾ ਜਿੱਦਾਂ ਕਿਹੜੇ ਕਿਹੜੇ ਮਹਾਂਪੁਰਸ਼ਾਂ ਦੀ ਤੁਸੀਂ ਸੰਗਤ ਕੀਤੀ ਆ ਜਾਂ ਤੁਹਾਨੂੰ ਦਰਸ਼ਨ ਹੋਏ ਹੈਗੇ ਨੇ ਜੀ। ਏਦਾਂ ਆ ਵੀ ਦਾਸ ਦੀ ਉਮਰ ਇਸ ਵੇਲੇ 21 ਚੱਲ ਰਿਹਾ ਤੇ 40 ਸਾਲ ਹੋ ਗਈ ਹੈ। 95 ਵਿੱਚ ਮੈਨੂੰ ਮੇਰੇ ਮਾਤਾ ਪਿਤਾ ਤੇ ਮੇਰੇ ਨਾਨਕਾ ਪਰਿਵਾਰ, ਜੋ ਦਮਦਮੀ ਟਕਸਾਲ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨਾਲ, ਮਹਾਂਪੁਰਖਾਂ ਤੋਂ, ਉਹਨਾਂ ਦੇ ਜੱਥੇ ਪਾਸੋਂ ਫਿਰ ਉਹਨਾਂ ਨੇ ਅੰਮ੍ਰਿਤਪਾਨ ਕੀਤਾ ਸੀ। ਤੇ ਫਿਰ ਮੈਨੂੰ ਮੇਰੇ ਨਾਨਕੇ ਤੇ ਮੇਰੇ ਮਾਤਾ ਪਿਤਾ ਰਲ ਕੇ ਦਮਦਮੀ ਟਕਸਾਲ ਚੌਂਕ ਮਹਿਤੇ ਛੱਡ ਕੇ ਆਏ, ਜਿੱਥੇ ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ, ਗਿਆਨੀ ਠਾਕੁਰ ਸਿੰਘ ਜੀ ਦਮਦਮੀ ਟਕਸਾਲ ਮਹਿਤਾ ਚੌਂਕ ਉਸ ਵੇਲੇ ਬਿਰਾਜਦੇ ਸਨ, ਮਹਾਂਪੁਰਖ ਬ੍ਰਹਮ ਗਿਆਨੀ। ਤੇ ਉਹਨਾਂ ਦੇ ਚਰਨਾਂ 'ਚ ਫਿਰ ਦਾਸ ਉੱਥੇ 1 ਸਾਲ ਰਿਹਾ। ਅਜੇ ਗੁਰਬਾਣੀ ਦੀ ਸੰਥਿਆ, ਜਪਜੀ ਸਾਹਿਬ ਤੇ ਹੋਰ ਬਾਣੀਆਂ ਦਾਸ ਕਰ ਹੀ ਰਿਹਾ ਸੀ। ਫਿਰ ਇਤਨੇ ਨੂੰ ਮੇਰਾ ਉੱਥੇ ਥੋੜਾ ਮਨ ਨਹੀਂ ਸੀ ਲੱਗ ਰਿਹਾ, ਦੂਰ ਸੀ ਬੜਾ, ਕਿਉਂਕਿ ਨਿਆਣੀ ਉਮਰ ਸੀ ਉਦੋਂ। 81 ਦਾ ਜਨਮ ਸੀ ਤੇ 95 14 ਕੁ ਸਾਲ ਸੀ। ਤੇ ਹੁਣ ਵਾਲੇ ਬੱਚੇ ਤਾਂ ਬੜੇ ਇੰਟੈਲੀਜੈਂਟ ਆ, ਅਸੀਂ ਤਾਂ ਉਦੋਂ ਇੰਦਾ ਨਹੀਂ ਸੀਗਾ। ਪਰ ਫਿਰ ਉੱਥੇ ਜਦੋਂ ਰਹਿਣ ਲੱਗੇ ਤੇ ਮਨ ਬਣਿਆ ਵੀ ਮੈਨੂੰ ਔਖਾ ਲੱਗਦਾ ਵੀ ਇੰਨੀ ਦੂਰ ਮਾਤਾ ਪਿਤਾ ਬਗੈਰ ਨਹੀਂ ਦਿਲ ਲੱਗਦਾ। ਤੇ ਮੈਂ ਮਨ ਬਣਾਇਆ ਵੀ ਵਾਪਸ ਚੱਲਦੇ ਆਂ। ਤੇ ਦਾਸ ਨੇ ਉੱਥੋਂ ਫਿਰ ਕਿਰਾਇਆ ਲੈ ਕੇ ਜਥੇਦਾਰ ਜੀ ਤੋਂ ਫਿਰ ਚਾਲੇ ਪਾਤੇ। ਤੇ ਰਸਤੇ ਵਿੱਚ ਜਦੋਂ ਅੰਮ੍ਰਿਤਸਰੋਂ ਬੱਸ ਚੜ੍ਹ ਕੇ ਮੋਗੇ ਆਏ ਨਾ, ਤੇ ਮੋਗੇ ਬੱਸ ਸਟੈਂਡ ਤੋਂ ਬੱਸ ਫੜਨੀ ਸੀ ਮੁਕਤਸਰ ਨੂੰ, ਮਲੋਟ ਨੂੰ, ਕਿਉਂਕਿ ਜਨਮ ਮੇਰਾ ਹੈਗਾ ਪਿੰਡ ਸਿੱਖਵਾਲਾ, ਥਾਣਾ ਲੰਮੀ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ। ਤੇ ਜਦੋਂ ਮੋਗੇ ਬੱਸ ਸਟੈਂਡ ਤੇ ਮੈਂ ਉਤਰਿਆ, ਨਿੱਕਾ ਜਿਹਾ ਹੀ ਸੀ ਉਦੋਂ, 14 ਸਾਲਾਂ ਦਾ। ਤੇ ਇੱਕ ਸੇਵਕ ਟਰਾਂਸਪੋਰਟ ਬੱਸਾਂ ਚੱਲਦੀਆਂ ਸੀਗੀਆਂ ਉਸ ਵੇਲੇ, ਲੁਧਿਆਣੇ ਤੋਂ ਮੋਗਾ, ਫਿਰੋਜ਼ਪੁਰ। ਤੇ ਉਹ ਆਵਾਜ਼ ਦੇ ਰਿਹਾ ਸੀ ਕੰਡਕਟਰ ਕਿ ਨਾਨਕਸਰ ਜਗਰਾਉਂ ਮੁੱਲਾਪੁਰ ਲੁਧਿਆਣਾ, ਨਾਨਕਸਰ ਜਗਰਾਉਂ ਮੁੱਲਾਪੁਰ ਲੁਧਿਆਣਾ। ਤੇ ਨਾਨਕਸਰ ਦੀ ਜਦੋਂ ਆਵਾਜ਼ ਕੰਨਾਂ 'ਚ ਮੇਰੇ ਪਈ ਤੇ ਮੈਂ ਕਿਹਾ ਬਹੁਤ ਨਾਮ ਸੁਣਿਆ ਨਾਨਕਸਰ ਦਾ, ਕਿਉਂਕਿ ਸਾਡੇ ਪਿੰਡਾਂ ਕੋਲ ਵੀ ਉੱਥੇ ਨਾਨਕਸਰ ਠਾਠ ਬਣਿਆ, ਬਣ ਵਾਲਾ ਸਿੱਖ ਵਾਲੇ ਦੇ ਨਾਲ, ਉੱਥੇ ਜਾਈਦਾ ਏਦਾਂ ਹੀ ਸੀ। ਤੇ ਮੈਂ ਕਿਹਾ ਵੱਡਾ ਨਾਨਕਸਰ ਹੈ ਤੇ ਆਪਾਂ ਚੱਲੀਏ। ਜਦੋਂ ਅਸੀਂ ਉੱਥੇ, ਮੈਂ ਉਤਰਿਆ ਬੱਸ ਤੋਂ, ਫਿਰ ਨਾਨਕਸਰ ਚਲਿਆ ਗਿਆ। ਤੇ ਉੱਥੇ ਜਾ ਕੇ ਫਿਰ ਧੰਨ ਧੰਨ ਪਿਆਰੇ ਬਾਬਾ ਕੁੰਦਨ ਸਿੰਘ ਜੀ ਮਹਾਰਾਜ, ਮੇਰੇ ਮਹਾਂਪੁਰਖ, ਜਿਨ੍ਹਾਂ ਦੀ ਗੋਦ ਵਿੱਚ, ਜਿਨ੍ਹਾਂ ਦੀ ਸ਼ਰਨ ਵਿੱਚ ਦਾਸ ਰਿਹਾ 95 ਤੋਂ ਰਹਿ ਕੇ ਸੰਨ 2005 ਤੱਕ।
ਨਾਨਕਸਰ ਕਲੇਰਾਂ। ਉੱਥੇ ਫਿਰ ਸਾਰੇ ਹੀ ਮਹਾਂਪੁਰਖ ਬਾਬਾ ਕੁੰਦਨ ਸਿੰਘ ਜੀ, ਸੰਤ ਗੁਰਮੇਲ ਸਿੰਘ ਜੀ, ਬਾਬਾ ਭਜਨ ਸਿੰਘ ਜੀ ਵੱਡੇ, ਬਾਬਾ ਹਰਭਜਨ ਸਿੰਘ ਜੀ ਛੋਟੇ ਤੇ ਬਾਬਾ ਗੇਜਾ ਸਿੰਘ ਜੀ। ਫਿਰ ਇੱਥੋਂ ਹੀ ਗੁਰਬਾਣੀ ਦੀ ਸੰਥਿਆ ਤੇ ਕੀਰਤਨ, ਇਹ ਸਭ ਕੁਝ ਫਿਰ ਇੱਥੋਂ ਗੁਰਮਤਿ ਦੀ ਪੜ੍ਹਾਈ ਸ਼ੁਰੂ ਹੁੰਦੀ ਹੈ। ਉਸ ਤੋਂ ਬਾਅਦ ਫਿਰ ਦਾਸ 2005 ਚ ਜਦੋਂ ਬਾਬਾ ਕੁੰਦਨ ਸਿੰਘ ਜੀ 2002 ਚ ਭਾਣਾ ਵਰਤਾ ਗਏ, ਫਿਰ ਉੱਥੇ ਦਿਲ ਨਹੀਂ ਲੱਗਿਆ ਮਹਾਂਪੁਰਖਾਂ ਤੋਂ ਬਗੈਰ। ਮਨ ਉੱਡੂ ਉੱਡੂ ਕਰਦਾ ਸੀਗਾ ਉੱਥੇ ਵੀ ਕਿੱਥੇ ਜਾਈਏ। ਫਿਰ ਵਿਚਾਰ ਬਣਿਆ, ਫਿਰ ਤਖਾਣਵੱਧ ਦੀ ਸੰਗਤ ਮੈਨੂੰ ਲੈ ਆਈ ਤੇ ਇੱਥੇ ਫਿਰ 2005 ਚ ਆ ਕੇ ਫਿਰ 2007 ਚ 3.5 ਕਿੱਲੇ ਜ਼ਮੀਨ ਕਿਸੇ ਗੁਰਮੁਖ ਪਰਿਵਾਰ ਨੇ ਭੇਟਾ ਕੀਤੀ। ਫਿਰ ਉੱਥੇ ਦਾਸ ਨੇ 2007 ਵਿੱਚ ਤਖਾਣਵੱਧ ਤੋਂ ਬੁੱਟਰ ਵਾਲੇ ਰਸਤੇ ਉੱਤੇ ਠਾਠ ਸ਼ੁਰੂ ਕੀਤਾ, ਨਾਨਕਸਰ ਦੀ ਬ੍ਰਾਂਚ। ਤੇ ਅੱਜ ਮੈਂ ਉੱਥੇ ਤਖਾਣਵੱਧ ਠਾਠ ਨਾਨਕਸਰ ਈਸ਼ਰ ਦਰਬਾਰ ਵਿੱਚ ਹੀ ਵਿਰਾਜਿਆ ਹੋਇਆ ਤੇ ਇੱਥੇ ਹੀ ਕਥਾ ਕੀਰਤਨ ਤੇ ਸਿਖਲਾਈ ਚੱਲਦੀ ਆ, ਹਨਾ। ਇਸ ਤਰ੍ਹਾਂ ਫਿਰ 2005 ਚ ਹੀ, ਮਤਲਬ ਜ਼ਿਆਦਾ ਤਾਂ 5 ਤੋਂ ਹੀ ਜਦੋਂ ਨਾਨਕਸਰੋਂ ਆ ਗਿਆ, ਫਿਰ ਪ੍ਰਚਾਰ ਸ਼ੁਰੂ ਕੀਤਾ। 2005 ਤੋਂ ਲੈ ਕੇ ਹਿਸਾਬ ਲਾ ਲਓ ਵੀ 21 ਆ ਗਿਆ, 16 ਸਾਲ ਹੋ ਗਏ, ਹਨਾ। ਵਾਹਿਗੁਰੂ। ਹਾਂਜੀ ਹਾਂਜੀ, ਕਰੋ ਕਿਰਪਾ ਜੀ ਬਾਬਾ ਜੀ, ਇੱਕ ਹੋਰ ਸਵਾਲ ਆਇਆ ਜੀ ਸੰਗਤ ਦਾ, ਥੋੜਾ ਨਾਨਕਸਰ ਬਾਰੇ ਪੁੱਛਦੇ ਸੀ ਜੀ, ਵੀ ਉਹਦੀ ਹਿਸਟਰੀ ਦਾ ਥੋੜਾ, ਵੀ ਕਦੋਂ ਉੱਥੇ ਸਟਾਰਟ ਹੋਇਆ ਦਾ ਤੇ ਅੱਜ ਕੱਲ੍ਹ ਜਿੱਦਾਂ ਨਾਨਕਸਰ ਦੀ ਡੇਲੀ ਰੂਟੀਨ ਕਿੱਦਾਂ ਹੁੰਦੀ ਆ, ਅੰਮ੍ਰਿਤ ਤੋਂ ਲੈ ਕੇ ਸ਼ਾਮਾਂ ਤੱਕ। ਅੱਛਾ, ਠੀਕ ਹੈ। ਤੋ ਨਾਨਕਸਰ ਦੀ ਜਿਹੜੀ ਸ਼ੁਰੂਆਤ ਹੈ ਨਾ, ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਕੀਤੀ। ਬਾਬਾ ਜੀ 1916 ਵਿੱਚ, ਇੱਕ ਸਦੀ ਦਾ ਸਫ਼ਰ ਹੋ ਗਿਆ, ਉਦੋਂ ਵੱਧ ਸਮਾਂ ਹੋ ਗਿਆ। ਬਾਬਾ ਜੀ ਉੱਥੇ ਕਲੇਰਾਂ, ਜਿਹੜੀ ਜਗ੍ਹਾ ਤੇ ਨਾਨਕਸਰ ਠਾਠ ਹੈ, ਜੰਗਲ ਬੀਆਬਾਨ ਹੁੰਦਾ ਸੀ, ਜਿੱਥੇ ਬਾਬਾ ਜੀ ਭਗਤੀ ਕਰਦੇ ਸੀ, ਗੁਰੂ ਨਾਨਕ ਦੇ ਉਪਾਸ਼ਕ ਸੀਗੇ ਤੇ ਗੁਰੂ ਨਾਨਕ ਸਾਹਿਬ ਦੇ ਸਰਗੁਣ ਦਰਸ਼ਨ ਚਾਹੁੰਦੇ ਸੀ ਵੀ ਮੈਂ ਪ੍ਰਤੱਖ ਦਰਸ਼ਨ ਕਰਨੇ ਆ। ਫਿਰ ਇਸ ਤਰ੍ਹਾਂ ਬਾਬਾ ਨੰਦ ਸਿੰਘ ਨੇ ਇਸ ਘੋਰ ਕਲਯੁਗ ਵਿੱਚ ਉਸ ਕਲੇਰਾਂ ਦੀ ਧਰਤੀ ਝੜੀ ਵਿੱਚ ਝੜੀ ਜਿਹੜੀ, ਤੇ ਉੱਥੇ ਬਾਬਾ ਜੀ ਨੇ ਜੰਗਲ ਵਿੱਚ ਬੰਦਗੀ ਕੀਤੀ। 1916 ਵਿੱਚ ਫਿਰ ਉੱਥੇ ਬਾਬਾ ਜੀ ਨੇ ਮੋੜੀ ਗੱਡੀ, ਜਿਵੇਂ ਕੱਚਾ ਹੀ ਸੱਚਖੰਡ ਬਣਾਇਆ, ਕੱਚੀਆਂ ਇੱਟਾਂ, ਗਾਰੇ ਦਾ, ਕਾਨਿਆਂ ਦੀ ਛੱਤ ਹੋਣੀ, ਤੇ ਸਾਰੀ ਰਾਤ ਫਿਰ ਬਾਬਾ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਸਮਝ ਕੇ ਸੇਵਾ ਕੀਤੀ। ਸਾਰੀ ਰਾਤ ਫਿਰ ਪੱਖੇ ਝੱਲਣੇ, ਫਿਰ ਜਦੋਂ ਪ੍ਰਕਾਸ਼ ਕਰਨੇ, ਫਿਰ ਇਉਂ ਪ੍ਰਕਾਸ਼ ਕਰਨਾ ਵੀ ਗੁਰੂ ਸਾਹਿਬ ਦੇ ਅੰਗ ਹਨ। ਬੜੀ ਸ਼ਰਧਾ ਤੇ ਪਿਆਰ ਨਾਲ ਬਾਬਾ ਜੀ ਨੇ ਸਰਗੁਣ ਭਗਤੀ ਕੀਤੀ ਆ। ਇਹੀ ਨਾਨਕਸਰ ਦੀ ਵਿਸ਼ੇਸ਼ ਮਹਾਨਤਾ ਆ। ਗੁਰੂ ਸਾਹਿਬ ਨੂੰ ਹੀ ਭੋਗ, ਗੁਰੂ ਸਾਹਿਬ ਨੂੰ ਹੀ ਹਰ ਵੇਲੇ ਗੁਰੂ ਸਾਹਿਬ ਦਾ ਸਤਿਕਾਰ, ਸੇਵਾ ਸੰਭਾਲ, ਕਿਉਂਕਿ ਗੁਰੂ ਨਾਨਕ ਸਾਹਿਬ ਹਾਜ਼ਰ ਹੈ ਪੂਰੀ ਟਾਈਮਿੰਗ ਨਾਲ। ਇੰਨੇ ਟਾਈਮ ਮਹਾਰਾਜ ਆਰਾਮ ਕਰਦੇ ਆ, ਇੰਨਾ ਟਾਈਮ ਮਹਾਰਾਜ ਪ੍ਰਕਾਸ਼ ਹੁੰਦੇ ਆ, ਕਿਉਂਕਿ ਸਭ ਦੀ ਆਪਣੀ ਆਪਣੀ ਸ਼ਰਧਾ, ਆਪਣੀ ਆਪਣੀ ਮੰਜ਼ਿਲ ਹੈ। ਪਰ ਬੇਨਤੀ ਇਹ ਆ ਵੀ ਮੰਜ਼ਿਲ ਤਾਂ ਬੇਸ਼ੱਕ ਇੱਕ ਆ, ਪਰ ਜਿਹੜਾ ਰਸਤਾ ਆ ਇਹ ਸ਼ਰਧਾ ਵਾਲਾ ਆ, ਇਹ ਸਰਗੁਣ ਭਗਤੀ ਆ। ਇਹ ਕਈ ਵਾਰੀ ਮਾਫ਼ ਕਰਿਓ ਮਨਮੁੱਖਾਂ ਨੂੰ ਹਜਮ ਨਹੀਂ ਆਉਂਦੀ, ਪਰ ਗੁਰੂ ਸਾਹਿਬ ਤਾਂ ਹਰ ਥਾਂ ਤੇ ਹੀ ਹੈ ਨਾ। ਘੱਟ ਘੱਟ ਮੈਂ ਹਰਜੂ ਬਸੇ। ਤੁਸੀਂ ਜਿੱਥੇ ਸ਼ਰਧਾ ਬਣਾਉਣੀ ਹੈ, ਟੇਕ ਬਣਾਉਣੀ ਹੈ, ਤੁਸੀਂ ਬਣਾ ਸਕਦੇ ਹੋ। ਤੇ ਫਿਰ ਬਾਬਾ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੀ ਗੁਰੂ ਨਾਨਕ ਸਾਹਿਬ ਦੇ ਦੀਦਾਰ ਕੀਤੇ, ਤੇ ਇਹ ਜਿਹੜੇ ਸਰੂਪ ਗੁਰੂ ਨਾਨਕ ਸਾਹਿਬ ਦੇ ਲੱਗੇ ਹੁੰਦੇ ਆ ਨਾਨਕਸਰ ਦੀਆਂ ਠਾਠਾਂ ਵਿੱਚ, ਹਨਾ, ਇਹ ਜਿਹੜੇ ਸਰੂਪ ਬੁਲਾ ਕੇ ਕਹਿੰਦੇ ਏਦਾਂ ਬਣਾ, ਏਦਾਂ ਬਣਾ, ਹਨਾ। ਤੇ ਕਿਉਂਕਿ ਬਾਬਾ ਜੀ ਨੂੰ ਤਾਂ ਹੁਣ ਦਰਸ਼ਨ ਹੋਏ ਸੀ, ਪਰ ਉਹ ਜਿਹੜਾ ਪੇਂਟਰ ਸੀ ਉਹਨੇ ਤਾਂ ਫਿਰ ਜਿਵੇਂ ਬਾਬਾ ਜੀ ਦੱਸੀ ਗਏ, ਏਦਾਂ ਸੇਲੀਆਂ, ਏਦਾਂ ਅੱਖਾਂ, ਵੀ ਸਾਨੂੰ ਇਸ ਰੂਪ ਚ ਮਿਲੇ ਮਹਾਰਾਜ, ਹਨਾ। ਤੋ ਇਸ ਤਰ੍ਹਾਂ ਬਾਬਾ ਜੀ ਨੇ ਦਰਸ਼ਨ ਕੀਤੇ ਤੇ ਉਸ ਤਰ੍ਹਾਂ ਹੀ ਸੰਗਤ ਨੂੰ ਕਿਹਾ ਵੀ, ਔਰ ਇਹੀ ਮਾਰਗ ਦੱਸਿਆ ਵੀ ਗੁਰੂ ਸਾਹਿਬ ਨੂੰ ਹਾਜ਼ਰ ਮੰਨੋ, ਗੁਰੂ ਸਾਹਿਬ ਦਾ ਬਚਨ ਮੰਨੋ, ਜੋ ਹੁਕਮਨਾਮਾ ਸਾਹਿਬ ਗੁਰੂ ਸਾਹਿਬ ਦਿੰਦੇ ਆ ਉਹਨੂੰ ਮੰਨੋ ਵੀ ਗੁਰੂ ਸਾਹਿਬ ਕੀ ਕਹਿ ਰਹੇ ਆ। ਤੇ ਮਾਫ਼ ਕਰਿਓ, ਪਰ ਮੈਨੂੰ ਨਹੀਂ ਲੱਗਦਾ ਜਿੰਨਾ ਸਤਿਕਾਰ ਅੱਜ ਨਾਨਕਸਰ ਕਲੇਰਾਂ ਦੀ ਧਰਤੀ ਤੇ ਗੁਰੂ ਸਾਹਿਬ ਦਾ ਹੋ ਰਿਹਾ, ਮੈਨੂੰ ਨਹੀਂ ਲੱਗਦਾ ਹੋਰ
ਕਿਤੇ ਵੀ ਇੰਨਾ ਸਤਿਕਾਰ ਔਰ ਇੰਨੀ ਸ਼ਰਧਾ ਨਾਲ ਗੁਰੂ ਸਾਹਿਬ ਨੂੰ ਔਰ ਹਾਜ਼ਰ ਮੰਨਿਆ ਜਾਂਦਾ ਹੈ, ਹਾਜ਼ਰ ਨਾਜ਼ਰ ਮੰਨਿਆ ਜਾਂਦਾ ਹੈ। ਗੁਰੂ ਸਾਹਿਬ ਦੇ ਰੁਮਾਲੇ, ਗੁਰੂ ਸਾਹਿਬ ਦੇ ਹੈਰਾਨਗੀ ਦੀ ਗੱਲ ਦੇਖੋ, ਜਦੋਂ ਦਾਸ ਵੀ ਨਵਾਂ ਨਵਾਂ ਆਇਆ ਤੇ ਮੈਂ ਵੀ ਹੈਰਾਨ ਹੁੰਦਾ ਸੀ। ਗੁਰੂ ਸਾਹਿਬ ਨੂੰ 6x3 ਦੇ ਪਲੰਗ ਤੇ ਪ੍ਰਕਾਸ਼ ਬਿਠਾਉਣਾ, ਭਾਵ ਕਿ ਜਿਵੇਂ ਆਪਾਂ ਆਪਣਾ ਸਰੀਰ ਹੈ ਹਨਾ, ਕਿਸੇ ਦਾ 5 ਫੁੱਟ 6 ਫੁੱਟ ਕੱਦ ਹੈ, ਤੇ ਆਪਾਂ 6x3 ਦੇ ਬੈੱਡ ਤੇ ਹੀ ਆਰਾਮ ਨਾਲ ਲੱਤਾਂ ਲਸਾਰ ਕੇ ਸੌਂ ਸਕਦੇ ਹਾਂ, ਆਰਾਮ ਕਰ ਸਕਦੇ ਹਾਂ, ਬਹਿ ਸਕਦੇ ਹਾਂ। ਤਾਂ ਬਾਬਾ ਜੀ ਨੇ ਕਿਹਾ ਵੀ ਸਾਡੇ ਗੁਰੂ ਸਾਹਿਬ ਤਾਂ ਸਰੀਰ ਪ੍ਰਤੱਖ ਹੈ, ਪ੍ਰਗਟ ਗੁਰਾਂ ਕੀ ਦੇ। ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਅੱਗੇ ਕਹਿੰਦੇ ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ। ਤੇ ਜਦੋਂ ਪ੍ਰਗਟ ਮੰਨਾਂਗੇ ਤੇ ਫਿਰ ਸਰੀਰ ਨੂੰ, ਤੇ ਜੇ ਗੁਰੂ ਸਾਹਿਬ ਨੂੰ ਸਰੀਰ ਜਾਣ ਕੇ ਮੰਨਾਂਗੇ ਨਾ, ਤੇ ਫਿਰ ਬੜੀ ਪਿਆਰ ਨਾਲ ਤੁਸੀਂ ਸੱਚਖੰਡ 'ਚ ਜਾਓਗੇ। ਜਿਵੇਂ ਕਿਸੇ ਵੱਡੇ ਅਫਸਰ ਦੇ ਕਮਰੇ 'ਚ ਜਾਂਦੇ ਹੋ, ਪਹਿਲਾਂ ਨੌਕ ਕਰਦੇ ਹੋ, ਪਹਿਲਾਂ ਬਾਹਰੋਂ ਖੜ ਕੇ ਕਹਿੰਦੇ ਹੋ। ਇਸੇ ਤਰ੍ਹਾਂ ਬਾਬਾ ਜੀ ਦੀ ਇਹ ਦੇਖੋ, ਇਹ ਪੜ੍ਹਾਈ ਆ ਸਾਡੀ। ਮੈਂ ਆਪਣੀ ਗੱਲ ਕਰ ਰਿਹਾ ਵੀ ਅਸੀਂ ਇਸ ਤਰ੍ਹਾਂ ਕਰਦੇ ਹਾਂ। ਜਦੋਂ ਸੱਚਖੰਡ ਸਾਹਿਬ ਵਿੱਚ ਜਾਣਾ ਆ, ਸੱਚਖੰਡ ਦੇ 2 ਦਰਵਾਜ਼ੇ ਹੁੰਦੇ ਆ, ਇੱਕ ਫਰੰਟ ਵਾਲਾ ਤੇ ਇੱਕ ਸਾਈਡ ਦੀ, ਜਿੱਥੋਂ ਦੀ ਸੇਵਾਦਾਰ ਨੇ ਜਾਣਾ। ਤੇ ਉਹ ਸੇਵਾਦਾਰ ਫਿਰ ਉੱਥੋਂ ਜਾਏਗਾ ਤੇ ਪਹਿਲਾਂ ਪਰਦੇ ਦੇ ਬਾਹਰ ਖੜ ਕੇ ਆਵਾਜ਼ ਦੇਊਗਾ, ਸਤਨਾਮ ਜੀ, ਵੀ ਗੁਰੂ ਸਾਹਿਬ ਹਾਜ਼ਰ ਨਾਜ਼ਰ ਨੇ। ਤੇ ਫਿਰ ਪਰਦਾ ਖੋਲੇਗਾ, ਫਿਰ ਅੰਦਰ ਜਾ ਕੇ ਗੁਰੂ ਸਾਹਿਬ ਮੂਹਰੇ ਸੂਖਮ ਅਰਦਾਸ ਕਰਕੇ, ਮਹਾਰਾਜ ਆਪ ਜੀ ਨੂੰ ਪ੍ਰਕਾਸ਼ ਕਰਨ ਦੀ ਆਗਿਆ ਬਖਸ਼ੋ, ਮਿਹਰ ਕਰੋ, ਸੇਵਾ ਕਰਨ ਦੀ ਸਮੱਤ ਬਖਸ਼ੋ। ਤੇ ਫਿਰ ਗੁਰੂ ਸਾਹਿਬ ਨੂੰ ਪ੍ਰਕਾਸ਼ ਕਰਕੇ ਬੜੇ ਪ੍ਰੇਮ ਨਾਲ, ਹਨਾ, ਤੇ ਪਹਿਲਾਂ ਮਲਮਲ ਦੀ ਚਾਦਰ ਹੁੰਦੀ ਹੈ ਗੁਰੂ ਸਾਹਿਬ ਦੇ ਉੱਪਰ, ਫਿਰ ਰੁਮਾਲਾ ਸਾਹਿਬ ਹੁੰਦਾ। ਪਹਿਲਾਂ ਰੁਮਾਲਾ ਸਾਹਿਬ ਉਤਾਰ ਕੇ ਫਿਰ ਮਲਮਲ ਦੀ ਚਾਦਰ। ਉਹ ਚਾਦਰ ਦਾ ਭਾਵ ਇਹ ਹੈ ਵੀ ਜਿਵੇਂ ਆਪਾਂ ਸਰੀਰ ਦੇ ਉੱਪਰ ਜਰੀ ਦਾ ਕੱਪੜਾ ਪਾਇਆ ਹੋਵੇ, ਜਿਵੇਂ ਰੁਮਾਲੇ ਵਰਗਾ ਕੋਈ ਕੱਪੜਾ ਹੋਵੇ ਜਿਹਤੇ ਕਢਾਈ ਹੋਵੇ, ਤੇ ਉਵੇਂ ਕੋਈ ਝੱਗਾ ਪਾਇਆ ਹੋਵੇ ਤੇ ਪਿੰਡਾ ਛਿੱਲ ਹੋ ਜਾਊਗਾ। ਤੇ ਬਾਬਾ ਜੀ ਥੱਲੇ ਮਲਮਲ ਦੀ ਚਾਦਰ ਪਹਿਲਾਂ ਗੁਰੂ ਸਾਹਿਬ ਨੂੰ, ਠੀਕ ਹੈ। ਫਿਰ ਉਹਦੇ ਉੱਪਰ ਪਲਕਾਂ, ਦੋਵੇਂ ਪਾਸਿਆਂ ਤੋਂ ਪਲਕਾਂ, ਉਹ ਵੀ ਮਲਮਲ ਦੀਆਂ ਚਿੱਟੀਆਂ। ਵੀ ਗੁਰੂ ਸਾਹਿਬ ਦੇ ਜਿਹੜੇ ਅੱਖਰ ਨੇ ਨਾ, ਬਾਬਾ ਜੀ ਕਹਿੰਦੇ ਹੁੰਦੇ ਸੀ, ਇਹ ਗੁਰੂ ਨਾਨਕ ਸਾਹਿਬ ਦੀਆਂ ਅੱਖੀਆਂ ਹਨ। ਤੇ ਇਹ ਗੁਰੂ ਸਾਹਿਬ ਦੀਆਂ ਅੱਖਾਂ, ਜਿਵੇਂ ਆਪਣੀਆਂ ਪਲਕਾਂ ਆ, ਇਹ ਆਪਣੀਆਂ ਅੱਖਾਂ ਨੂੰ ਸੰਭਾਲਦੀਆਂ ਮਿੱਟੀ ਘੱਟੇ ਤੋਂ। ਤੇ ਉਸ ਤਰ੍ਹਾਂ ਪਲਕਾਂ ਲਾਈਆਂ ਜਾਂਦੀਆਂ। ਫਿਰ ਉਹ ਪਲਕਾਂ ਲਾ ਕੇ ਤੇ ਫਿਰ ਗੁਰੂ ਸਾਹਿਬ ਨੂੰ ਹੌਲੀ ਹੌਲੀ, ਗੁਰੂ ਸਾਹਿਬ ਦੀਆਂ ਚੋਲੀਆਂ, ਏਦਾਂ ਚੋਲੇ ਸਾਹਿਬ ਹੁੰਦੇ ਆ ਨਾ, ਫਿਰ ਏਦਾਂ ਚੋਲੇ ਖੋਲ ਕੇ ਏਦਾਂ, ਫਿਰ ਬਾਬਾ ਜੀ ਦੀਆਂ ਅੰਦਰ ਜਿਵੇਂ ਚੋਲੀਆਂ, ਜਿਵੇਂ ਉਹ ਖੋਲ ਕੇ ਫਿਰ ਗੁਰੂ ਸਾਹਿਬ ਨੂੰ ਪ੍ਰਕਾਸ਼ ਕਰਕੇ, ਫਿਰ ਇੱਕ ਰੂਣ ਦੇ ਉੱਤੇ ਨਿਰਮਲ ਸ਼ੀਤਲ ਸ਼ੁੱਧ ਸੈਂਟ ਹੋਵੇ, ਜਾਂ ਰੂਹ ਕਿਉੜਾ ਹੋਵੇ, ਜਾਂ ਕੋਈ ਹੋਰ ਖੁਸ਼ਬੂਦਾਰ ਚੀਜ਼ ਹੈ, ਰੂਹ ਚੰਗੀ ਲਾ ਕੇ ਕੱਪੜਾ ਮਲਮਲ ਦਾ ਨਾਲ, ਤੇ ਉਹਦੇ ਨਾਲ ਫਿਰ ਕੱਲੇ ਕੱਲੇ ਅੰਗ ਨੂੰ ਜਿਵੇਂ ਪ੍ਰਕਾਸ਼ ਕਰਨਾ ਆ। ਤੇ ਪਹਿਲਾਂ ਗੁਰੂ ਸਾਹਿਬ ਦੇ ਵਸਤਰਾਂ ਨੂੰ, ਗੁਰੂ ਸਾਹਿਬ ਦੀਆਂ ਚੋਲੀਆਂ, ਗੁਰੂ ਸਾਹਿਬ ਦੇ ਵੱਡੇ ਕਮਰ ਕਸੇ ਜਿਹੜੇ ਹੁੰਦੇ ਆ, ਸਾਰਿਆਂ ਨੂੰ ਇਸ ਤਰ੍ਹਾਂ ਇਸ਼ਨਾਨ, ਜਿਵੇਂ ਉਦੋਂ ਇਹ ਭਾਵਨਾ ਰੱਖਣੀ ਆ ਸਿੱਖਣੇ ਵੀ ਇਸ਼ਨਾਨ ਕਰਾਇਆ ਰਿਹਾ ਗੁਰੂ ਸਾਹਿਬ ਦਾ। ਫਿਰ ਉਸ ਤੋਂ ਬਾਅਦ ਗਰਮ ਜਲ ਲੈ ਆਉਣਾ ਬਣਾ ਕੇ, ਦੁੱਧ ਲੈ ਆਉਣਾ ਉਬਾਲ ਕੇ, ਤੇ ਨਾਲ ਕੁਝ ਵੀ ਵਸਤੂ, ਜੇ ਕੋਈ ਵਿੱਤ ਅਨੁਸਾਰ ਕੋਈ ਬਿਸਕੁਟ ਹੀ ਰੱਖ ਸਕਦਾ ਨਾਲ, ਤੇ ਉਹ ਬਿਸਕੁਟ ਰੱਖ ਕੇ, ਕਿ ਗੁਰੂ ਸਾਹਿਬ ਨੂੰ ਜਲ ਰੱਖਿਆ ਹੁੰਦਾ ਗੜਵੇ 'ਚ, ਵੀ ਮਹਾਰਾਜ ਪ੍ਰਕਾਸ਼ ਹੋ ਗਿਆ, ਹੁਣ ਜਲ ਪਾਣੀ ਛਕਣਗੇ, ਅਰਦਾਸ ਕਰਕੇ ਆਪ ਬਾਹਰ ਆ ਜਾਣਾ। ਗੁਰੂ ਸਾਹਿਬ ਨੂੰ ਪ੍ਰਕਾਸ਼ ਕਰਕੇ ਹੁਕਮਨਾਮਾ ਸਾਹਿਬ ਪੜ੍ਹ ਕੇ ਉਸ ਤੋਂ ਬਾਅਦ ਬਾਹਰ ਆ ਜਾਣਾ, ਤੇ ਪੜਦਾ ਉਵੇਂ ਕਰ ਦੇਣਾ ਵੀ ਮਹਾਰਾਜ ਛਕ ਰਹੇ ਆ। ਫਿਰ 5-7 ਮਿੰਟ ਬਾਹਰ ਖਲੋ ਕੇ 5 ਪੌੜੀਆਂ ਜਪਜੀ ਸਾਹਿਬ ਦੀਆਂ ਪੜ੍ਹ ਕੇ, ਸਲੋਕ ਪੜ੍ਹ ਕੇ, ਅਰਦਾਸ ਕਰਕੇ ਅੰਦਰ ਜਾਣਾ, ਸਤਨਾਮ ਜੀ। ਫਿਰ ਅੰਦਰੋਂ ਭਾਂਡੇ ਚੁੱਕਣੇ ਆ ਤੇ ਵਾਪਸ ਆ ਜਾਣਾ। ਫਿਰ ਜਿਹੜੇ ਲੰਗਰ 'ਚ ਚਾਹ ਬਣੀ ਹੋਈ ਹੈ ਜਾਂ ਦੁੱਧ ਤਿਆਰ ਆ, ਉਹਦੇ ਵਿੱਚ ਹੀ ਉਹ ਪਲਟੀ ਕਰ ਦੇਣਾ ਸਾਰਾ, ਵੀ ਸਾਰੀ ਸੰਗਤ ਨੂੰ ਭੋਗ ਲੱਗਿਆ ਹੋਇਆ ਵੀ ਛਕ ਲੈ। ਹਾਂਜੀ, ਇਸ ਤਰ੍ਹਾਂ ਫਿਰ ਸਵੇਰੇ 2:30 ਵਜੇ ਜਿਹੜੀ ਹੈ, ਹੁਣ ਸਾਡੀ ਟਾਈਮਿੰਗ ਹੈ ਜੋ ਇੱਥੋਂ ਦੀ, ਨਾਨਕਸਰ ਤਾਂ 1:30 ਵਜੇ, ਪਰ ਇੱਥੇ ਅਸੀਂ 2:30 ਵਜੇ ਸੁਖਮਨੀ ਸਾਹਿਬ ਆਰੰਭ ਕਰ ਲੈਂਦੇ ਹਾਂ ਅੰਮ੍ਰਿਤ ਵੇਲੇ। ਤੇ ਉਦੋਂ ਗੁਰੂ ਸਾਹਿਬ ਪ੍ਰਕਾਸ਼ ਹੋ ਜਾਂਦੇ ਆ, ਅੰਦਰ ਪਰਦਾ ਲੱਗਿਆ ਹੁੰਦਾ ਆ, ਕਿਉਂਕਿ ਇਹ ਭਾਵਨਾ ਹੁੰਦੀ ਹੈ ਵੀ ਮਹਾਰਾਜ ਸਾਹਿਬ ਵੀ ਆਪਦਾ ਨਿਤਨੇਮ ਕਰ ਰਹੇ ਆ, ਤੇ ਪਲੰਗੇ ਤੇ ਬੈਠ ਕੇ, ਤੇ ਆਪ ਬਾਹਰ ਬਹਿ ਕੇ ਆਪਦੇ ਸਿਮਰਨ ਸੁਖਮਨੀ ਸਾਹਿਬ ਪੜ੍ਹਨਾ ਆ। 4 ਵਜੇ ਫਿਰ ਰਾਗੀ ਸਿੰਘ ਪਹੁੰਚ ਜਾਂਦੇ ਦਰਬਾਰ ਵਿੱਚ, ਉਹ ਆਸਾ ਦੀ ਵਾਰ 1 ਘੰਟੇ ਵਿੱਚ 6 ਛੱਕੇ ਪੜ੍ਹ ਕੇ
ਫਿਰ ਉਸ ਤੋਂ ਬਾਅਦ 1 ਘੰਟਾ ਨਿਰੋਲ ਕੀਰਤਨ ਗੁਰਬਾਣੀ ਦਾ ਜਾਂ ਧਾਰਨਾ ਜੋ ਵੀ ਪਿਆਰ ਵਾਲੀਆਂ, ਤੇ ਸਵੇਰੇ ਅੰਮ੍ਰਿਤ ਵੇਲੇ ਗੁਰੂ ਸਾਹਿਬ ਦੀ ਸਿਫਤ ਤੇ ਬੇਨਤੀਆਂ ਦੇ ਸ਼ਬਦ, ਹੋਰ ਕੋਈ ਸ਼ਬਦ ਨਹੀਂ ਪੜ੍ਹਨੇ ਆਪਾਂ। ਵੀ ਜਿਵੇਂ ਆਪਾਂ ਖਿਮਾ ਕਰਿਓ ਮਰਗ ਤੇ ਸ਼ਬਦ ਪੜ੍ਹਦੇ ਆ, ਮਾਰੂ ਸ਼ਬਦ, ਬਾਣੀ ਸਾਰੀ ਪਵਿੱਤਰ ਹੈ, ਪਰ ਗੁਰੂ ਸਾਹਿਬ ਨੂੰ ਹਾਜ਼ਰ ਮੰਨਦੇ ਆ। ਉਸ ਵੇਲੇ ਖੁਸ਼ੀਆਂ ਲਓ, ਅੰਮ੍ਰਿਤ ਵੇਲਾ ਆ, ਮਹਾਰਾਜ ਤੋਂ ਖੁਸ਼ੀਆਂ ਲੈਣੀਆਂ ਆਪਾਂ। ਉਦੋਂ ਆਪਦੀਆਂ ਭੁੱਲਾਂ ਬਖਸ਼ਾਓ, ਮਹਾਰਾਜ ਸਾਡੀਆਂ ਔਗਣ, ਸਾਡੇ ਗਲਤੀਆਂ ਬਖਸ਼ੋ। ਉਦੋਂ ਪ੍ਰਕਰਨ ਰੱਖਣਾ ਤੇ ਸਿਫਤ ਦਾ, ਵੀ ਗੁਰੂ ਸਾਹਿਬ ਦੀ ਸਿਫਤ ਹੋਵੇ। ਫਿਰ ਉਸ ਤੋਂ ਬਾਅਦ ਗੁਰੂ ਸਾਹਿਬ ਨੂੰ ਸਵੇਰ ਦਾ ਪ੍ਰਸ਼ਾਦਾ ਥਾਲ ਲੱਗ ਕੇ ਆ ਜਾਂਦਾ ਆ, ਤੇ ਉਹ ਵਾਰੀਆਂ ਲੱਗੀਆਂ ਹੁੰਦੀਆਂ ਸੰਗਤਾਂ ਦੀਆਂ, ਤੇ ਉਦੋਂ ਥਾਲ ਲੱਗ ਜਾਂਦਾ ਸਤਿਗੁਰੂ ਨੂੰ ਭੋਜਨ ਦਾ, ਸਵੇਰੇ ਪ੍ਰਸ਼ਾਦੇ ਦਾ, ਅੰਮ੍ਰਿਤ ਵੇਲਾ। ਫਿਰ ਪ੍ਰਸ਼ਾਦੇ ਤੋਂ ਬਾਅਦ 1 ਘੰਟਾ ਫਿਰ ਉਹ ਜਿਹੜਾ ਦਾਸ ਸਹਿਜ ਪਾਠ ਕਰਦਾ ਆ 9 ਵਜੇ ਤੱਕ ਗੁਰਬਾਣੀ ਡੇਲੀ, ਫਿਰ ਉਹ ਪਾਠ ਰੱਖਿਆ ਹੁੰਦਾ, ਉਹ ਪੜ੍ਹ ਕੇ ਦਰਸ਼ਨ ਕਰਕੇ ਮਹਾਰਾਜ ਦੇ, ਤੇ ਫਿਰ 9 ਵਜੇ ਬਿਰਾਜਮਾਨ ਕਰ ਦਈਦਾ, ਕਿਉਂਕਿ 2:30 ਵਜੇ ਤੋਂ ਸਤਿਗੁਰੂ ਪ੍ਰਕਾਸ਼ਨ, ਤੇ ਹੁਣ 9 ਵੱਜ ਗਏ ਆ, ਤਕਰੀਬਨ 6.5 ਘੰਟੇ ਹੋ ਗਏ ਆ, ਤੇ ਹੁਣ ਗੁਰੂ ਸਾਹਿਬ ਨੂੰ ਬਿਰਾਜਮਾਨ ਕਰ ਦਈਏ। ਫਿਰ ਗੁਰੂ ਸਾਹਿਬ ਨੂੰ ਬਿਰਾਜਮਾਨ ਕਰ ਦਿੱਤਾ ਜਾਂਦਾ। ਫਿਰ ਦੁਪਹਿਰੇ 1 ਵਜੇ ਪ੍ਰਸ਼ਾਦੇ ਦਾ ਥਾਲ ਲਵਾ ਕੇ ਉਦੋਂ ਗੁਰੂ ਸਾਹਿਬ ਨੂੰ ਆਨੰਦ ਵਿੱਚ, ਜਿਵੇਂ ਮਹਾਰਾਜ ਬਿਰਾਜਮਾਨ ਆ ਉਵੇਂ ਲੈ ਜਾਣਾ ਹੈ ਗੁਰੂ ਸਾਹਿਬ, ਕਿਉਂਕਿ ਸਤਿਗੁਰ ਤਾਂ ਪ੍ਰਤੱਖ ਹੀ ਆ, ਪ੍ਰਗਟ ਗੁਰਾਂ ਕੀ ਦੇਹ ਬਿਰਾਜਮਾਨ ਹੀ ਆ। ਤੇ ਜਦੋਂ ਫਿਰ ਥਾਲ ਲਿਆਉਣਾ, ਫਿਰ ਸ਼ਾਮੀ 3 ਵਜੇ ਵਿਛਾਈ ਹੋਣੀ ਆ ਮਹਾਰਾਜ ਦਰਬਾਰ ਸਾਹਿਬ ਦੀ ਪੂਰੀ, ਜਿਵੇਂ ਰਾਜੇ ਦਾ ਤਖਤ ਸਜਦਾ ਆ, ਰਾਜੇ ਦਾ ਦੀਵਾਨ ਲੱਗਣਾ, ਤੇ ਰਾਜੇ ਨੇ ਬਹਿ ਕੇ ਦਰਸ਼ਨ ਦੇਣੇ ਆ, ਸੰਗਤਾਂ ਦੀਆਂ ਅਰਜ਼ੋਈਆਂ ਬੇਨਤੀਆਂ ਸੁਣਨੀਆਂ ਆ। ਫਿਰ ਪੂਰੀ ਵਿਛਾਈ ਹੋ ਕੇ ਲੰਮੀ, ਤੇ ਐਨ ਨਗਾਰੇ ਦੀ ਚੋਟ ਲਾਈ ਜਾਂਦੀ ਆ। ਫਿਰ 4 ਵਜੇ ਸ਼ਾਮ ਨੂੰ ਕਥਾ ਸ਼ੁਰੂ ਹੁੰਦੀ ਹੈ, ਗੁਰਬਾਣੀ ਦੀ, ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਅਰਥ। ਤੇ ਉਦੋਂ ਬਾਅਦ ਫਿਰ 5 ਵਜੇ ਸ਼ਾਮ ਦਾ ਕੀਰਤਨ ਸ਼ੁਰੂ ਹੁੰਦਾ। 5 ਤੋਂ ਲੈ ਕੇ ਫਿਰ 6:30 ਵਜੇ ਤੱਕ 1.5 ਘੰਟਾ, ਪਹਿਲਾਂ ਅੱਧਾ ਘੰਟਾ ਰਾਗ, ਤੇ ਫਿਰ 1 ਘੰਟਾ ਧਾਰਨਾ ਦਾ ਕੀਰਤਨ, ਬਾਣੀ ਪ੍ਰਕਰਨ ਉਹਦੇ ਵਿੱਚ ਗੁਰਬਾਣੀ ਦੇ ਸ਼ਬਦ ਦੇਈ ਜਾਣੇ ਹੈ ਨਾ। ਉਸ ਤੋਂ ਬਾਅਦ 7 ਵਜੇ ਆਪਾਂ ਰਹਿਰਾਸ ਸਾਹਿਬ, ਫਿਰ ਉਸ ਤੋਂ ਬਾਅਦ ਫਿਰ 1 ਘੰਟਾ ਕੀਰਤਨ ਤੋਂ ਬਾਅਦ ਫਿਰ ਸਤਿਗੁਰੂ ਨੂੰ ਰਾਤ ਨੂੰ ਪ੍ਰਸ਼ਾਦੇ ਦਾ ਭੋਗ ਲਵਾ ਕੇ, ਰਹਿਰਾਸ ਸਾਹਿਬ ਦਾ ਜਦੋਂ ਅਰਦਾਸ ਹੋਏਗੀ ਨਾ, ਉਦੋਂ ਫਿਰ ਪਰਦਾ ਕਰਕੇ ਗੁਰੂ ਸਾਹਿਬ ਨੂੰ ਭੋਗ ਲਵਾ ਦੇਣਾ ਅੰਦਰ ਸੇਵਾਦਾਰ ਨੇ ਸ਼ਾਮ ਦੇ ਪ੍ਰਸ਼ਾਦੇ ਦਾ। ਫਿਰ ਰਾਤ ਨੂੰ ਜਦੋਂ ਸਤਿਗੁਰੂ ਬਿਰਾਜਮਾਨ ਹੋਣਗੇ, ਫਿਰ ਦੁੱਧ ਲੈ ਕੇ ਜਾਣਾ ਹੈ, ਕੀਰਤਨ ਸੋਹਲਾ ਸੁਣਾ ਕੇ ਆਉਣਾ ਮਹਾਰਾਜ ਨੂੰ ਸੱਚਖੰਡ 'ਚ, ਦੁੱਧ ਦਾ ਭੋਗ ਲਵਾ ਕੇ, ਫਿਰ ਗੁਰੂ ਸਾਹਿਬ ਦੀਆਂ ਸਾਰੀਆਂ ਅੰਦਰ ਸੱਚਖੰਡ ਦੀਆਂ ਬੱਤੀਆਂ ਬੰਦ ਕਰਕੇ, ਪਰਦੇ ਕਰਕੇ, ਏਸੀ ਕੂਲਰ ਪੱਖਾ ਚਲਾ ਕੇ, ਪੂਰਾ ਐਨ ਦੇਖ ਕੇ ਵੀ ਮਹਾਰਾਜ ਨੂੰ ਕੋਈ ਗਰਮੀ ਗੁਰਮੀ ਤਾਂ ਨਹੀਂ, ਮੌਸਮ ਦੇ ਅਕੋਰਡਿੰਗ ਹੀ ਰੁਮਾਲੇ ਸਾਹਿਬ ਉਵੇਂ ਹੀ ਬਦਲੇ ਜਾਂਦੇ ਆ, ਉਵੇਂ ਹੀ ਪੂਰਾ ਐ ਸਮਝਿਆ ਜਾਂਦਾ ਵੀ ਹਾਜ਼ਰ। 2 ਦਰਵਾਜ਼ੇ ਇਸ ਕਰਕੇ ਆ, ਇਹ ਭਾਵਨਾ ਵਾਲੇ ਸਮਝ ਸਕਦੇ ਇਸ ਗੱਲ ਨੂੰ। ਦੇਖੋ, ਛੋਟਾ ਦਰਵਾਜ਼ਾ ਸੇਵਾਦਾਰ ਵਾਸਤੇ, ਵੱਡਾ ਦਰਵਾਜ਼ਾ ਉਹਨੂੰ ਅੰਦਰੋਂ ਕੁੰਡੀ ਹੁੰਦੀ ਹੈ, ਛੋਟੇ ਦਰਵਾਜ਼ੇ ਦੀ ਬਾਹਰੋਂ। ਛੋਟੇ ਦਰਵਾਜ਼ੇ ਵਿੱਚ ਦੀ ਸੇਵਾਦਾਰ ਨੇ ਅੰਦਰ ਜਾਣਾ ਬਾਹਰੋਂ ਖੋਲ ਕੇ, ਵੱਡਾ ਦਰਵਾਜ਼ਾ ਅੰਦਰੋਂ ਕੁੰਡੀ ਇਸ ਕਰਕੇ ਵੀ ਜੇ ਸਤਿਗੁਰੂ ਦਾ ਮਨ ਕਰੇ ਬਾਹਰ ਆਉਣ ਦਾ, ਤੇ ਗੁਰੂ ਸਾਹਿਬ ਆਪੇ ਆ ਜਾਣਗੇ ਕੁੰਡੀ ਖੋਲ ਕੇ। ਮਤਲਬ ਕਿ ਇਹ ਭਾਵਨਾ ਦੀਆਂ ਗੱਲਾਂ ਨੇ, ਇਹ ਸਭ ਭਾਵਨਾ ਤੇ ਪਿਆਰ ਹੈ। ਸਰਗੁਣ ਭਗਤੀ ਬਾਬਾ ਆਨੰਦ ਸਿੰਘ ਜੀ ਨੇ ਕੀਤੀ, ਇਸ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨਿਆ ਬਾਬਾ ਜੀ ਨੇ, ਤੇ ਉਹੀ ਚਾਲੀ ਅੱਜ ਸਾਨੂੰ ਦਿੱਤੀ ਹੈ, ਇਹ ਸਮੱਤ ਦਿੱਤੀ ਹੈ ਮਹਾਂਪੁਰਖਾਂ ਨੇ। ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਨੇ 44 ਸਾਲ ਗੁਰੂ ਗ੍ਰੰਥ ਸਾਹਿਬ ਦੀ ਇਸੇ ਤਰ੍ਹਾਂ ਸੇਵਾ ਕੀਤੀ। 44 ਸਾਲ ਹਿਸਾਬ ਲਾ ਲਓ, ਔਰ ਇੱਕ ਵੀ ਨਾਗਾ ਨਹੀਂ, ਔਰ 1 ਸੈਕੰਡ ਵੀ ਲੇਟ ਨਹੀਂ ਹੋਏ। ਵੱਡੀ ਗੱਲ ਇਹ ਹੈ, ਕਿੱਡਾ ਵੀ ਬੰਦਾ ਨੌਕਰੀ ਦਾ ਹੋਵੇ, ਕਿਤੇ ਵੀ ਲੱਗਿਆ ਹੋਵੇ, ਦੇਸ਼ ਵਿਦੇਸ਼ ਕਿਤੇ ਵੀ, ਬੰਦਾ 2-4 ਛੁੱਟੀਆਂ 5 ਮਹੀਨਿਆਂ ਬਾਅਦ ਮਾਰ ਹੀ ਲੈਂਦਾ ਆ। ਸਾਲ ਵਿੱਚ 5-7 ਮਹੀਨੇ ਜਾਂ ਮਹੀਨਾ ਛੁੱਟੀ ਲੈ ਹੀ ਜਾਂਦਾ। ਫੌਜੀ ਵੀ 2 ਮਹੀਨੇ ਛੁੱਟੀ ਆ ਜਾਂਦੇ ਆ, ਔਰ ਇੱਕ ਉਹ ਤਨਖਾਹ ਲੈਂਦੇ, ਤੇ ਇੱਧਰ ਨਿਸ਼ਕਾਮਤਾ, ਸਿੱਧਾ ਭਾਵਨਾ ਵਾਲੀ ਸੇਵਾ ਆ ਵੀ ਮੇਰੇ ਸਤਿਗੁਰੂ ਹਾਜ਼ਰ ਨੇ, ਤੇ ਮਹਾਰਾਜ ਦੀ ਸੇਵਾ 44 ਸਾਲ ਬਾਬਾ ਕੁੰਦਨ ਸਿੰਘ ਨੇ ਕੀਤੀ, ਜੋ ਸਾਡੇ ਮੁਰਸ਼ਦ ਮੇਰੇ ਆਧਾਰ ਤੇ, ਜਿਨ੍ਹਾਂ ਤੋਂ ਕਿਰਪਾ ਹੋਈ ਹੈ ਸਾਰੀ ਗਾਂ ਦੀ ਗਾਂ। ਤੇ ਸਾਨੂੰ, ਤੇ ਇਹ ਬਾਬਾ ਆਨੰਦ ਸਿੰਘ ਜੀ ਨੇ ਕਿਹਾ ਵੀ ਇਸ ਤਰ੍ਹਾਂ ਮੰਨੋ ਜੇ ਮੰਨਣਾ ਗੁਰੂ ਗ੍ਰੰਥ ਸਾਹਿਬ ਨੂੰ, ਠੀਕ ਹੈ। ਜੋ ਗੁਰੂ ਸਾਹਿਬ ਦੀ ਸੇਵਾ ਫਿਰ ਇਸ ਤਰ੍ਹਾਂ ਬਾਬਾ ਜੀ ਨੇ ਸਿਖਾਈ।
ਸਾਨੂੰ। ਹਾਂਜੀ, ਕਿਰਪਾ ਕਰੋ ਹੁਣ। ਕਿਰਪਾ ਬਾਬਾ ਜੀ। ਇੱਕ ਬਾਬਾ ਜੀ ਜਿੱਦਾਂ ਆਪਾਂ ਹੁਣੀ ਕਥਾ ਕੀਤੀ ਸੀ ਗੁਰੂ ਅੰਗਦ ਦੇਵ ਜੀ ਉਹਨਾਂ ਬਾਰੇ ਸੀਗਾ ਕਿ ਜਿੱਦਾਂ ਬਾਬਾ ਜੀ ਨੇ ਆਪਣੇ ਸਮੇਂ ਤੇ ਜਿੱਦਾਂ ਸੰਗਤਾਂ ਦੀ ਕੁਸ਼ਤੀ ਕਰਾਉਂਦੇ ਸੀ ਬਾਬਾ ਜੀ ਹਨਾ ਜੀ, ਤੇ ਉਹਦੇ ਬਿਲਕੁਲ। ਬਾਰੇ ਥੋੜਾ ਦੱਸਿਆ ਸੀਗਾ। ਪੁੱਛਦੇ ਸੀ ਸੰਗਤ, ਕਹਿੰਦੇ ਵੀ ਉਹ ਜਿੱਦਾਂ ਗੁਰੂ ਸਾਹਿਬ ਨੇ ਸ਼ੁਰੂ ਕਰਾਇਆ ਸੀਗਾ, ਤੇ ਫਿਟਨੈਸ ਬਾਰੇ ਕਿੱਦਾਂ ਗੁਰੂ ਸਾਹਿਬ ਦੱਸਦੇ ਸੀਗੇ ਉਹਦੇ ਗੁਰੂ ਸਾਹਿਬ ਨੇ ਬਿਲਕੁਲ ਗੁਰੂ ਸਾਹਿਬ ਨੇ ਘੋਲ ਮੱਲ ਅਖਾੜੇ, ਜਿਹਨੂੰ ਆਪਾਂ ਕਹਿ ਦਿੰਦੇ ਆ ਪੰਜਾਬੀ ਬੋਲੀ 'ਚ ਮੱਲ ਅਖਾੜੇ, ਥਾਂ ਥਾਂ ਮਹਾਰਾਜ ਨੇ ਫਿਰ ਘੋਲ ਕਰਾਉਣੇ। ਉਹ ਵੀ ਇੱਕ ਜਿੱਥੇ ਬੰਦੇ ਨੂੰ ਜਿੰਦਾ ਦਿਲੀ, ਜਿਵੇਂ ਸਰੀਰ ਫਿਟਨੈਸ ਰਵੇ ਬੰਦੇ ਦਾ, ਦੂਜੀ ਗੱਲ ਵੀ ਇਹਨਾਂ ਵਿੱਚੋਂ ਇਹ ਵੀ ਭੇਦਭਾਵ ਵੀ ਖਤਮ ਹੋਵੇ ਨਾ। ਮਹਾਰਾਜ ਨੇ ਜਿੱਥੇ ਬੋਲੀ ਇੱਕ ਕੀਤੀ, ਉੱਥੇ ਕਹਿੰਦੇ ਵੀ ਹੁਣ ਇੱਥੇ ਇੱਕ ਮੈਦਾਨ 'ਚ ਆਓ, ਇੱਥੇ ਘੁਲੋ। ਉੱਥੋਂ ਫਿਰ ਉੱਥੇ ਬਜਵੀ ਸਿੱਖ ਵੀ ਆਉਂਦਾ ਸੀ, ਉੱਥੇ ਰਵਿਦਾਸੀਆ ਵੀ ਆਉਂਦਾ ਸੀ, ਉੱਥੇ ਜੱਟ ਖਵਾਉਣ ਵਾਲਾ ਵੀ ਆਉਂਦਾ ਸੀ, ਮਿਸਤਰੀ ਵੀ ਆਉਂਦਾ ਸੀ, ਸਾਰੇ ਹੀ ਆਉਂਦੇ ਸੀ। ਫਿਰ ਇੱਕ ਦੂਜੇ ਨਾਲ ਘੋਲ ਕਰਾਉਂਦੇ ਸੀ ਮਹਾਰਾਜ। ਤੇ ਮਿੱਟੀ ਨਾਲ ਜਦੋਂ ਮਿੱਟੀ ਹੁੰਦੇ ਸੀ ਤੇ ਸਤਿਗੁਰੂ ਸਮੱਤ ਵੀ ਦਿੰਦੇ ਸੀ, ਭਾਈ ਵੀ ਆਹ ਮਿੱਟੀ ਦੇ ਸਾਰੇ ਬਣੇ ਆ ਆਪਾਂ, ਤੇ ਏਦਾਂ ਹੀ ਜਣੇ ਹੋਏ ਆ, ਤੇ ਇੱਥੇ ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ, ਕੋਈ ਜਾਤ ਨਹੀਂ, ਕੋਈ ਪਾਤ ਨਹੀਂ, ਸਾਰਿਆਂ ਦੀ ਇੱਕੋ ਹੀ ਜਾਤ ਹੈ, ਮਾਨਸ ਬਸ। ਜਿਨ ਮਾਨਸ ਤੇ ਦੇਵਤੇ ਕੀ ਹੈ। ਤੇ ਗੁਰਬਾਣੀ ਦੈਵੀ ਗੁਣ ਦੇ ਰਹੀ ਹੈ ਸਾਨੂੰ, ਇਸ ਕਰਕੇ ਉਹ ਦੇਵਤੇ ਬਣਾ ਦਿੰਦੀ ਆ। ਜਿਹਦੇ ਵਿੱਚ ਦੈਵੀ ਗੁਣ ਆ ਉਹ ਦੇਵਤਾ ਹੀ ਆ। ਸਰੀਰ ਮਨੁੱਖ ਵਾਲਾ, ਪਰ ਉਹ ਦੈਵੀ ਗੁਣ ਵਾਲਾ ਹੀ ਦੇਵਤਾ ਹੈ। ਚੰਗਾ ਕੁਝ ਕਰਨ ਵਾਲਾ ਦੇਵਤਾ ਹੀ ਹੁੰਦਾ ਆ। ਤਾਂ ਇਸ ਤਰ੍ਹਾਂ ਮਹਾਰਾਜ ਨੇ ਬੜੀ ਬਖਸ਼ਿਸ਼ ਕੀਤੀ ਆ ਸਰੀਰ ਨੂੰ ਵੀ ਫਿੱਟ ਰੱਖਣ ਦਾ। ਇੱਕ ਹੀ ਮਹਾਰਾਜ ਦਾ ਉਪਦੇਸ਼ ਸੀਗਾ ਵੀ ਸਰੀਰ ਵੀ ਰਾਜੀ ਹੋਊਗਾ ਤਾਂ ਹੀ ਕਰਮ ਹੋਣਗੇ ਸਾਰੇ, ਹਨਾ ਜੀ। ਹੁਕਮ। ਹਾਂਜੀ। ਇੱਕ ਬਾਬਾ ਜੀ ਹੋਰ ਸਵਾਲ ਪੁੱਛਿਆ ਸੰਗਤ ਨੇ ਜੀ ਵੀ ਜਿੱਦਾਂ ਤੁਹਾਨੂੰ ਬਾਬਾ ਜੀ ਸਾਰਿਆਂ ਨੇ ਜੋਨੀ ਬਾਬਾ ਜੀ ਦੇ ਨਾਮ ਤੋਂ ਜਾਣਦੇ ਨੇ, ਤੁਹਾਡਾ ਇਹ ਨਾਂ ਕਿੱਦਾਂ ਪਿਆ ਜੀ? ਜਿੱਦਾਂ ਤੁਹਾਡਾ ਅਸਲੀ ਨਾਮ ਦਾ ਜਿੱਦਾਂ ਬਾਬਾ ਰਵਿੰਦਰ ਸਿੰਘ ਜੀ ਹੈਗੇ ਜੀ। ਦੇਖੋ ਜੀ, ਦਾਸ ਦਾ ਨਾਂ ਰਵਿੰਦਰ ਸਿੰਘ ਆ, ਪਰ ਦੇਖੋ ਬੇਨਤੀ ਸੁਣਿਓ, ਅਸੀਂ ਹੈਗੇ 4 ਭਰਾ, ਤੇ ਘਰਾਂ 'ਚ ਛੋਟੇ ਨਾਂ ਹੁੰਦੇ ਆ ਨਾ, ਤੇ ਮੇਰੇ ਭਰਾਵਾਂ ਦੇ ਨਾਂ ਸੀ, ਜਿਵੇਂ ਵੱਡੇ ਦਾ ਬਿੱਟੂ ਘਰੇ, ਤੇ ਛੋਟੇ ਦਾ ਬੰਟੀ, ਫਿਰ ਉਦੋਂ ਬਾਅਦ ਸੋਨੂ, ਫਿਰ ਜੋਨੂ। ਮੈਨੂੰ ਕਹਿੰਦੇ ਸੀ ਜੋਨੂ ਘਰ ਦੇ ਵਿੱਚ। ਤੇ ਜਦੋਂ ਦਾਸ ਨਾਨਕਸਰ ਆਇਆ ਨਾ, ਤੇ ਮੈਨੂੰ ਕਹਿਣ ਲੱਗੇ ਜੋਨੀ, ਸਾਰੇ ਬਿਹੰਗਮ ਜਿਵੇਂ ਸੇਵਾਦਾਰ ਉੱਥੇ ਰਹਿੰਦੇ ਸੀ ਛੋਟੇ ਛੋਟੇ, ਉਹਨਾਂ ਨੇ ਕਹਿਣਾ ਜੋਨੀ। ਤੇ ਬਾਬਾ ਕੁੰਦਨ ਸਿੰਘ ਜੀ ਮੈਨੂੰ ਕਹਿੰਦੇ ਹੁੰਦੇ ਸੀ ਆ ਜੋਨੀ। ਜਦੋਂ ਕਿਸੇ ਨੂੰ ਆਵਾਜ਼ ਮਾਰੀਏ ਕਹਿੰਦੇ ਨਾ ਆ ਬਈ, ਬਾਬਾ ਜੀ ਕਹਿੰਦੇ ਆ ਜੋਨੀ। ਤੋ ਇਸ ਤਰ੍ਹਾਂ ਮੈਨੂੰ ਇਹ ਚੰਗਾ ਲੱਗਦਾ ਨਾਂ, ਇਸ ਕਰਕੇ ਮੈਂ ਹਟਾਇਆ ਨਹੀਂ ਆਪਦੇ ਨਾਂ ਦੇ ਮਗਰੋਂ। ਮੈਂ ਕਿਹਾ ਯਾਰ ਮਹਾਂਪੁਰਖਾਂ ਦੇ ਬੋਲ ਨਿਕਲੇ ਹੋਏ ਆ, ਮਹਾਂਪੁਰਖਾਂ ਦੀ ਰਸਨਾ ਤੋਂ ਆਇਆ ਹੋਇਆ, ਆਪਾਂ ਇਹ ਨਾਂ ਨਾ ਛੱਡੀਏ, ਤੇ ਚੰਗਾ ਲੱਗਦਾ। ਤੇ ਦੂਸਰੀ ਜਿਹੜੀ ਦਾਸ ਦੇ ਮਨ ਦੀ ਭਾਵਨਾ ਉਹ ਇਹ ਆ ਵੀ ਜੋਨੀ ਜਿਹੜਾ ਨਾਂ ਆ ਨਾ, ਉਹ ਠੀਕ ਹੈ, ਕੁਛ ਵੀ ਇਹਦਾ ਮਤਲਬ ਲੋਕਾਂ ਨੇ ਲਾਇਆ ਹੋਵੇ ਨਾਂ, ਪਰ ਜੋ ਮੇਰੀ ਨਿੱਜੀ ਭਾਵਨਾ ਉਹ ਇਹ ਹੈ, ਸਤਿਗੁਰੂ ਦੇ ਦਰਬਾਰ ਮੂਹਰੇ ਹੀ ਬੈਠਾ ਮੈਂ, ਕਿ ਗੁਰੂ ਨਾਨਕ ਦੇ ਘਰ ਦਾ ਮੈਂ ਕੁੱਕਰ ਆ, ਗੁਰੂ ਨਾਨਕ ਦੇ ਘਰ ਦਾ ਕੁੱਤਾ ਆ। ਇਸ ਕਰਕੇ ਮੈਨੂੰ ਜੋਨੀ ਨਾਂ ਤਾਂ ਵੀ ਚੰਗਾ ਲੱਗਦਾ ਵੀ ਠੀਕ ਹੈ, ਮੇਰੀ ਔਕਾਤ ਜਿਹੜੀ ਹੈਗੀ ਨਾ ਗੁਰੂ ਨਾਨਕ ਦੇ ਘਰ ਦਾ ਕੁੱਕਰ ਦੀ, ਸਿੱਖ ਜਿੱਡੀ ਮਰਜ਼ੀ ਅਵਸਥਾ ਤੇ ਪਹੁੰਚ ਜੇ, ਭਾਵੇਂ ਜਿੱਦੇ ਮਰਜ਼ੀ, ਪਰ ਰਹੂਗਾ ਸਿੱਖ ਹੀ, ਉਹ ਗੁਰੂ ਨਹੀਂ ਬਣ ਸਕਦਾ। ਤੋ ਜੋਨੀ ਜਿਹੜਾ ਹੈ ਨਾ, ਉਹ ਬਹੁਤ ਇਸ ਕਰਕੇ ਮਨ ਕਰਕੇ ਮੈਨੂੰ ਗਰੀਬੀ ਦਾ ਅਹਿਸਾਸ ਕਰਾਉਂਦਾ ਹੈ ਨਾ, ਵਾਹਿਗੁਰੂ ਜੀ। ਇਸ ਲਈ ਚੰਗਾ ਲੱਗਦਾ। ਹੋਰ ਕੋਈ ਇਹਦੇ ਵਿੱਚ ਕੋਈ ਹੋਰ ਭਾਵਨਾ ਨਹੀਂ, ਇਹੀ ਭਾਵਨਾ। ਬਹੁਤ ਕਿਰਪਾ ਬਾਬਾ ਜੀ। ਹਾਂ, ਵਾਹਿਗੁਰੂ ਜੀ। ਹੋਰ ਹੁਕਮ ਕਰੋ। ਇੱਕ ਸਵਾਲ ਸੀਗਾ ਬਾਬਾ ਜੀ, ਜਿੱਦਾਂ ਤੁਸੀਂ ਦੱਸਿਆ ਕਿ ਆਪਣੇ ਇੱਥੇ ਨਾਨਕਸਰ ਚ ਮਰਿਆਦਾ ਹੈਗੀ ਆ, ਫਿਰ ਆਪਾਂ ਧਾਰਨਾ ਹੀ ਪੜ੍ਹਦੇ ਹੈਗੇ। ਕਿਸੇ ਸੰਗਤ ਚ ਪੁੱਛਿਆ ਸੀ ਕਿਸੇ ਨੇ ਵੀ ਕਈ ਜਿਹੜੇ ਹੈਗੇ ਨੇ ਲੋਕ, ਜਾਂ ਕਈ ਨਹੀਂ ਇਹਨੂੰ ਚੰਗਾ ਸਮਝਦੇ ਧਾਰਨਾ ਨੂੰ, ਕਹਿੰਦੇ ਨੇ ਵੀ ਕੱਚੀ ਬਾਣੀ ਆ। ਉਹਦੇ ਬਾਰੇ ਤੁਹਾਡੇ ਬਾਬਾ ਜੀ ਕੀ ਖਿਆਲ ਨੇ? ਦੇਖੋ, ਕੱਚੀ ਬਾਣੀ ਮੈਂ ਕਈ ਵਾਰੀ ਐਂ ਕਹਿਣਾ ਹੁੰਦਾ, ਦੇਖੋ ਜਿਹੜੀ ਕਥਾ ਆ, ਜਿਹੜਾ ਕਥਾਵਾਚਕ ਕਥਾ ਕਰ ਰਿਹਾ ਉਹ ਗੁਰਬਾਣੀ ਦੀ ਕਥਾ ਕਰਦਾ, ਪਰ ਉਹ ਬੋਲਦਾ ਤਾਂ ਗੁਰਮੁਖੀ ਹੈ ਨਾ, ਜਿਹੜੀ ਆਪਾਂ ਇੱਕ ਦੂਜੇ ਨਾਲ ਹੁਣ ਗੱਲ ਕਰ ਰਹੇ ਹਾਂ। ਉਹ ਕਥਾ ਹਾਂਜੀ। ਗੁਰਬਾਣੀ ਦੇ ਅਰਥ ਕਰ ਰਿਹਾ। ਜੇ ਗੁਰਬਾਣੀ ਦੇ ਅਰਥ ਆਪਾਂ ਵਾਜੇ ਤੇ ਪੜ੍ਹਤੇ, ਜਿਵੇਂ ਗੁਰਬਾਣੀ ਹੈ, ਕਿਸੇ ਹੀ ਕੋਈ ਮੰਝ ਨਿਮਾਣੀ ਇੱਕ ਤੂੰ, ਇਹ ਗੁਰਬਾਣੀ ਹੈ ਨਾ। ਤੇ ਜੇ ਇਹਦੇ ਕਥਾਵਾਚਕ ਨੇ ਅਰਥ ਕੀਤੇ ਵੀ ਕਿਸੇ ਦਾ ਕੋਈ ਮੇਰਾ ਤੂੰ ਨਿਮਾਣੀ ਦਾ ਇੱਕੋ, ਇਹ ਅਰਥ ਬਣ ਗਏ ਨਾ ਇਹਦੇ। ਤੇ ਜੇ ਇਹਨੂੰ ਆਪਾਂ ਵਾਜੇ ਤੇ ਪੜ੍ਹਤਾ
ਤੇ ਫਿਰ ਇਹ ਕੱਚੀ ਹੋ ਗਈ। ਤੇ ਜੇ ਕਥਾ ਕਰਕੇ ਕਹਿ ਕੇ ਸੁਣਾਤਾ ਇਹ ਪੱਕੀ, ਇਹ ਠੀਕ ਹੈ। ਖਿਮਾ ਕਰਿਓ। ਤੇ ਜਿਹੜੇ ਢਾਡੀ ਸਿੰਘ ਵਾਰਾਂ ਆਪਾਂ ਗਾਉਣੇ ਆ, ਤੇ ਉਹ ਕੀ ਗਾਉਂਦੇ ਆ? ਜੇ ਉਹ ਵਾਰਾਂ ਗਾਉਂਦੇ ਆ ਤੇ ਸਾਡੇ ਅੰਦਰ ਜੋਸ਼ ਭਰਦੇ ਆ, ਗੁਰੂ ਨਾਲ ਜੋੜਦੇ ਆ, ਗੁਰੂ ਦੇ ਇਤਿਹਾਸ ਨਾਲ ਜੋੜਦੇ ਆ, ਉਹ ਕੱਚਾ ਹੈ? ਕਦੇ ਵੀ ਕੱਚਾ ਨਹੀਂ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਸੱਚੇ ਗਿਆਨ ਤੋਂ ਬਿਨਾ ਹੋਰ ਕੱਚੀ ਹੈ ਬਾਣੀ। ਉਹਦਾ ਭਾਵ ਇਹ ਹੈ, ਜਿੱਥੇ ਸੱਚਾ ਗਿਆਨ ਮਿਲ ਰਿਹਾ ਹੈ ਉਹ ਪੱਕੀ ਹੈ, ਤੇ ਜਿੱਥੇ ਸੱਚਾ ਗਿਆਨ ਨਹੀਂ ਹੈ ਉਹ ਕੱਚੀ ਹੈ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਮਤਲਬ ਸੱਚੇ ਗਿਆਨ ਤੋਂ ਬਗੈਰ ਕੱਚੀ ਹੈ। ਨਹੀਂ ਤਾਂ ਜਿਹੜੀਆਂ ਕੱਚੀਆਂ ਧਾਰਨਾ, ਮਾਫ ਕਰਿਓ, ਜਿਹੜੇ ਲੋਕ ਕਹਿੰਦੇ ਆ ਨਾ ਕੱਚੀ ਪੱਕੀ ਬਾਣੀ, ਬਾਣੀ ਤਾਂ ਸਦਾ ਹੀ ਪੱਕੀ ਹੈ। ਇਹਨੂੰ ਤੁਸੀਂ ਬਾਣੀ ਨਾ ਕਹੋ, ਇਹਨੂੰ ਕਹੋ ਵੀ ਬਾਣੀ ਦੇ ਅਰਥ ਹੈ। ਇਹ ਵਾਜੇ ਤੇ ਪੜ੍ਹ ਦਿੰਦੇ ਆ ਆਪਾਂ। ਤੇ ਕਿਉਂਕਿ ਪਿੰਡਾਂ ਦੀ ਜਿਹੜੀ ਸੰਗਤ ਹੈ ਨਾ, ਹੁਣ ਹੌਲੀ ਹੌਲੀ ਹੌਲੀ, ਜਿਵੇਂ ਹੁਣ ਮੈਂ ਕੀਰਤਨ ਸ਼ਬਦ ਪਹਿਲਾਂ ਸ਼ੁਰੂ ਕਰਦਾ ਆ, ਪਹਿਲਾਂ ਦਾਸ ਸ਼ੁਰੂ 'ਚ ਹੀ ਧਾਰਨਾ ਸ਼ੁਰੂ ਕਰ ਲੈਂਦਾ ਸੀ, ਕਿਉਂਕਿ ਇੱਥੇ ਪਿੰਡਾਂ 'ਚ ਗੁਰਬਾਣੀ ਦੇ ਗੋਝ ਅਰਥ ਨਹੀਂ ਸਮਝਦੀ ਸੰਗਤ। ਫਿਰ ਉਹ ਸਰਲ ਭਾਸ਼ਾ ਵਿੱਚ ਜਦੋਂ ਸੁਣਾਈਏ, ਗਾਈਏ, ਉਹਨਾਂ ਨੂੰ ਚੰਗਾ ਲੱਗਦਾ। ਜਿਵੇਂ ਢਾਡੀ ਸਿੰਘ ਵਾਰਾਂ ਗਾਉਂਦੇ ਆ, ਕਵੀਸ਼ਰ ਕਵਿਤਾ ਗਾਉਂਦਾ ਆ, ਉਹਨਾਂ ਦਾ ਮਕਸਦ, ਮਨੋਰਥ ਤਾਂ ਗੁਰੂ ਸਾਹਿਬ ਨਾਲ ਜੋੜਨ ਦਾ ਹੀ ਹੈ ਨਾ ਜੀ। ਤੇ ਜਦੋਂ ਗੁਰੂ ਸਾਹਿਬ ਨਾਲ ਜੁੜ ਗਏ ਤੇ ਫਿਰ ਉਹ ਤਾਂ ਬਲਿਹਾਰ, ਉਸ ਕਥਾ ਤੋਂ, ਉਸ ਧਾਰਨਾ ਤੋਂ ਜਿਹਨੇ ਬੰਦੇ ਦਾ ਜੀਵਨ ਬਦਲਤਾ ਹੈ ਜੀ। ਕਿਰਪਾ ਬਾਬਾ ਜੀ। ਹਾਂਜੀ ਜੀ, ਹਾਂਜੀ। ਹੋਰ ਹੁਕਮ? ਇੱਕ ਬਾਬਾ ਜੀ ਮਰਿਆਦਾ ਜਿੱਦਾਂ ਚੱਲਦੀ ਆਈ ਹੈ, ਥੋੜੀ ਪੁਰਾਤਨ ਮਰਿਆਦਾ ਵੀ ਸੀਗੀ ਕਿ ਬਾਬਾ ਜੀ ਏਦਾਂ ਵਿਦੇਸ਼ੀ ਮਹੱਤਤਾ ਜਾਂ ਏਦਾਂ ਹੈਗਾ ਵੀ ਜਦੋਂ ਵੀ ਕਈ ਜਿੱਦਾਂ ਸਿੰਘ ਸਿੰਘਣੀ ਦਾ ਵਿਆਹ ਹੋ ਜਾਂਦਾ ਹੈਗਾ ਤਾਂ ਵੀ ਉਹ ਫਿਰ ਦੁਬਾਰਾ ਅੰਮ੍ਰਿਤ ਛਕਦੇ ਨੇ, ਜਾਂ ਏਦਾਂ ਦਾ ਕੋਈ ਗੱਲ ਹੈਗੀ ਆ? ਦੇਖੋ, ਜੇ ਤਾਂ ਪਹਿਲਾਂ ਅੰਮ੍ਰਿਤ ਛਕਿਆ ਹੋਇਆ ਦੋਵਾਂ ਦਾ, ਹਾਂਜੀ, ਤੇ ਬਹੁਤ ਚੰਗਾ ਆ ਸ਼ਾਦੀ ਤੋਂ ਪਹਿਲਾਂ। ਤੇ ਜੇ ਇੱਕ ਜਾਣੇ ਦਾ ਛਕਿਆ, ਇੱਕ ਦਾ ਨਹੀਂ, ਤੇ ਮੈਨੂੰ ਲੱਗਦਾ ਵੀ ਜੇ ਦੋਵੇਂ ਛਕ ਲੈਣ ਤੇ ਬਹੁਤ ਚੰਗੀ ਗੱਲ ਹੈ, ਹਨਾ। ਬਾਕੀ ਆਪਣੀ ਆਪਣੀ ਚੁਆਇਸ, ਆਪਣਾ ਆਪਣਾ ਮਨ ਹੈ, ਹਨਾ। ਕਿਸੇ ਨੂੰ ਪ੍ਰੈਸ ਵੀ ਨਹੀਂ ਕੀਤਾ ਜਾ ਸਕਦਾ, ਉਹ ਉਹਦੀ ਆਪਦੀ ਸੋਚ ਹੈ, ਹਨਾ ਜੀ। ਤੇ ਜੇ ਵੈਸੇ ਛਕ ਲੈਣ ਤੇ ਚੰਗੀ ਗੱਲ ਹੈ ਇਹਦੇ ਵਿੱਚ। ਠੀਕ ਹੈ ਜੀ। ਹਾਂਜੀ। ਹੋਰ ਹੁਕਮ? ਬਾਬਾ ਜੀ ਪੁੱਛਦੇ ਸੀਗੇ ਜੀ ਵੀ ਜਦੋਂ ਆਪਾਂ ਅਖੰਡ ਪਾਠ ਕਰਦੇ ਜਾਂ ਉੱਦਾਂ ਵੀ ਜੇ ਕੋਈ ਬਾਣੀ ਪੜ੍ਹੀ ਜਾਂਦੀ ਹੈ, ਤੇ ਕਈ ਜਿੱਦਾਂ ਆਪਣੀ ਸੰਗਤਾਂ ਸ਼ਰਧਾ ਵਾਲੀਆਂ ਸਾਹਮਣੇ ਜਿੱਦਾਂ ਪਾਣੀ ਰੱਖ ਲੈਂਦੇ ਹੈਗੇ ਨੇ ਹਨਾ, ਗਲਾਸ ਵਿੱਚ ਜਾਂ ਕਿੱਦਾਂ ਵੀ ਭਾਂਡੇ 'ਚ, ਤੇ ਜੀ ਉਹਦੇ ਕੀ ਮਹੱਤਤਾ ਤੇ ਆਪਾਂ ਏਦਾਂ ਕਾਹਤੋਂ ਕਰਦੇ ਹਾਂ? ਦੇਖੋ, ਇਹ ਤਾਂ ਹੁਣ ਤੁਸੀਂ ਪੜ੍ਹੇ ਲਿਖੇ ਹੋ, ਹੁਣ ਇਹ ਚੀਜ਼ਾਂ ਤਾਂ ਸਾਇੰਸ ਨੇ ਵੀ ਸਿੱਧ ਕਰਤੀਆਂ ਵੀ ਜਿਹੜੀ ਪਾਣੀ ਆ ਨਾ, ਜਿਹੜਾ ਪਾਣੀ ਆ, ਇਹ ਸਾਇੰਸ ਦੇ ਵੀ ਹੈਗੇ। ਤੁਸੀਂ ਗੂਗਲ ਤੇ ਜਾਂ ਸਰਚ ਕਰੋ, ਇੰਟਰਨੈਟ ਤੇ ਕੱਢੋ ਉਹਨੂੰ, ਵੀ ਪਾਣੀ ਦੇ ਉੱਪਰ ਕੀ ਕੀ ਰਿਸਰਚਾਂ ਹੋਈਆਂ। ਤੇ ਪਾਣੀ ਦੇ ਕੋਲ ਤੁਸੀਂ ਕੋਈ ਮਾੜਾ ਸ਼ਬਦ ਬੋਲੋਗੇ ਤੇ ਪਾਣੀ ਦੇ ਟਿਸ਼ੂ ਸੈੱਲ ਖਿਲਰਦੇ ਆ, ਉਹਦਾ ਇਫੈਕਟ ਮੰਨਦੇ ਆ। ਤੇ ਪਾਣੀ ਕੋਲੇ ਬਹਿ ਕੇ ਜੇ ਤੁਸੀਂ ਮਿੱਠੇ ਬੋਲ ਜਾਂ ਉਹਨੂੰ ਚੰਗਾ ਕਹੋਗੇ ਤੇ ਪਾਣੀ ਉਹੋ ਜਿਹਾ, ਉਹਦੇ ਲੱਛਣ ਹੋ ਜਾਂਦੇ ਆ। ਠੀਕ ਆ। ਤੋ ਇਹ ਤਾਂ ਜੇ ਬਾਣੀ ਪੜ੍ਹੀ ਜਾਊਗੀ, ਗੁਰਬਾਣੀ ਪੜ੍ਹੀ ਜਾਂਦੀ ਹੈ ਪਾਣੀ ਦੇ ਲਾਗੇ, ਕਿਉਂਕਿ ਜਦੋਂ ਅੰਮ੍ਰਿਤ ਤਿਆਰ ਹੁੰਦਾ ਉਹ ਕੀ ਹੈ? ਉਹ ਵੀ ਤਾਂ ਗੁਰਬਾਣੀ, 5 ਬਾਣੀਆਂ ਪੜ੍ਹ ਕੇ ਆਪਾਂ ਨਿਗਾਹ ਗੱਡ ਕੇ ਰੱਖਦੇ ਹਾਂ ਬਾਟੇ ਵਿੱਚ, ਪਾਣੀ ਵਿੱਚ। ਤੇ ਜਦੋਂ 5 ਬਾਣੀਆਂ ਪੜ੍ਹਦੇ ਹਾਂ ਤੇ ਗੁਰੂ ਸਾਹਿਬ ਨੇ ਇਹੀ ਹੈ ਨਾ ਵੀ ਬਾਣੀ ਦਾ ਅਸਰ। ਹੁਣ ਬੰਦੇ ਦੇ ਅੰਦਰ 75% ਕੀ ਹੈ? ਪਾਣੀ ਹੈ। ਠੀਕ ਹੈ। ਤੇ 5 ਤੱਤਾਂ ਦਾ ਜਿਵੇਂ ਸਰੀਰ ਹੈ, ਪਾਣੀ ਹੈ 70 ਤੋਂ 75%। ਤੇ ਇਹ ਗੁਰੂ ਸਾਹਿਬ ਨੇ ਕੋਈ ਸੋਚ ਕੇ ਅੰਮ੍ਰਿਤ ਤਿਆਰ ਕੀਤਾ ਨਾ, ਪਾਣੀ ਲਿਆ, ਕਿ ਪਾਣੀ ਗੁਰੂ ਸਾਹਿਬ ਜਾਣੀ ਜਾਣ ਹੈ ਤੇ ਮਹਾਰਾਜ ਬ੍ਰਹਮ ਗਿਆਨੀ ਆ, ਤੇ ਜਿਨ੍ਹਾਂ ਨੂੰ ਸਭ ਪਤਾ ਆ ਵੀ ਕਿਹੜੀ ਚੀਜ਼ ਦਾ ਅਸਰ ਕਿਵੇਂ ਕਿਵੇਂ ਹੋਣਾ ਆ। ਤੇ ਫਿਰ ਸਤਿਗੁਰੂ ਨੇ ਪਾਣੀ ਤੇ ਬਾਣੀ ਪੜ੍ਹ ਕੇ ਉਹਨੂੰ ਅੰਮ੍ਰਿਤ ਬਣਾਤਾ ਹੈ ਜੀ। ਤੇ ਜੇ ਇਹਦਾ ਗੁਰਬਾਣੀ ਦਾ ਅਸਰ ਸੁਣ ਕੇ ਸਾਨੂੰ ਹੁੰਦਾ ਆ, ਤੇ ਪਾਣੀ ਨੂੰ ਕਿਉਂ ਨਹੀਂ ਹੋ ਸਕਦਾ? ਆਪਾਂ ਵੀ ਤਾਂ 5 ਤੱਤਾਂ ਦੇ ਪੁਤਲੇ ਆ। ਤੇ ਜੇ ਸਾਨੂੰ ਬਾਣੀ ਬਰਾਗਮਈ ਕਰ ਦਿੰਦੀ ਹੈ, ਆਪਦੇ ਨਾਲ ਜੋੜ ਲੈਂਦੀ ਆ, ਜਾਂ ਸਾਨੂੰ ਅੰਦਰ ਬੈਠਾ ਪ੍ਰਮਾਤਮਾ ਦਿਖਾ ਦਿੰਦੀ ਆ, ਤੇ ਪਾਣੀ ਤੇ ਅਸਰ ਕਿਉਂ ਨਹੀਂ ਹੋਊਗਾ ਜੀ? ਪਾਣੀ ਤੇ ਵੀ ਅਸਰ ਹੁੰਦਾ ਆ। ਜੇ ਕੋਈ ਰੱਖਦਾ, ਇਹ ਉਹਦੀ ਸ਼ਰਧਾ ਹੈ। ਜਿਹੜਾ ਕੋਈ ਨਹੀਂ ਰੱਖਦਾ, ਤੇ ਜਿਹੜਾ ਰੱਖਦਾ ਭਾਈ ਉਹਨੂੰ ਕਿੰਤੂ ਪਰੰਤੂ ਵੀ ਨਾ ਕਰੋ, ਉਹਦੀ ਚੁਆਇਸ ਹੈ ਨਾ। ਇਸ ਕਰਕੇ ਹਾਂਜੀ। ਕਿਰਪਾ ਜੀ। ਬਾਬਾ ਜੀ ਤੁਹਾਡੇ ਸੰਗਤ ਦੇ ਹੋਰ ਵੀ ਕੁਐਸਚਨ ਹੈਗੇ, ਤੁਹਾਡੇ ਕੋਲ ਟਾਈਮ ਹੈਗਾ ਬਾਬਾ ਜੀ? ਤੁਹਾਡਾ ਟਾਈਮ ਨਹੀਂ ਪਤਾ ਲੈਣਾ ਚਾਹੁੰਦੇ ਜੇ ਤੁਸੀਂ ਲੇਟ ਹੁੰਦੇ ਹੋ ਤਾਂ।
ਵੈਸੇ ਤਾਂ ਕੋਈ ਕੁਐਸਚਨ ਹੈਗੇ ਨੇ। ਦੇਖ ਲਓ, ਮੈਂ ਤਾਂ ਕਹਿੰਦਾ ਵੀ ਅੱਜ ਲਈ ਇੰਨਾ ਹੀ ਹੈ। ਇਹ ਰਿਕਾਰਡ ਹੋ ਗਿਆ ਹੁਣ ਉੱਤੇ ਹੀ ਵਿੱਚੇ ਹੁਣ। ਹਾਂਜੀ ਰਿਕਾਰਡ ਤਾਂ ਹੁੰਦਾ ਬਾਬਾ ਜੀ, ਹਾਂਜੀ, ਪਰ ਸੰਗਤਾਂ ਵਾਲੇ ਕਾਫੀ ਕੁਐਸਚਨ ਹੈਗੇ ਨੇ, ਸੰਗਤਾਂ ਥੋੜੇ ਹੋਰ ਜੀ। ਦੇਖੋ ਪੁੱਛ ਲਓ, ਕੋਈ ਨਹੀਂ, ਇੱਕ ਦੋ ਹੋਰ ਪੁੱਛ ਲਓ। ਠੀਕ ਆ ਬਾਬਾ ਜੀ। ਹਾਂ, ਇੱਕ ਬਾਬਾ ਜੀ ਪੁੱਛਦੇ ਸੀਗੇ ਜੀ ਵੀ ਅੱਜ ਕੱਲ ਜਿੱਦਾਂ ਤੁਹਾਡੇ ਕੀ ਵਿਚਾਰ ਹੈਗੇ ਨੇ, ਜਿਹੜਾ ਅੱਜ ਕੱਲ ਕਈ ਮਿਸ਼ਨਰੀ ਪ੍ਰਚਾਰਕ ਹੈਗੇ ਨੇ ਜੀ, ਉਹ ਇਦਾਂ ਤਰਕ ਦੇ ਸਵਾਲ ਕਰਦੇ ਨੇ, ਜਾਂ ਕਰਾਮਾਤ ਤੇ ਤਰਕ ਕਰਦੇ ਨੇ, ਜਾਂ ਸ਼ਰਧਾ ਦੇ ਤਰਕ ਕਰਦੇ ਨੇ, ਉਹਦੇ ਬਾਰੇ ਤੁਹਾਡੇ ਕੀ ਹੈਗੇ ਨੇ ਵਿਚਾਰ ਜੀ? ਦੇਖੋ ਜੀ, ਪਤਾ ਕੀ ਗੱਲ ਹੈ, ਸਾਡੀ ਕੌਮ ਦੇ ਵਿੱਚ ਇਹ ਬੜੀ ਤਰਾਸਦੀ ਆ। ਅਸੀਂ ਸਟੇਜਾਂ ਤੇ ਬਹਿ ਬਹਿ ਕੇ, ਜੇ ਕੋਈ ਮੰਨਣ ਵਾਲਾ ਯਾਰ ਉਹਨੂੰ ਮੰਨਣ ਦਿਓ। ਸਾਡਾ ਕੀ ਹੱਕ ਹੈ, ਸਾਡੇ ਕੋਲ ਕੀ ਰਾਈਟ ਹੈ, ਅਸੀਂ ਕਿਸੇ ਨੂੰ ਹਟਾਈਏ? ਦੱਸੋ ਮੈਨੂੰ, ਤੁਸੀਂ ਦੱਸੋ। ਤੁਸੀਂ ਜੋਤ ਸਿੰਘ ਜੀ ਇਸ ਗੱਲ ਨੂੰ ਐਗਰੀ ਕਰਦੇ ਹੋ? ਬਿਲਕੁਲ ਹਰੇਕ ਬਾਬਾ ਬੰਦੇ ਜੀ। ਦੀ ਆਪਦੀ ਇੱਛਾ ਆ, ਉਹ ਜੋ ਮਰਜੀ ਆਪਦੇ ਘਰੇ ਬੰਦਾ ਖੂਹ ਪੱਟੇ, ਖਾਲ ਪੱਟੇ, ਠੀਕ ਹੈ। ਆਪਾਂ ਆਪਣਾ ਕੋਈ ਹੱਕ ਹੀ ਨਹੀਂ ਹੈ, ਆਜ਼ਾਦ ਹੈ, ਆਪਾਂ ਸਾਰੇ ਇੰਡੀਪੈਂਡੈਂਟ ਹੈ, ਹਨਾ। ਹਾਂਜੀ ਬਾਬਾ ਜੀ। ਤੇ ਜਿਹੜਾ ਬੰਦਾ ਸ਼ਰਧਾ ਰੱਖਦਾ ਮੁਬਾਰਕ ਹੈ, ਜਿਹੜਾ ਨਹੀਂ ਰੱਖਦਾ ਨਾ ਰੱਖੇ। ਪਰ ਮਾਫ ਕਰਿਓ, ਸਾਡੇ ਇਹ ਪ੍ਰਚਾਰਕਾਂ ਨੇ ਤਰਕਾਂ ਕਰ ਕਰਕੇ ਆਹ ਦਿਨ ਜਿਹੜਾ ਅੱਜ ਦੁਨੀਆ ਦਾ ਹਾਲ ਹੋਇਆ ਨਾ, ਔਰ ਕੌਮ ਦਾ ਹਾਲ ਹੋਇਆ, ਜੋ ਇਹ ਇਹਨਾਂ ਲੋਕਾਂ ਨੇ ਬੇੜਾ ਗਰਕ ਕੀਤਾ ਹੈ। ਜਿਹੜੇ ਲੋਕਾਂ ਨੇ ਉਹ ਪਿਆਰ ਵਾਲੇ ਲੋਕਾਂ ਨੂੰ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਇਹ ਇੱਥੇ ਤਾਂ ਸੌਦਾ ਹੀ ਸਾਰਾ ਪ੍ਰੇਮ ਦਾ ਹੈ, ਮਹਾਰਾਜ ਦੇ ਘਰ ਦਾ, ਹਨਾ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਤਾਂ ਪ੍ਰੇਮ ਦਾ ਸੌਦਾ ਸੀ ਭਾਈ, ਜਿੰਨਾ ਪ੍ਰੇਮ ਹੁੰਦਾ ਹੈ। ਤੇ ਜੇ ਕੋਈ ਪ੍ਰੇਮ ਕਰਦਾ ਗੁਰਬਾਣੀ ਨਾਲ, ਸਤਿਗੁਰੂ ਨਾਲ, ਜਾਂ ਉਹ ਸ਼ਰਧਾ ਰੱਖਦਾ, ਤੇ ਉਹ ਮੁਬਾਰਕ ਹੈ। ਕਿਉਂਕਿ ਗੁਰਬਾਣੀ ਵੀ ਕਹਿੰਦੀ ਹੈ, ਹਰ ਜਨ ਕੋ ਹਰ ਮਿਲਿਆ, ਹਰ ਸ਼ਰਧਾ ਤੇ ਮਿਲਿਆ। ਤੇ ਖਿਮਾ ਕਰਿਓ, ਇਹ ਫਿਰ ਤੁਰੇ ਵੀ ਕੌਡੀਆਂ ਦੇ ਬਦਲੇ ਫਿਰਦੇ ਆ ਥਾਂ ਥਾਂ ਤੇ। ਮਾਫ ਕਰਿਓ, ਇਹ ਜਿਹੜੇ ਤਰਕਾਂ ਕਰਦੇ ਆ ਤੇ ਕਿੰਤੂ ਪਰੰਤੂ ਰੁਲੇ ਵੀ ਇਹ ਫਿਰਦੇ ਆ। ਸ਼ਰਧਾ ਵਾਲੇ ਤਾਂ ਬੈਠੇ ਆ ਮਾਲਕ ਦੇ ਚਰਨਾਂ 'ਚ, ਤੇ ਮਾਲਕ ਦੇ ਆਸਰੇ ਨਾਲ ਜੈ ਜੈਕਾਰਾਂ ਹੋ ਰਹੀਆਂ। ਕੋਈ ਕਮੀ ਨਹੀਂ ਉਹਨਾਂ ਦੇ ਜੀਵਨ 'ਚ, ਦੇਖ ਲਓ ਝਾਤੀ ਮਾਰ ਕੇ। ਤੇ ਜਿੰਨੇ ਤਰਕਾਂ ਵਾਲੇ ਆ, ਨਾ ਇਹਨਾਂ ਨੂੰ ਰੱਬ ਮਿਲਿਆ, ਨਾ ਜੱਗ ਮਿਲਣਾ, ਇਹਨਾਂ ਨੂੰ ਕੱਖ ਨਹੀਂ ਮਿਲਣਾ। ਇਹਨਾਂ ਨੇ ਐਂ ਭਟਕਦੇ ਹੀ ਰਹਿਣਾ ਸਾਰੀ ਜ਼ਿੰਦਗੀ, ਠੀਕ ਹੈ ਨਾ। ਇਹ ਲੋਕ ਇਹੋ ਜਿਹੇ ਆ। ਇਹਨੇ ਐ ਕਿਉਂ ਕਿਹਾ, ਇਹਨੇ ਐ ਕਿਉਂ ਕੀਤਾ? ਉਹ ਭਾਈ ਜੋ ਮਰਜ਼ੀ ਅਗਲਾ ਕਰੇ, ਤੁਹਾਨੂੰ ਕੀ? ਤੁਹਾਡਾ ਢਿੱਡ ਦੁਖਦਾ, ਅਗਲਾ ਆਪਦੇ ਘਰੇ ਜੋ ਮਰਜ਼ੀ ਕਰੇ, ਤੁਹਾਨੂੰ ਕੀ ਹੈ? ਠੀਕ ਹੈ ਕਿ ਨਹੀਂ? ਤੋ ਇਹ ਤਰਕ ਨਹੀਂ ਹੈ, ਇੱਥੇ ਦਲੀਲ ਹੈ। ਇੱਥੇ ਇੱਥੇ ਵਿਵੇਕ ਬੁੱਧ ਹੈ, ਇੱਥੇ ਵਿਵੇਕ ਹੈ। ਉਹਨੂੰ ਸੋਚੋ ਸਮਝੋ ਯਾਰ, ਇਸ ਗੱਲ ਚੋਂ ਤੱਤ ਕੀ ਨਿਕਲਦਾ ਆ, ਹਨਾ। ਤੱਤ ਦੀ ਗੱਲ ਕਰਨੀ ਆ ਆਪਾਂ। ਇਹ ਲੋਕਾਂ ਨੇ ਤਾਂ ਅੱਜ ਪ੍ਰਚਾਰ ਹੀ ਪੁੱਠੇ ਸ਼ੁਰੂ ਕਰ ਦਿੱਤੇ ਹੈਗੇ ਆ। ਪਰ ਕੋਈ ਨਹੀਂ, ਗੁਰੂ ਸਾਹਿਬ ਬੜੇ ਸਮਰੱਥ ਨੇ, ਤੇ ਆਪੇ ਕਲਾ ਵਰਤਣੀ ਹੈ ਇਹਨਾਂ ਦਾ। ਕੱਖ ਨਹੀਂ ਬਣਨਾ ਇਹਨਾਂ ਲੋਕਾਂ ਦਾ, ਤਰਕਾਂ ਕਰਦੇ ਰਹਿ ਜਾਣਗੇ। ਇਹਨਾਂ ਨੂੰ ਕੋਈ ਨਹੀਂ, ਇਹ ਪਤਾ ਕੀ ਹੈ, ਇਹ ਬਸ ਇੱਕ ਦੂਜੇ ਤੇ ਉਂਗਲਾਂ ਹੀ ਚੱਕਣ ਵਾਲੇ ਆ। ਹੋਰ ਇਹਨਾਂ ਦੇ ਪੱਲੇ ਕੱਖ ਨਹੀਂ ਹੈਗਾ, ਹਨਾ। ਬਸ ਹਾਂ। ਹਾਂਜੀ ਹੋਰ ਹੁਕਮ ਮਹਾਰਾਜ। ਹਾਂਜੀ, ਇੱਕ ਬਾਬਾ ਜੀ ਥੋੜਾ ਉਹਦੇ ਬਾਰੇ ਦੱਸਿਓ, ਸੰਗਤਾਂ ਨੂੰ ਥੋੜਾ ਪਤਾ ਨਹੀਂ ਹੈਗਾ ਜੀ। ਸੰਪਟਬਾਦ ਦੀ ਮਰਿਆਦਾ ਬਾਰੇ ਪੁੱਛਦੇ ਸੀ ਵੀ ਉਹਦਾ ਕੀ ਮਹੱਤਤਾ ਹੈਗੀ ਹੈ ਤੇ ਕੀ ਉੱਥੇ ਹੁੰਦਾ ਜੀ? ਦੇਖੋ, ਗੁਰਬਾਣੀ ਹੈ, ਜਿਵੇਂ ਆਪਾਂ ਹੁਣ ਸਹਿਜ ਪਾਠ ਕਰਦੇ ਹਾਂ, ਮੰਨ ਲਓ, ਹਨਾ। ਜੇ ਸਹਿਜ ਪਾਠ ਦੇ ਨਾਲ ਅਰਦਾਸ ਕੀਤੀ, ਮੰਤਵ ਕੀ ਹੈ? ਸਰਬੱਤ ਦਾ ਭਲਾ, ਠੀਕ ਹੈ। ਵੀ ਸਰਬੱਤ ਦਾ ਭਲਾ ਹੋਵੇ ਸੱਚੇ ਪਾਤਸ਼ਾਹ। ਤੇ ਮੂਲ ਮੰਤਰ ਤੇ ਔਖੀ ਘੜੀ ਦਾ ਸੰਪਟ ਮਤਲਬ ਹਰੇਕ ਸ਼ਬਦ ਤੋਂ ਬਾਅਦ ਉਹਨਾਂ ਨੇ ਉਹ ਪੜ੍ਹਨਾ ਹੈ, ਮੂਲ ਮੰਤਰ ਤੇ ਔਖੀ ਘੜੀ। ਪਰ ਉਹਦਾ ਮੰਤਵ ਤਾਂ ਦੇਖੋ, ਵੀ ਉਹਦਾ ਮੰਤਵ ਅਖੀਰ ਵਿੱਚ ਸਮਾਪਤੀ ਤੇ ਤੇਰੇ ਭਾਣੇ ਸਰਬੱਤ ਦਾ ਭਲਾ, ਕਿਸੇ ਬੰਦੇ ਦੀ ਅਰਦਾਸ ਨਹੀਂ, ਸਰਬੱਤ ਦੇ ਭਲੇ ਲਈ। ਆਪਾਂ ਘਰਾਂ 'ਚ ਬੈਠੇ ਹੁੰਦੇ ਹਾਂ, ਤੇ ਸਾਡੇ ਲਈ ਮਹਾਂਪੁਰਖ ਅਰਦਾਸਾਂ ਕਰਦੇ ਹੁੰਦੇ, ਮਹਾਰਾਜ ਕਿਰਪਾ ਕਰੋ, ਇਹ ਸੰਪਟ ਪਾਠ ਦਾ ਫਲ ਸਮੁੱਚੀ ਸੰਸਾਰ ਨੂੰ, ਲੋਕਾਈ ਨੂੰ ਬਖਸ਼ੋ, ਸਭ ਦਾ ਹੀ ਭਲਾ ਕਰੋ ਮਹਾਰਾਜ, ਸਭ ਤੇ ਕਿਰਪਾ ਕਰੋ। ਤੇ ਸੰਪਟ ਪਾਠ ਤਾਂ ਗੁਰਬਾਣੀ ਦੇ ਸ਼ਬਦ ਹੀ ਹੈ ਜੀ, ਕੋਈ ਹੋਰ ਬਾਹਰੋਂ ਤਾਂ ਮੰਤਰ ਪਾਇਆ ਨਹੀਂ। ਤੇ ਜੋ ਇਤਿਹਾਸਕ ਇਹਦਾ ਗਵਾਹੀ ਹੈ, ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਜ਼ੂਰ ਸਾਹਿਬ ਦੀ ਧਰਤੀ, ਸੱਚਖੰਡ ਹਜ਼ੂਰ ਸਾਹਿਬ ਦੀ ਧਰਤੀ ਤੇ ਮਹਾਰਾਜ ਨੇ ਆਪ ਮੁਕਤ ਮਾਰਗ ਗ੍ਰੰਥ ਜੋ ਲਿਖਵਾਇਆ, ਉਹਦੇ ਵਿੱਚ ਫਿਰ ਸੱਚੇ ਪਾਤਸ਼ਾਹ ਨੇ ਇਹ ਸੰਪਟ ਦੀ ਮਰਿਆਦਾ ਵੀ ਦੱਸੀ ਆ, ਵੀ ਕੋਈ ਸਮਾਂ ਐਸਾ ਬਣ ਜੇ ਕਿਉਂਕਿ ਗੁਰਬਾਣੀ ਹੈ ਨਾ, ਜਿੱਥੇ ਗਿਆਨ ਦਾ ਸਾਗਰ ਹੈ, ਉੱਥੇ ਗੁਰਬਾਣੀ ਮਹਾਮੰਤਰ ਹੈ। ਕਹਿੰਦੇ ਨਾ, ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ।
ਬੀਜ ਮੰਤਰ ਸਰਬ ਕੋ ਗਿਆਨ। ਤੋ ਇਹ ਗੁਰਬਾਣੀ ਮਹਾਮੰਤਰ ਵੀ ਹੈ। ਜਿੱਥੇ ਇਹ ਗਿਆਨ ਦਿੰਦੀ ਹੈ ਸਾਨੂੰ, ਉੱਥੇ ਮੰਤਰ ਵੀ ਹੈ। ਤੇ ਇਹਦੇ ਜਾਪ ਜਿੰਨਾ ਹੋ ਜਾਵੇ ਓਨਾ ਹੀ ਭਲਾ, ਓਨਾ ਹੀ ਭਲਾ। ਤੇ ਫਿਰ ਉੱਥੇ ਸੰਪਟ ਦੀ ਮਰਿਆਦਾ, ਤਾਂ ਬਾਬਾ ਨੰਦ ਸਿੰਘ ਜੀ ਨੇ ਫਿਰ ਹਜ਼ੂਰ ਸਾਹਿਬ ਤੋਂ ਮਰਿਆਦਾ ਇਹ ਲਿਆਂਦੀ ਤੇ ਸੰਪਟ ਪਾਠ ਕਰਵਾਏ ਆ। ਔਰ ਕਿਸੇ ਵਿਅਕਤੀ ਵਿਸ਼ੇਸ਼ ਦੇ ਲਈ ਨਹੀਂ, ਸਰਬੱਤ ਦੇ ਭਲੇ ਲਈ, ਜਦੋਂ ਭਲੇ ਲਈ, ਮਾਫ ਕਰੋ, ਜਦੋਂ ਇਹ ਅਰਦਾਸ ਹੁੰਦੀ ਹੈ ਸੰਪਟ ਪਾਠ ਲੱਗ ਕੇ, ਇਹਦੇ ਵਿੱਚ ਕੋਈ ਕਿਸੇ ਦਾ ਨੁਕਸਾਨ ਤਾਂ ਨਹੀਂ ਨਾ ਹੈ। ਜੇ ਤਾਂ ਦੱਸੋ ਵੀ ਸੰਪਟ ਲਾਉਣ ਨਾਲ ਕਿਸੇ ਦਾ ਨੁਕਸਾਨ ਹੈ, ਉਹਦੇ ਵਿੱਚ ਭਲਾ ਹੀ ਹੈ ਤੇ ਭਲਾ ਹੀ ਮੰਨਣਾ ਆ ਆਪਾਂ, ਹਨਾ। ਤੇ ਗੁਰਬਾਣੀ ਨਾਲੇ ਜਿੰਨੀ ਵੱਧ ਪੜ੍ਹੀ ਜਾਵੇ ਓਨੀ ਚੰਗੀ ਆ, ਉਹਦੇ ਵਿੱਚ ਕੋਈ ਨੁਕਸਾਨ ਨਹੀਂ ਹੈ, ਹਨਾ। ਹਾਂਜੀ ਹਾਂਜੀ। ਹੋਰ ਇੱਕ ਬਾਬਾ ਜੀ ਸੀਗਾ ਕਿ ਜਦੋਂ ਤੁਸੀਂ ਬਾਬਾ ਜੀ ਬਾਬਾ ਮਹਾਂਪੁਰਸ਼ ਬਾਬਾ ਕੁੰਦਨ ਸਿੰਘ ਜੀ ਬਾਰੇ ਦੱਸਿਆ ਜੀ, ਤੇ ਉਹ ਪੁੱਛਦੇ ਸੀ ਬਾਬਾ ਜੀ ਵੀ, ਕਹਿੰਦੇ ਵੀ ਇੰਨਾ ਵੀ ਪ੍ਰੇਮ ਹਨਾ ਜੀ ਗੁਰੂ ਗ੍ਰੰਥ ਸਾਹਿਬ ਜੀ ਲਈ, ਤੇ ਵੀ ਇੰਨੀ ਸਾਲ ਉਹਨਾਂ ਨੇ ਕੀਤੀ ਸੇਵਾ, ਤੇ ਸੋਚਦੇ ਸੀ ਵੀ ਜਿੱਦਾਂ ਵੀ ਲਾਈਕ ਵੀ ਐਸਾ ਕੀ ਮਤਲਬ ਕੀ ਕਰ ਸਕੇ ਜੀ ਸਾਡੀ ਵੀ ਇਦਾਂ ਦੀ ਸ਼ਰਧਾ ਭਾਵਨਾ ਪੈਦਾ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਲਈ, ਤੇ ਮਤਲਬ ਕਿ ਕਿੱਦਾਂ ਇੰਨੀ ਸ਼ਰਧਾ ਮਤਲਬ ਆਪਾਂ ਵੀ ਆਪਣੇ ਆਪਣੇ ਅੰਦਰ ਲਿਆ ਸਕਦੇ ਹਾਂ ਮਨਾਂ ਵਿੱਚ। ਤੋ ਇਹ ਸ਼ਰਧਾ ਤਾਂ ਐ ਵੀ ਜਿਵੇਂ ਆਪਾਂ ਹੁਣ ਸੰਗਤ ਕਰਾਂਗੇ ਨਾ, ਉਹ ਕਹਿੰਦੇ ਨਾ ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ। ਜਿਹੜੀ ਭਾਵਨਾ ਆ ਉਹ ਸਾਧ ਸੰਗਤ ਵਿੱਚ, ਸਾਧਿਆਂ ਹੋਇਆਂ ਦੀ ਸੰਗਤ ਵਿੱਚ ਜਾ ਕੇ ਹੀ ਪ੍ਰਾਪਤ ਹੁੰਦੀ ਹੈ। ਜੇ ਆਪਾਂ ਦੇਖਾਂਗੇ ਯਾਰ, ਵਾਹ ਵਾਹ ਵਾਹ, ਹਾਜ਼ਰ ਨਾਜ਼ਰ ਮੰਨਦੇ ਆ, ਏਦਾਂ ਜਾਂਦੇ ਆ, ਏਦਾਂ ਇੰਨਾ ਕਮਾਲ ਹੀ ਹੋਈ ਪਈ ਆ, ਫਿਰ ਆਪਣਾ ਵੀ ਦਿਲ ਕਰੂਗਾ ਨਾ। ਸੰਗਤ ਜ਼ਰੂਰੀ ਹੈ, ਤਾਂ ਹੀ ਹੈ ਨਾ, ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ, ਭੈ ਬਿਨ ਭਗਤ ਨਾ ਹੋਏ ਤੇਰੀ। ਉਦੋਂ ਬਗੈਰ ਭਗਤੀ ਨਹੀਂ ਹੁੰਦੀ ਪੂਰੀ। ਤੋ ਇਸ ਕਰਕੇ ਜੇ ਪ੍ਰੇਮ ਪੈਦਾ ਕਰਨਾ ਆ, ਤੇ ਪ੍ਰੇਮ ਵਾਲਿਆਂ ਦੀ ਸੰਗਤ ਕਰਨੀ ਪਊਗੀ ਮਹਾਰਾਜ। ਹਾਂਜੀ ਬਾਬਾ ਜੀ। ਹਾਂ, ਏਦਾਂ ਦਿਖਾਵੇ ਨਾਲ, ਜਾਂ ਜੇ ਮੈਂ ਕਹੀ ਜਾਣਾ ਤੇ ਬੰਦਾ ਕਰ ਲੇ, ਉਹ ਭਾਵਨਾ ਸ਼ਾਇਦ ਨਾ ਬਣੇ। ਜਿੰਨੀ ਪ੍ਰਤੱਖ ਦੇਖ ਕੇ ਬਣੂਗੀ ਨਾ, ਦਰਸ਼ਨ ਕਰਕੇ, ਫਿਰ ਬੰਦਾ ਸੋਚਦਾ ਵਾਹ 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 ਨਾ, ਕਿਉਂਕਿ ਸੰਗਤ ਕਰ ਲਈ ਨਾ ਉਹਨੇ, ਦਰਸ਼ਨ ਕਰ ਲਏ, ਸੁਣ ਲਿਆ, ਵੇਖ ਲਿਆ ਸਾਰਾ ਕੁਛ, ਤੇ ਫਿਰ ਉਹਦਾ ਮਨ ਉਵੇਂ 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 ਰੰਗ ਲੱਗ ਜਾਂਦਾ, ਮਹਾਰਾਜ ਬਰਾਗ ਹੋ ਜਾਂਦਾ ਫਿਰ ਉਹਨੂੰ। ਹਾਂਜੀ ਹਾਂ, ਹਾਂਜੀ ਸਰਗੁਣ ਬਾਬਾ ਤੇ ਜੀ। ਨਿਰਗੁਣ ਦੋਵੇਂ ਭਗਤੀਆਂ ਪ੍ਰਵਾਨ ਹੈ ਨਾ। ਸਰਗੁਣ ਵੀ ਹੈ, ਜੇ ਹੁਣ ਨਿਰਗੁਣ ਹੈ ਉਹ ਦਿਖਦਾ ਨਹੀਂ, ਪਰ ਸਾਰਿਆਂ ਦੇ ਅੰਦਰ ਬਾਹਰ ਹਰ ਥਾਂ ਤੇ ਉਹੀ ਕਾਰਜ, ਉਹੀ ਹੈ ਪਸਰਿਆ ਹੋਇਆ, ਉਹ ਨਿਰਗੁਣ ਹੈ। ਇੱਕ ਸਰਗੁਣ ਮੰਨ ਲਿਆ ਵੀ ਤੂੰ ਹੀ ਮੇਰਾ ਰੱਬ ਹੈ, ਤੂੰ ਹੀ ਮੇਰਾ ਗੁਰੂ ਨਾਨਕ ਹੈ, ਤੂੰ ਹੀ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਹੈ। ਇਹ ਭਾਵਨਾ, ਇਸ ਭਾਵਨਾ ਨਾਲ ਕੱਲੀ, ਔਰ ਇਹ ਸੇਵਾ ਇਹ ਹੀ ਨਹੀਂ ਵੀ ਸੇਵਾ ਉਹਨਾਂ ਨੇ, ਮੇਰੇ ਵਰਗੇ ਪਤਾ ਨਹੀਂ ਕਿੰਨੇ ਕੁ ਕੀਰਤਨੀਏ ਬਣਾਏ ਬਾਬਾ ਕੁੰਦਨ ਸਿੰਘ ਨੇ, ਕਿੰਨੇ ਕੁ ਪਾਠੀ ਬਣਾਏ, ਕਿੰਨੇ ਕੁ ਰਾਗੀ, ਤੇ 5 ਸਕੂਲ ਬਣਾਏ 12ਵੀਂ ਤੱਕ, ਜਿਹੜੇ ਬਾਬਾ ਕੁੰਦਨ ਸਿੰਘ ਨੇ ਫ੍ਰੀ ਆਫ ਕਾਸਟ ਸੰਗਤ ਦੇ ਹਵਾਲੇ ਕੀਤੇ, ਵੀ ਆਪਣੇ ਬੱਚੇ ਪੜ੍ਹਾ ਲਓ ਇੱਥੇ। ਟੀਚਰਾਂ ਨੂੰ ਫੀਸਾਂ, ਹੁਣ ਤੱਕ ਉਹ ਸਕੂਲ ਚੱਲ ਰਹੇ ਆ। ਬਾਬਾ ਈਸ਼ਰ ਸਿੰਘ ਜੀ ਚੈਰੀਟੇਬਲ ਟਰੱਸਟ ਦੇ ਅਧੀਨ ਜਿਹੜੇ ਆ, ਉਹ ਸਕੂਲ ਹਜੇ ਵੀ 5 ਚੱਲ ਰਹੇ, ਹੁਣ ਤਾਂ ਜ਼ਿਆਦਾ ਹੋ ਗਏ, ਬਲਕਿ 7-8 ਹੋ ਗਏ ਆ ਹੁਣ ਤਾਂ। ਤੇ ਉਹ ਉੱਥੇ ਗਰੀਬ ਬੱਚੇ, ਗੁਰਸਿੱਖ ਬੱਚੇ, ਕੋਈ ਵੀ ਆ ਸਕਦਾ, ਉਹਨਾਂ ਨੂੰ ਫ੍ਰੀ ਉੱਥੇ ਪੜ੍ਹਾਈ ਜਾਂਦੀ ਆ। ਤੇ ਇਹ ਮਹਾਂਪੁਰਖਾਂ ਨੇ ਪਰਉਪਕਾਰ ਕੀਤੇ ਦੁਨੀਆ ਤੇ, ਕਈ ਗਰੀਬਾਂ ਦੇ ਘਰ ਬਣਾ ਕੇ ਦਿੱਤੇ, ਕਈਆਂ ਦੇ ਆਨੰਦ ਕਾਰਜ ਕਰਵਾਏ, ਕਈਆਂ ਨੂੰ ਮਹੀਨੇ ਮਹੀਨੇ ਦਾ ਰਾਸ਼ਨ ਬਾਬਾ ਜੀ ਗਰੀਬਾਂ ਨੂੰ ਭੇਜਦੇ ਰਹੇ, ਟਰੱਕ ਭਰ ਇੱਧਰ ਛੱਡਿਆਓ, ਇੱਧਰ ਛੱਡਿਆਓ। ਜੇ ਕੋਈ ਵਿਪਤਾ ਬਣਦੀ, ਆਪਦਾ ਆਉਂਦੀ ਕਿਤੇ ਵੀ ਦੁਨੀਆ ਤੇ, ਸੰਸਾਰ ਤੇ ਮਹਾਂਪੁਰਖ ਪਹਿਲ ਕਦਮੀ ਕਰਦੇ ਵੀ ਆਪਾਂ ਉੱਥੇ ਆਹ ਸੇਵਾ ਕਰਨੀ ਆ, ਆਹ ਕਰਨੀ ਆ, ਆਹ ਕਰਨੀ ਆ। ਤੇ ਇਸ ਤਰ੍ਹਾਂ ਉਹਨਾਂ ਨੇ ਪਰਉਪਕਾਰ ਕੀਤੇ ਆ ਮਹਾਰਾਜ, ਉਹਨਾਂ ਵਰਗਾ ਤਾਂ ਅੱਜ ਦੇ ਸਮੇਂ 'ਚ ਲੱਭਣਾ ਹੀ ਔਖਾ ਆ। ਵਾਹਿਗੁਰੂ। ਹਾਂਜੀ, ਹੋਰ ਮਹਾਰਾਜ ਹੁਕਮ ਕਰੋ। ਹਾਂਜੀ ਬਾਬਾ ਜੀ, ਇੱਕ ਬਾਬਾ ਜੀ ਤੁਸੀਂ ਜਿੱਦਾਂ ਹੁਣੀ ਮਰਿਆਦਾ ਤੁਹਾਡੇ ਦੱਸੀ ਸੀ ਨਾਨਸਰ, ਵੀ ਸਭ ਤੋਂ ਪਹਿਲਾਂ ਆਪਾਂ ਜਿਹੜਾ ਅੰਮ੍ਰਿਤ ਵੇਲੇ ਬਾਣੀ ਆਪਾਂ ਸੁਖਮਨੀ ਸਾਹਿਬ ਜੀ ਦੀ ਹਨਾ ਪੜ੍ਹਦੇ ਹੈਗੇ ਨਾ ਜੀ, ਹਾਂ, ਤੇ ਉਹਦਾ ਬਾਬਾ ਜੀ ਵੀ ਉਹਦਾ ਮਹੱਤਵ ਥੋੜਾ ਦੱਸਿਓ ਜੀ, ਵੀ ਆਪਾਂ ਵੀ ਪਹਿਲੀ ਬਾਣੀ ਆਪਾਂ ਉਹ ਨਾਨਸਰ ਵਿੱਚ ਕੀ ਮਹੱਤਵ ਹੈ ਸੁਖਮਨੀ ਸਾਹਿਬ ਜੀ ਦਾ? ਦੇਖੋ ਜਿਹੜਾ ਨਿਤਨੇਮ ਹੈ ਨਾ, ਨਿਤਨੇਮ ਤਾਂ ਆਪਾਂ ਆਪਦਾ ਕਰ ਹੀ ਜਾਣਾ ਪਹਿਲਾਂ, ਉਹ ਤਾਂ 40-45 ਮਿੰਟਾਂ 'ਚ ਹੋ ਹੀ ਜਾਂਦਾ ਤਕਰੀਬਨ। ਹਾਂਜੀ। ਪਾਠੀ ਸਿੰਘ ਨੇ ਆਪਦਾ ਨਿਤਨੇਮ ਕਰਕੇ ਫਿਰ ਸਪੀਕਰ ਔਨ ਕਰਕੇ ਸੁਖਮਨੀ ਸਾਹਿਬ ਦਾ ਪਾਠ ਕਰਨਾ। ਹੁਣ ਸੁਖਮਨੀ ਸਾਹਿਬ ਦਾ ਮਹਾਤਮ ਇਹ ਹੈ ਵੀ ਸੁਖਮਨੀ ਸਾਹਿਬ ਜਦੋਂ ਸ਼ੁਰੂ ਹੋਊਗਾ ਤੇ 24 ਅਸ਼ਟਪਦੀਆਂ ਤੇ 24 ਘੰਟੇ ਹੈਗੇ ਆ ਸਾਡੇ ਕੋਲ,
ਤੇ 24 ਅਸ਼ਟਪਦੀਆਂ ਦੇ ਵਿੱਚ 24,000 ਅੱਖਰ ਹੈ ਤੇ 24,000 ਹੀ ਸਵਾਸ ਬੰਦਾ ਲੈਂਦਾ ਆ। ਠੀਕ ਹੈ ਜੀ। ਜੀ ਤੇ 24,000 ਅੱਖਰ, 24,000 ਸਵਾਸ, 24 ਘੰਟੇ, 24 ਅਸ਼ਟਪਦੀਆਂ ਤੇ ਕੱਲੀ ਕੱਲੀ ਅਸ਼ਟਪਦੀ, ਕੱਲਾ ਕੱਲਾ ਅੱਖਰ ਇੱਕ ਇੱਕ ਸਾਹ ਨੂੰ ਸਫਲਾ ਕਰਨ ਵਾਲੀ ਬਾਣੀ ਆ। ਤੇ ਜੇ ਇੱਕ ਪਾਠ ਸੁਖਮਨੀ ਸਾਹਿਬ ਦਾ ਹੋ ਜੇ ਤੇ 24 ਘੰਟੇ ਸਮਝ ਲਓ ਤੁਹਾਡੇ ਸਵਾਸ ਜਿਹੜੇ ਆ ਉਹ ਇੱਕ ਤਾਂ ਲੇਖੇ ਲੱਗ ਕੇ ਸਮਝ ਲਓ ਅੰਮ੍ਰਿਤ ਵੇਲੇ। ਤੇ ਸੁਖਮਨੀ ਸਾਹਿਬ ਸੁੱਖਾਂ ਦੀ ਮਣੀ ਹੈ, ਇਹਨੇ ਸੁੱਖ ਦੇਣਾ ਆ। ਲੰਮੀ ਬਾਣੀ ਆ 24 ਅਸ਼ਟਪਦੀਆਂ ਦੀ, 1.5 ਘੰਟਾ ਤਕਰੀਬਨ ਲੱਗ ਜਾਂਦਾ ਪੜ੍ਹਦਿਆਂ ਪਾਠੀ ਸਿੰਘ ਨੂੰ। ਤੇ ਇਹੀ ਕਹਿ ਸਕਦੇ ਹਾਂ ਆਪਾਂ, ਗੁਰਬਾਣੀ ਸੁੱਖ ਹੀ ਦਿੰਦੀ ਹੈ ਮਹਾਰਾਜ, ਹਨਾ। ਹਾਂਜੀ ਬਾਬਾ ਜੀ। ਹਾਂਜੀ। ਇੱਕ ਬਾਬਾ ਜੀ ਜਿੱਦਾਂ ਤੁਸੀਂ ਦੱਸਿਆ ਕਿ ਵੀ ਜਿੱਦਾਂ ਜਦੋਂ ਆਪਾਂ ਤੁਸੀਂ ਭੋਗ ਲਾਉਂਦੇ ਆ ਨਾ, ਆਪਾਂ ਵੀ ਜਿੱਦਾਂ ਮਹਾਰਾਜ ਦਾ ਪਰਦਾ ਅੱਗੇ ਕਰਦੇ ਹੈਗੇ ਹਨਾ ਜੀ, ਹਾਂਜੀ ਜਿੱਦਾਂ ਮਹਾਰਾਜ ਬਿਰਾਜਮਾਨ ਹੁੰਦੇ ਨੇ। ਤੇ ਬਾਬਾ ਜੀ ਉਹਦਾ ਥੋੜਾ ਦੱਸਿਆ ਵੀ ਆਪਾਂ ਪਰਦਾ ਦਾ ਕੀ ਮਹੱਤਵ ਵੀ, ਪਰਦਾ ਕਰ। ਪੜ੍ਹਦੇ ਦਾ ਇਹ ਹੈ, ਦੇਖੋ ਹੁਣ ਜਿਵੇਂ ਆਪਾਂ ਦੋਵੇਂ ਇਕੱਠੇ ਹੋਈਏ ਮੰਨ ਲਓ, ਹਨਾ। ਹਾਂਜੀ। ਸਤਿਗੁਰੂ ਜੀ ਸਿੱਖਾਂ ਨਾਲੋਂ ਮਹਾਨ ਹੈ ਨਾ। ਠੀਕ ਹੈ, ਪਹਿਲਾਂ ਉਹਨਾਂ ਨੇ ਸਿੱਖੀ ਕਮਾਈ, ਪਰ ਬਣੇ ਤਾਂ ਸਾਡੇ ਸਤਿਗੁਰੂ ਹੈ ਨਾ। ਫਿਰ ਸਿੱਖਾਂ ਦਾ ਫਰਜ਼ ਹੈ ਸਤਿਗੁਰੂ ਨੂੰ ਵਿਸ਼ੇਸ਼ ਸਨਮਾਨ। ਜੇ ਆ ਝੂਠੇ ਜਿਹੇ ਲੀਡਰ ਮੋਦੀ ਵਰਗਿਆਂ ਨੂੰ ਇੰਨੀ ਸਿਕਿਉਰਿਟੀ ਤੇ ਇੰਨੀ ਸੇਫਟੀ ਹੈ, ਤੇ ਸਾਡੇ ਤਾਂ ਸਤਿਗੁਰੂ ਹੈ, ਗਿਆਨ ਦਾ ਸੋਮਾ ਆ, ਹਾਜ਼ਰ ਨਾਜ਼ਰ ਨੇ। ਸਤਿਗੁਰੂ ਜਾਗਤਾ ਹੈ ਦੇਵ। ਤੇ ਜਦੋਂ ਮਹਾਰਾਜ ਨੂੰ ਪ੍ਰਸ਼ਾਦਾ ਛਕਾਉਣਾ ਹੈ, ਉਦੋਂ ਪੜਦੇ ਦਾ ਮਤਲਬ ਇਹ ਹੈ ਵੀ ਇਕਾਂਤ ਵਿੱਚ ਸਤਿਗੁਰੂ ਭੋਗ ਲਾਉਣ, ਆਪਦਾ ਛਕਣ। ਠੀਕ ਹੈ। ਜਿਹੜੇ ਨੇ ਭੋਗ ਲਵਾਉਣ ਜਾਣਾ ਉਹਨੇ ਵੀ ਬਾਹਰ ਆ ਜਾਣਾ, ਥਾਲ ਰੱਖ ਕੇ ਨਾ, ਅਰਦਾਸ ਕਰਕੇ। ਤੇ ਇਸ ਤਰ੍ਹਾਂ ਗੁਰੂ ਸਾਹਿਬ ਨੂੰ ਇਕਾਂਤ ਵਿੱਚ ਵੀ ਜਿੰਨਾ ਉਹਨਾਂ ਦੀ ਮੌਜ ਹੈ ਛਕਣ ਦੀ, ਜਿਵੇਂ ਉਹਨਾਂ ਦੀ ਮੌਜ ਹੈ, ਇਹ ਅੱਗੇ ਗੁਰੂ ਸਾਹਿਬ ਜਾਣਨ, ਹਨਾ। ਹਾਂਜੀ। ਪਰ ਸਿੱਖ ਦੀ ਜਿਹੜੀ ਡਿਊਟੀ ਆ ਉਹ ਇਹ ਹੈ। ਤਾਂ ਇਸ ਕਰਕੇ ਪੜਦਾ, ਫਿਰ ਦਿਨੇ ਵੀ ਪੜਦਾ ਤਾਂ ਰਹਿੰਦਾ, ਸ਼ਾਮ ਨੂੰ 4 ਵਜੇ ਖੁੱਲਦਾ, ਸਵੇਰੇ 7 ਵਜੇ ਸਮਾਪਤੀ ਤੋਂ ਬਾਅਦ ਪੜਦਾ ਹੋ ਜਾਂਦਾ। ਵੀ ਐ ਨਹੀਂ ਵੀ, ਦੇਖੋ ਵਿਸ਼ੇਸ਼ਤਾ ਜਿਵੇਂ ਸਿੱਖ ਦਾ ਦਿਲ ਕਰੂਗਾ 9 ਵਜੇ ਉੱਠਿਆ ਤੇ ਚੱਲ 9:30 ਤੱਕ ਨਹਾ ਕੇ ਤੇ 10 ਵਜੇ ਮੱਥਾ ਟੇਕ ਆਵਾਂਗੇ, ਗੁਰਦੁਆਰਾ ਤਾਂ ਖੁੱਲ੍ਹਾ ਹੀ ਹੈ। ਹੁਣ ਗੁਰੂ ਸਾਹਿਬ ਤਾਂ ਇਕੱਲੇ ਬੈਠੇ ਨੇ ਦੀਵਾਨ 'ਚ, ਕੋਈ ਚੌਰ ਸਾਹਿਬ ਨਹੀਂ ਕਰਨ ਵਾਲਾ, ਵੱਡਾ ਹਾਲ ਹੈ, ਖੁੱਲ੍ਹੇ ਵਿੱਚ ਗੁਰੂ ਸਾਹਿਬ ਬੈਠੇ ਆ, ਉਵੇਂ ਹੀ ਪ੍ਰਕਾਸ਼ ਕੀਤੇ ਹੋਏ ਆ। ਠੀਕ ਹੈ, ਸਤਿਕਾਰ ਕਰਦੇ ਹਾਂ ਆਪਾਂ ਗੁਰੂ ਘਰਾਂ 'ਚ, ਪਰ ਉਹ ਤਾਂ ਸਾਡੀ ਮਰਜ਼ੀ ਹੋਈ ਨਾ, ਅਸੀਂ ਆਪਦੀ ਮਰਜ਼ੀ ਨਾਲ ਜਦੋਂ ਮਰਜ਼ੀ ਜਾ ਸਕਦੇ ਹਾਂ। ਸਤਿਗੁਰੂ ਜੀ ਦੀ ਟਾਈਮਿੰਗ ਅਨੁਸਾਰ, ਸਤਿਗੁਰੂ ਜੀ ਦੀ ਮਰਜ਼ੀ ਨਾਲ ਤਾਂ ਨਹੀਂ ਨਾ। ਇਹਦਾ ਮਤਲਬ ਜਦੋਂ ਸਾਡਾ ਦਿਲ ਕਰੂ ਅਸੀਂ ਜਾਵਾਂਗੇ। ਗੁਰੂ ਸਾਹਿਬ ਸਾਡੇ ਨੌਕਰ ਹੈ ਜੋ ਬੈਠੇ ਰਹਿਣਗੇ, ਡੀਕਣਗੇ 24 ਘੰਟੇ ਸਾਰੀ ਦਿਹਾੜੀ। ਠੀਕ ਹੈ, ਜਾਂ ਤਾਂ ਉੱਥੇ ਕੀਰਤਨ ਚੱਲੀ ਜਾਵੇ 24 ਘੰਟੇ, ਫਿਰ ਤਾਂ ਗੱਲ ਹੈ ਵੀ ਸੰਗਤ ਆ ਰਹੀ ਹੈ, ਦਰਸ਼ਨ ਕਰਕੇ ਜਾ ਰਹੀ ਹੈ। ਤੇ ਜਦੋਂ ਉੱਥੇ ਕੀਰਤਨ ਨਹੀਂ ਹੋਣਾ, ਗੁਰੂ ਸਾਹਿਬ ਇਕੱਲੇ ਹੀ ਸਾਰਾ ਦਿਨ ਪ੍ਰਕਾਸ਼ ਆ, ਉਹਦਾ ਤਾਂ ਕੋਈ ਮੈਨਰ ਬਣਦਾ ਹੀ ਨਹੀਂ, ਕੋਈ ਮੀਨ, ਉਹਦਾ ਤਾਂ ਕੋਈ ਚੰਗੀ ਗੱਲ ਥੋੜ੍ਹਾ ਵੀ ਗੁਰੂ ਸਾਹਿਬ ਸਾਰਾ ਦਿਨ ਤੁਸੀਂ ਪ੍ਰਕਾਸ਼ ਕਰਕੇ ਆਪ ਤੁਸੀਂ ਨਿਕਲ ਗਏ ਤੇ ਸ਼ਾਮ ਨੂੰ ਆ ਗਏ ਤੇ ਗੁਰੂ ਸਾਹਿਬ ਪ੍ਰਕਾਸ਼ ਹੈ। ਫਿਰ ਕਾਹਦੇ ਹਾਜ਼ਰ ਨਾਜ਼ਰ ਮੰਨੇ ਤੁਸੀਂ? ਫਿਰ ਤਾਂ ਮਾਫ਼ ਕਰਿਓ, ਖੁੱਲੀ ਜੀ ਗੱਲ ਕਵੇ ਦਾਸ, ਫਿਰ ਤਾਂ ਇੱਕ ਗ੍ਰੰਥੀ ਮੰਨਿਆ, ਗੁਰੂ ਨਹੀਂ ਮੰਨਿਆ। ਸਿੱਖ ਨੇ ਗ੍ਰੰਥ ਨੂੰ ਗੁਰੂ ਮੰਨਣਾ, ਨਾ ਕਿ ਗੁਰੂ ਨੂੰ ਗ੍ਰੰਥ ਮੰਨਣਾ ਕੇਵਲ। ਤਾਂ ਇਹ ਭਾਵਨਾ ਹੈ ਮਹਾਰਾਜ ਜੀ। ਕਿਰਪਾ ਜੀ ਬਾਬਾ ਜੀ। ਹਾਂਜੀ, ਇਹ ਗੁਰੂ ਸਾਹਿਬ ਦਾ ਟਾਈਮ ਹੈ। ਜਿਵੇਂ ਰਾਜੇ ਮਹਾਰਾਜੇ ਦਾ ਸਮਾਂ ਹੁੰਦਾ ਵੀ ਸ਼ਾਮ ਨੂੰ 4 ਵਜੇ ਦਰਬਾਰ ਸਜਣਾ, ਰਜੋਈਆਂ ਲੈ ਕੇ ਆਉਂਦੇ ਆ ਲੋਕ। ਤਾਂ ਇਸ ਤਰ੍ਹਾਂ ਗੁਰੂ ਸਾਹਿਬ ਦਾ ਟਾਈਮ ਹੈ ਇੱਥੇ ਨਾਨਕਸਰ ਦੇ ਵਿੱਚ। ਇਹ ਮਰਿਆਦਾ ਹੈ ਵੀ ਮਹਾਰਾਜ ਏਦਾਂ ਨਹੀਂ ਵੀ ਸਾਰੀ ਦਿਹਾੜੀ ਬੈਠੇ ਰਹਿਣਗੇ। ਅਸੀਂ ਨੌਕਰ ਹਾਂ ਸਤਿਗੁਰੂ ਦੇ, ਸਤਿਗੁਰੂ ਸਾਡੇ ਨੌਕਰ ਨਹੀਂ ਹੈ। ਜੇ ਤਾਂ ਹਾਜ਼ਰ ਨਾਜ਼ਰ ਮੰਨਦੇ ਆ, ਕਈ ਜਿੱਦਾਂ ਵਾਲੇ ਹੁੰਦੇ ਆ ਨਾ, ਉਹ ਤਾਂ ਕਹਿੰਦੇ ਵੀ ਇਹ ਤਾਂ ਪਖੰਡ ਹੈ ਜੀ, ਫਲਾਨਾ ਢੀਂਗੜਾ। ਉਹ ਭਾਈ ਤੁਸੀਂ ਨਹੀਂ ਮੰਨਣਾ, ਨਾ ਮੰਨੋ। ਜਿਹੜੇ ਮੰਨਦੇ ਆ ਉਹ ਤਾਂ ਮੰਨਦੇ ਹੀ ਏਦਾਂ ਰਹਿਣਗੇ, ਹਨਾ। ਤੇ ਜੇ ਉਹਨਾਂ ਨੂੰ ਏਦਾਂ ਮੰਨ ਕੇ ਜੇ ਸੇਵ ਕੇ ਆਨੰਦ ਮਿਲਦਾ, ਸਕੂਨ ਮਿਲਦਾ, ਤੇ ਫਿਰ ਉਹਨਾਂ ਨੂੰ ਮੰਨਣ ਦਿਓ। ਤੁਹਾਡਾ ਕੀ ਉਹ ਵਿਗਾੜਦੇ ਆ? ਤਾਂ ਇਹ ਬੇਨਤੀ ਹੈ ਮਹਾਰਾਜ, ਹੋਰ ਹੁਕਮ ਕਰੋ। ਬਾਬਾ ਜੀ ਹੁਣ ਜਿੱਦਾਂ ਤੁਸੀਂ ਦੱਸਿਆ ਨਾ ਵੀ ਕਈ ਜਿੱਦਾਂ ਕਰਦੇ ਹੈਗੇ ਨੇ, ਵੀ ਕਹਿੰਦੇ ਨੇ ਤਰਕ ਕਰਦੇ ਹੈਗੇ ਨੇ ਬਾਬਾ ਜੀ, ਜਿੱਦਾਂ ਕਈ ਹੈਗੇ ਨੇ ਨਾ, ਜਦ ਤੁਹਾਨੂੰ ਜਿੱਦਾਂ ਕਈ ਤੁਹਾਡੇ ਜਿੱਦਾਂ ਪ੍ਰਚਾਰ ਨੂੰ ਨਹੀਂ ਠੀਕ ਮੰਨਦੇ ਹੈਗੇ। ਕਈ ਜਿੱਦਾਂ ਇੰਟਰਵਿਊ ਬਾਬਾ ਜੀ ਤੁਹਾਡੀ ਦੇਖੀ ਦੀਆਂ ਨੇ, ਬੜੀਆਂ ਨਾ ਵਾਇਰਲ ਹੁੰਦੀਆਂ ਨੇ ਕਈ ਵੀਡੀਓ ਨਾ, ਤੇ ਉਹ ਕੀ ਕਰਦੇ ਛੋਟੀ ਛੋਟੀ ਕਲਿੱਪ ਬਾਬਾ ਜੀ ਪਾ ਕੇ ਨਾ ਜੋਕ ਵਾਂਗੂ ਇੱਕ ਬਣਾ ਦਿੰਦੇ ਹੈਗੇ ਨੇ, ਹਨਾ ਜੀ। ਤੇ ਤੁਸੀਂ ਉਹਦੇ ਬਾਰੇ ਬਾਬਾ ਜੀ ਕੋਈ ਦੱਸੋ ਵੀ ਏਦਾਂ ਇਹ ਏਦਾਂ ਕਾਹਤੋਂ ਕਰਦੇ ਹੈਗੇ ਨੇ? ਜਿੱਦਾਂ ਇਹ ਕਈ ਦੇਖੀਆਂ ਨੇ ਵੀਡੀਓ ਏਦਾਂ ਦੀਆਂ ਜਿਹੜੀਆਂ ਪੂਰੀ ਗੱਲ ਦੱਸਦੇ ਨਹੀਂ, ਥੋੜੀ ਜਿਹੀ ਜਿਹੜੀ ਹਾਸੇ ਜਿਹੀ ਵਾਲੀ ਗੱਲ ਹੁੰਦੀ ਉਹ ਏਦਾਂ ਪਾ ਦਿੰਦੇ ਨੇ ਜੀ।
ਬਿਲਕੁਲ ਬਿਲਕੁਲ ਬਿਲਕੁਲ। ਹੁਣ ਇੱਕ ਇੰਟਰਵਿਊ ਸੀ ਜਿਹ 'ਚ ਦਾਸ ਕਹਿ ਰਿਹਾ ਸੀਗਾ, ਜਿਵੇਂ ਉਹ ਗੱਲ ਉਨੀ ਕੁ ਕੱਟ ਲਈ ਵੀ 20 ਵਾਰੀ ਮੀਂਹ ਪਵਾਇਆ 20 ਵਾਰੀ ਹਟਾਇਆ। ਉਹ ਤਾਂ ਮੈਂ ਗੱਲ ਆਪਦੇ ਲਈ ਕੀਤੀ ਨਹੀਂ ਉੱਥੇ, ਤਾਂ ਉਹ ਪੂਰੀ ਇੰਟਰਵਿਊ ਤਾਂ ਲੋਕਾਂ ਨੇ ਸੁਣੀ ਨਹੀਂ, ਬਸ ਉਨੀ ਕੁ ਕੱਟ ਕੇ ਚੱਕਤੀ ਵੀ ਇਹ ਤਾਂ ਫਿਰ ਕਹਿਤਾ ਆ ਦੇਖੋ ਮੀਂਹ ਪਵਾਉਂਦਾ ਬਾਬਾ ਫਲਾਣਾ ਢਿੰਗੜਾ। ਉੱਥੇ ਮੇਰਾ ਭਾਵ ਤਾਂ ਸਮਝੋ ਵੀ ਜਦੋਂ ਸਿੱਖ ਅਰਦਾਸ ਕਰਦਾ, ਸੰਗਤ ਇਕੱਠੀ ਹੁੰਦੀ ਹੈ, ਗੁਰੂ ਸਾਹਿਬ ਮੂਹਰੇ ਤਰਲਾ ਕਰਦਾ, ਬੇਨਤੀ ਕਰਦਾ, ਤੇ ਮਹਾਰਾਜ ਚਾਹੁਣ ਤੇ ਸਭ ਕੁਝ ਕਰਾ ਸਕਦੇ। ਉਹ ਅਕਾਲ ਪੁਰਖ ਹੈ, ਠੀਕ ਹੈ ਨਾ। ਉਹਦੇ ਹੁਕਮ ਦੀ ਸਾਰੀਆਂ ਸ਼ਕਤੀਆਂ, ਆਹ ਮੀਂਹ ਬੱਦਲ ਹਵਾਵਾਂ, ਇਹ ਸਭ ਉਹਦੇ ਭੈ ਵਿੱਚ ਹੈ। ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਇਹ ਸਭ ਉਹਦੇ ਭੈ ਵਿੱਚ ਹੈ, ਠੀਕ ਹੈ। ਤੇ ਉਹ ਭਾਵ ਬਸ ਗੱਲ ਪਤਾ ਕੀ ਹੁੰਦੀ ਹੈ, ਕਈ ਐਂਟੀ ਬੰਦੇ ਹੁੰਦੇ ਜਿਨ੍ਹਾਂ ਨੂੰ ਇਹ ਹੁੰਦਾ ਵੀ, ਕਈਆਂ ਦਾ ਹੁੰਦਾ ਨਾ ਸਾਡੇ ਭਾਈ ਸਾਹਿਬ ਸਾਡਾ ਪ੍ਰਚਾਰਕ ਸਿਰੇ ਦਾ, ਇਹ ਕੌਣ ਹੈ, ਇਹ ਫਲਾਨਾ ਹੈ। ਫਿਰ ਉਹ ਕਹਿੰਦੇ ਇਹਦੀ ਭੰਡੀ ਕਰੋ, ਇਹਨੂੰ ਇੱਕ ਜੋਕ ਵਾਂਗੂ ਜੋਨੀ ਨੂੰ ਏਦਾਂ ਪੇਸ਼ ਕਰ ਦਿਓ ਵੀ ਜਿਵੇਂ ਇੱਕ ਮਖੌਲ ਦਾ ਪਾਤਰ ਹੈ, ਮਜ਼ਾਕ ਦਾ ਪਾਤਰ ਹੈ। ਸਾਰੀ ਗੱਲ, ਸਾਰੀ ਵਿਚਾਰ ਨਹੀਂ ਸੁਣਦੇ। ਬਾਕੀ ਮੈਂ ਇੱਕ ਹੋਰ ਬੇਨਤੀ ਕਰਾਂ ਸਮੁੱਚੇ ਤੌਰ ਤੇ, ਵੀ ਹਾਂਜੀ ਮੈਂ ਹਾਂਜੀ ਇੰਟਰਵਿਊਆਂ ਦਾ ਤਾਂ ਖਹਿੜਾ ਹੀ ਛੱਡਤਾ, ਠੀਕ ਹੈ, ਕਿੰਤੂ ਪਰੰਤੂ ਮੈਂ ਕਿਸੇ ਤੇ ਨਹੀਂ ਕਰਨਾ। ਮੈਂ ਸਭ ਨੂੰ ਕਿਹਾ ਹੋਇਆ ਵੀ ਜੋ ਕਰਦਾ ਉਹਦੀ ਮਰਜ਼ੀ ਆ, ਪਰਮੇਸ਼ਰ ਬੈਠਾ ਆ, ਉਹ ਨਿਆਂ ਕਰੂਗਾ, ਠੀਕ ਹੈ। ਅਸੀਂ ਕਿਉਂ ਲੱਤ ਅਡਾਈਏ ਉਸ ਪਰਮੇਸ਼ਰ ਦੇ ਭਾਣੇ ਵਿੱਚ, ਜਿਹੜਾ ਕਰੂਗਾ ਸੋ ਭਰੂਗਾ। ਹੁਣ ਮੈਂ ਤਾਂ ਕਰਕੇ ਖਹਿੜਾ ਹੀ ਛੱਡਤਾ, ਕਿਉਂਕਿ ਇਹ ਚੀਜ਼ਾਂ ਦੀ ਐਲਰਜੀ ਹੁੰਦੀ ਸੀ। ਸਭ ਨੂੰ ਪਤਾ ਹੈ ਵੀ ਮੇਰੇ ਨਾਲ ਜ਼ਿਆਦਾ ਐਲਰਜੀ ਕਿਹਨੂੰ ਸੀ, ਤੇ ਉਹਨਾਂ ਦੇ ਜਿਹੜੇ ਚੇਲੇ ਚਾਟੜੇ ਆ ਉਹ ਕੱਟ ਪਾਉਂਦੇ ਸੀਗੇ, ਤੇ ਉਹ ਹਾਂਜੀ ਤਾਂ ਹੁਣ ਉਹ ਇੰਟਰਵਿਊ ਵੀ ਬੰਦ ਹੋ ਗਈਆਂ, ਠੀਕ ਹੈ। ਹਾਂਜੀ ਤੇ ਹੁਣ ਜਿਹੜੀਆਂ ਕੋਈ ਗੱਲਾਂ ਬਾਤਾਂ ਇੰਟਰਵਿਊ ਆਉਂਦੀਆਂ, ਉਹਦੇ ਵਿੱਚ ਇਹ ਇੱਧਰ ਦੀ ਗੱਲ ਹੁੰਦੀ ਹੈ, ਕੋਈ ਸਮਾਜ ਦੀ ਗੱਲ ਹੁੰਦੀ ਹੈ, ਕਿਸੇ ਪ੍ਰਚਾਰਕ ਦੀ ਜਾਂ ਕਿਸੇ ਹੋਰ ਬੁਲਾਰੇ ਤੇ ਮੈਂ ਕਦੇ ਕਟਾਕਸ਼ ਨਹੀਂ ਕੀਤੀ। ਉਹ ਖਹਿੜਾ ਛੱਡਤਾ, ਉਹ ਪਿਛਲੇ ਸਾਲਾਂ 'ਚ ਚੱਲੀਆਂ ਗਈਆਂ ਗੱਲਾਂ ਜਿਹੜੀਆਂ ਚੱਲੀਆਂ ਗਈਆਂ। ਪਰ ਹਾਂਜੀ ਲੋਕਾਂ ਨੂੰ ਚਾਹੀਦਾ ਆ ਵੀ ਦੇਖੋ, ਮੇਰੀ ਇਕੱਲੇ ਦੀ ਗੱਲ ਨਹੀਂ, ਪਰ ਮੈਂ ਸਮੁੱਚੀ ਗੱਲ ਕਰੂੰਗਾ। ਜਿਸ ਕੌਮ ਦੇ ਵਿੱਚ ਪ੍ਰਚਾਰਕਾਂ ਤੇ ਮਜ਼ਾਕ ਬਣਾਉਣਗੇ ਨਾ ਲੋਕ, ਪ੍ਰਚਾਰਕਾਂ ਤੇ, ਗ੍ਰੰਥੀਆਂ ਦਾ, ਪਾਠੀਆਂ ਦਾ, ਰਾਗੀਆਂ ਦਾ, ਫਿਰ ਉਹ ਕੌਮ ਦੇ ਵਿੱਚ ਕਦੇ ਤਰੱਕੀ ਨਹੀਂ ਹੁੰਦੀ ਉਸ ਕੌਮ ਦੀ, ਠੀਕ ਹੈ। ਕਿਉਂਕਿ ਇਹ ਜਿਹੜੇ ਪ੍ਰਚਾਰਕ ਹੈ ਜਾਂ ਗੁਰੂ ਦੇ ਪਿਆਰੇ ਆ, ਸਾਨੂੰ ਗੁਰਬਾਣੀ ਦੀ ਗੱਲ ਸੁਣਾਉਂਦੇ ਆ, ਕੀਰਤਨ ਸੁਣਾਉਂਦੇ ਆ, ਉਹ ਸਾਡੇ ਲਈ ਤਾਂ ਮਹਾਨ ਹੀ ਆ। ਹਾਂਜੀ ਹਾਂ, ਜਿਵੇਂ ਆਖਿਆ ਨਾ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀਰ। ਨਾ ਮੈਨੂੰ ਕਿਸੇ ਨੇ, ਕੋਈ ਆਪਦੇ ਭਰਾ ਦਾ ਏਦਾਂ ਮਜ਼ਾਕ ਬਣਾਉਂਦਾ ਜਿੱਦਾਂ ਮੇਰਾ ਬਣਾਇਆ ਲੋਕਾਂ ਨੇ, ਕੋਈ ਆਪਣੀ ਭੈਣ ਦਾ ਮਜ਼ਾਕ, ਉਹਦੇ ਵੀਰ ਦਾ ਮਜ਼ਾਕ ਬਣਾਉਂਦਾ, ਤੇ ਸਤਿਗੁਰੂ ਕਹਿੰਦੇ ਆ ਜਿਹੜਾ ਮੈਨੂੰ ਮੇਰੇ ਹਰੀ ਦੀ ਰੱਬ ਦੀ ਗੱਲ ਸੁਣਾਉਂਦਾ ਮੇਰਾ ਭਰਾ ਆ, ਉਹ ਮੇਰਾ ਵੀਰ ਹੈ। ਤੇ ਮੈਨੂੰ ਕੀ ਸਮਝਿਆ ਮਜ਼ਾਕ ਬਣਾਉਣ ਵਾਲਿਆਂ ਨੇ, ਜੋਕਰ ਸਮਝਿਆ ਤੇ ਮਜ਼ਾਕ ਬਣਾਇਆ। ਉਹ ਸਿੱਖ ਨਹੀਂ ਹੋ ਸਕਦੇ, ਖਿਮਾ ਕਰਿਓ, ਉਹ ਸਿੱਖ ਨਹੀਂ ਹੈ। ਸਿੱਖ ਦੀ ਦੇਖੋ, ਸਿੱਖ ਇੱਕ ਪੰਕਤੀ ਤੇ ਆਪਾਂ ਅਮਲ ਕਰ ਲਈਏ ਨਾ, ਸਾਂਝ ਕਰੀਜੈ ਗੁਣੇ ਕੇਰੀ। ਤੁਸੀਂ ਜੋਨੀ ਚੋਂ ਗੁਣ ਲੈ ਲਓ ਜੇ ਕੋਈ ਮਿਲਦਾ, ਨਹੀਂ ਤਾਂ ਛੱਡ ਦਿਓ ਜੋਨੀ ਨੂੰ, ਛੇੜੋ ਹੀ ਨਾ, ਠੀਕ ਹੈ। ਤੇ ਸਾਂਝ ਕਰੀਜੈ ਗੁਣੇ ਕੇਰੀ, ਛੋੜ ਅਵਗੁਣ ਚੱਲੀਏ। ਹੁਣ ਲੋਕਾਂ ਨੇ ਕੀ ਕੀਤਾ, ਜਿਹੜੇ ਅੱਜ ਮੇਰੇ ਨਾਲ ਗੱਲ ਕਰਾਓ, ਜਿਹੜੇ ਮਜ਼ਾਕ ਬਣਾਉਂਦੇ ਆ ਵੀ ਤੂੰ ਸਿੱਖ ਹੈ ਭਾਈ, ਸਿੱਖ ਦੀ ਤਾਂ ਪਰਿਭਾਸ਼ਾ ਹੀ ਹੈ ਨਹੀਂ ਕਿਸੇ ਤੇ ਏਦਾਂ ਕਰਨ ਦਾ, ਮਜ਼ਾਕ ਬਣਾਉਣ ਦੀ, ਠੀਕ ਹੈ। ਜੇ ਤੈਨੂੰ ਕੋਈ ਤੱਤ ਵਾਲੀ ਗੱਲ ਲੱਗਦੀ ਹੈ ਤੂੰ ਲੈ ਲਾ ਵਿੱਚੋਂ, ਨਹੀਂ ਤਾਂ ਛੱਡ ਦੇ ਖਹਿੜਾ ਮੇਰਾ। ਪਰ ਨਹੀਂ, ਵਿਰੋਧੀ ਧਿਰਾਂ ਨੇ, ਉਹਨਾਂ ਲਈ ਮੈਂ ਵਿਰੋਧੀ ਹੋ ਗਿਆ, ਪਰ ਮੈਂ ਕਿਸੇ ਦਾ ਵਿਰੋਧ ਨਹੀਂ ਕੀਤਾ। ਉਹਨਾਂ ਲਈ ਮੈਂ ਇਹ ਕਾਰਨ ਬਣਿਆ, ਤੇ ਉਹਨਾਂ ਨੇ ਫਿਰ ਮੇਰੀ ਭੰਡੀ ਕੀਤੀ, ਮਜ਼ਾਕ ਬਣਾਇਆ। ਪਰ ਫਿਰ ਵੀ ਜੋਤ ਸਿੰਘ ਜੀ, ਗੁਰੂ ਸਾਹਿਬ ਦੇ ਦਰਬਾਰ ਮੂਹਰੇ ਮੈਂ ਬੈਠਾ ਆ। ਬਾਕੀ ਹੋਰ ਇੱਕ ਗੱਲ ਦੱਸਾਂ, ਖਿਮਾ ਕਰਿਓ, ਦੁਨੀਆ ਦੀ ਵਾਹ ਤੇ ਦੁਨੀਆ ਦੀ ਜਿਹੜੀ ਨਾਰਾਜ਼ਗੀ ਨੂੰ ਮੈਂ ਕੱਖ ਨਹੀਂ ਸਮਝਦਾ। ਨਾ ਮੈਨੂੰ ਦੁਨੀਆ ਦੀ ਵਾਹ ਦੀ ਭੁੱਖ ਆ, ਨਾ ਮੈਨੂੰ ਦੁਨੀਆ ਦੀ ਨਿੰਦਿਆ ਦੀ, ਬਦਨਾਮੀ ਦੀ ਕੋਈ ਮੈਨੂੰ ਗਮੀ ਹੈ ਵੀ ਮੈਨੂੰ ਇਹ ਕਹਿ ਰਹੇ ਆ, ਇਹ ਕਹਿ ਰਹੇ ਆ। ਇਹ ਚੀਜ਼ਾਂ ਹੁਣ ਥੱਲੇ ਰਹਿ ਗਈਆਂ। ਹੁਣ ਜਿਹੜਾ ਮਨ ਹੈ ਉਹ ਇੱਥੇ ਆ ਵੀ ਕੋਈ ਨਹੀਂ, ਇਹ ਚੱਲੀ ਜਾਣਾ। ਦੁਨੀਆ ਕਦੇ ਇੱਕ ਦੇ ਮਗਰ ਨਹੀਂ ਲੱਗੀ, ਕਦੇ ਇੱਕ ਦੀ ਨਹੀਂ ਹੋਈ। ਇੱਥੇ ਇਸ ਦੁਨੀਆ ਨੇ ਗੁਰੂ ਨਾਨਕ ਸਾਹਿਬ ਨੂੰ ਭੂਤ ਨਾ ਬਤਾਲਾ ਕੁਰਾਈਆ ਵੀ ਕਿਹਾ ਹੈ। ਆਪਾਂ ਕਿਹੜੇ ਬਾਗ ਦੀ ਮੂਲੀਆਂ। ਫਿਰ ਮਨ ਸਮਝ ਗਿਆ ਵੀ ਤੂੰ ਆਪਦਾ ਕਰਮ ਇਮਾਨਦਾਰੀ ਨਾਲ ਕਰੀ ਚੱਲ, ਕਥਾ ਕੀਰਤਨ ਦੀ ਡਿਊਟੀ ਜਿਹੜੀ ਰੱਬ ਨੇ ਲਾਈ ਹੈ ਕਰੀ ਚੱਲ, ਤੇ ਆਪਾਂ ਇਹਨਾਂ ਵੱਲ ਹੀ ਨਹੀਂ ਉਲਝਣਾ, ਨਾ ਇਹਨਾਂ ਵੱਲ ਵੇਖਣਾ ਆ। ਇਹ ਤਾਂ ਮਾਫ ਕਰਿਓ, ਮੇਰੇ ਲਈ
ਸਿੱਧੀ ਜੀ ਗੱਲ ਹੈ। ਮੇਰੇ ਲਈ ਤਾਂ ਇਹ ਮੇਰੀ ਰੂਬੀ ਵਰਗੇ ਆ ਵੀ ਠੀਕ ਹੈ ਵੀ ਆਪਦਾ ਭੌਂਕੀ ਜਾਣ ਦੇ, ਮੇਰਾ ਕੀ ਵਿਗਾੜਦੇ ਆ। ਜਿਹੜਾ ਕੋਈ ਮੂਹਰੇ ਆਊਗਾ ਉਹਨੂੰ ਦੇਖ ਲਾਂਗੇ, ਠੀਕ ਹੈ ਨਾ। ਪਿੱਠ ਪਿੱਛੇ ਬਿਲਕੁਲ। ਕਰੀ ਜਾਣ ਦੇ ਜਿਹੜੇ ਕਰਦੇ ਆ, ਜਿਹੜਾ ਕੋਈ ਮੂਹਰੇ ਆ ਕੇ ਕਰੂਗਾ ਫਿਰ ਉਹਦੇ ਨਾਲ ਦੇਖ ਲਾਂਗੇ ਦੋ ਹੱਥ, ਹਨਾ ਜੀ। ਹਾਂ 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 ਇਹੀ ਹੈ ਮਹਾਰਾਜ। ਹਾਂਜੀ ਠੀਕ ਆ ਬਾਬਾ ਜੀ। ਇੱਕ ਹੋਰ ਸਵਾਲ ਸੀ ਬਾਬਾ ਜੀ, ਜਿੱਦਾਂ ਥੋੜਾ ਜੀ, ਜਿੱਦਾਂ ਕਈ ਵਾਰ ਦੇਖਿਆ ਜਾਂਦਾ ਜਿੱਦਾਂ ਜਿਹੜੇ ਕਈ 10 ਗੁਰੂਆਂ ਦੇ ਸਰੂਪ ਜਿੱਦਾਂ ਕਈ ਦਰਬਾਰ ਵਿੱਚ ਹੁੰਦੇ ਨੇ ਨਾਨਕਸਰ ਦੇ ਗੁਰੂ ਘਰਾਂ ਦੇ ਵਿੱਚ, ਉਹਦਾ ਕੀ ਹੈ ਬਾਬਾ ਜੀ ਮਹੱਤਵ ਹੈਗਾ? ਕਿਵੇਂ ਕਿਵੇਂ ਜਿਵੇਂ ਇੱਥੇ ਜੀ ਮੇਰੇ ਖਿਆਲ 'ਚ ਤਾਂ ਲਿਖਿਆ ਵੀ ਸਰੂਪਾਂ ਦਾ, ਮੇਰੇ ਖਿਆਲ ਜਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਦਾਂ ਕਾਫੀ ਸਰੂਪ ਰੱਖੇ ਹੁੰਦੇ ਨੇ ਜੀ, ਜਾਂ ਅੱਛਾ ਫੋਟੋਆਂ ਦੀ ਗੱਲ ਕਰਦੇ ਨੇ ਜੀ। ਨਹੀਂ, ਇੱਕ ਮਿੰਟ ਬੇਨਤੀ ਸੁਣੋ। ਜਿਹੜੀਆਂ ਫੋਟੋਆਂ ਆ, ਅੱਜ ਸਾਰੀ ਦੁਨੀਆ ਫੋਟੋਆਂ ਵੇਖ ਰਹੀ ਹੈ। ਕਿਹਦੀਆਂ? ਇੱਕ ਦੂਜੇ ਦੀਆਂ, ਐਕਟਰਨੀਆਂ ਦੀਆਂ ਨਗਨ ਫੋਟੋਆਂ, ਹੋਰ ਫੋਟੋਆਂ ਚੰਗੀਆਂ ਮੰਦੀਆਂ, ਸਭ ਫੋਟੋਆਂ ਦੁਨੀਆ ਵੇਖਦੀ ਹੈ। ਉਹ ਤੋਂ ਸਾਨੂੰ ਸਿੱਖਿਆ ਕੀ ਮਿਲ ਰਹੀ ਹੈ? ਅਸੀਂ ਵਿਗੜ ਗਏ, ਅਸੀਂ ਚੋਰੀਆਂ ਯਾਰੀਆਂ ਡਕੈਤੀਆਂ ਤੇ ਮਾੜੇ ਕਰਮ ਕਰਨੇ ਸਿੱਖ ਗਏ ਇਹਨਾਂ ਫੋਟੋਆਂ ਤੋਂ। ਮੋਬਾਈਲਾਂ ਦੇ ਵਿੱਚ ਜਿਹੜੀਆਂ ਫੋਟੋਆਂ ਦੇਖਦੇ ਆ, ਜੇ ਆਪਾਂ ਗੁਰੂ ਸਾਹਿਬ ਦੀ ਫੋਟੋ ਵੇਖਾਂਗੇ ਨਾ, ਭਾਵੇਂ ਉਹ ਕਾਲਪਨਿਕ ਹੈ, ਭਾਵੇਂ ਉਹ ਝੂਠੀ ਫੋਟੋ ਹੀ ਮੰਨ ਲਓ, ਠੀਕ ਹੈ, ਪਰ ਉਹ ਤੋਂ ਸਾਡਾ ਜਿਹੜੀ ਸੇਧ ਮਿਲਦੀ ਆ ਉਹ ਤਾਂ ਦੇਖੋ ਕਿੰਨੀ ਚੰਗੀ ਹੈ। ਵੀ ਸਾਡੇ ਸਤਿਗੁਰੂ ਬਾਣੀ ਪੜ੍ਹ ਰਹੇ ਆ, ਸਾਡੇ ਸਤਿਗੁਰੂ ਇੱਥੇ ਚੌਂਕੜਾ ਲਾਈ ਬੈਠੇ ਆ, ਸਾਡੇ ਸਤਿਗੁਰੂ ਇੱਥੇ ਖੇਤੀ ਕਰ ਰਹੇ ਆ, ਸਾਡੇ ਸਤਿਗੁਰੂ ਇੱਥੇ ਅੰਮ੍ਰਿਤ ਦੀ ਦਾਤ ਬਖਸ਼ ਰਹੇ ਆ। ਭਾਵੇਂ ਕਾਲਪਨਿਕ ਹੀ ਨੇ, ਪਰ ਸਿੱਖ ਲਈ ਉਹਦੇ ਵਿੱਚੋਂ ਵੀ ਤੱਤ ਕੱਢਣਾ ਆਪਾਂ। ਸਾਂਝ ਗੁਣਾਂ ਦੀ ਹੈ ਨਾ, ਉਹਦੇ ਵਿੱਚੋਂ ਗੁਣ ਦੇਖੋ ਵੀ ਹਾਂ ਠੀਕ ਹੈ ਯਾਰ। ਨਾਲੇ ਫੋਟੋਆਂ ਕਿਸੇ ਦਾ ਨੁਕਸਾਨ ਤਾਂ ਕੁਛ ਕਰ ਹੀ ਨਹੀਂ ਰਹੀਆਂ ਮਹਾਰਾਜ, ਉਹ ਤਾਂ ਇੱਕ ਥਾਂ ਤੇ ਟਿਕੀਆਂ ਆ। ਬੰਦਾ ਜਿੰਨਾ ਨੁਕਸਾਨ ਕਰਦਾ, ਮੈਨੂੰ ਲੱਗਦਾ ਫੋਟੋਆਂ ਤਾਂ ਉਹਨਾਂ ਨੁਕਸਾਨ ਗੁਰੂ ਸਾਹਿਬ ਦੀਆਂ ਕਰਦੀਆਂ ਹੀ ਨਹੀਂ। ਬੰਦਾ ਤਾਂ ਗੁਰੂ ਸਾਹਿਬ ਦੀਆਂ ਫੋਟੋਆਂ ਤੇ ਵੀ ਕਿੰਤੂ ਕਰਦਾ। ਅੱਜ ਜਦੋਂ ਕੋਈ ਮਰ ਜਾਂਦਾ ਮੇਰੇ ਵਰਗਾ, ਉਹਦੀ ਫੋਟੋ ਮੂਹਰੇ ਲਾ ਕੇ ਫਿਰ ਕੀਰਤਨ ਸੋਹਲੇ ਪੜ੍ਹਦੇ ਆ, ਤੇ ਉਹ ਚੰਗੀਆਂ, ਤੇ ਗੁਰੂ ਸਾਹਿਬ ਦੀਆਂ ਤਸਵੀਰਾਂ ਇਹਨਾਂ ਨੂੰ ਲੜਦੀਆਂ ਆ, ਠੀਕ ਹੈ। ਹਾਂ, ਤੇ ਤਸਵੀਰਾਂ ਕੋਈ ਮਾੜੀਆਂ ਨਹੀਂ। ਜਿਹੜੀ ਤਸਵੀਰ, ਨਾਲੇ ਗੁਰੂ ਤੇਗ ਬਹਾਦਰ ਸਾਹਿਬ ਦਾ ਇਤਿਹਾਸ ਪੜ੍ਹੋ। ਮਹਾਰਾਜ ਨੇ ਆਪਦੇ ਹੱਥੀਂ ਚਿਹਰਾ ਬਣਾਇਆ ਉੱਥੇ ਬਲਾਕੀ ਦਾਸ ਦੀ ਘਰ, ਜਦੋਂ ਉਹਦੀ ਮਾਤਾ ਨੇ ਕਿਹਾ ਮਹਾਰਾਜ ਮੈਂ ਤੇਰੇ ਦਰਸ਼ਨ ਤੁਹਾਡੇ ਨਿੱਤ ਕਰਨੇ ਇਸ ਪਲੰਗੇ ਤੇ, ਮਹਾਰਾਜ ਨੇ ਕਿਹਾ ਫਿਰ ਇੱਕ ਤਸਵੀਰ ਬਣਾ ਲਓ ਸਾਡੀ। ਉੱਥੇ ਫਿਰ ਤਸਵੀਰ ਬਣੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ, ਮਹਾਰਾਜ ਬੰਗਾਲ ਵਿੱਚ ਢਾਕੇ ਵਿੱਚ, ਠੀਕ ਹੈ। 6ਵੇਂ ਪਾਤਸ਼ਾਹ ਦਾ ਸਰੂਪ ਜਿਹੜਾ ਮਹਾਰਾਜ ਨੇ ਆਪ ਬਣਵਾਇਆ, ਅੱਜ ਵੀ ਦਰਸ਼ਨ ਕਰੋ ਬਾਬਾ ਵਿਧੀ ਚੰਦੀਆਂ ਦੇ ਅਸਥਾਨ ਤੇ, ਠੀਕ ਹੈ, ਉੱਥੇ 6ਵੇਂ ਪਾਤਸ਼ਾਹ ਦਾ ਸਰੂਪ ਪਿਆ ਆ, ਠੀਕ ਹੈ। ਤਾਂ ਉਹ ਫੋਟੋਆਂ ਜਿਹੜੀਆਂ ਸਰੂਪ ਹੈ ਨਾ, ਉਹ ਮਾੜੀਆਂ ਨਹੀਂ, ਉਹਦੇ ਵਿੱਚੋਂ ਸਾਨੂੰ ਕੋਈ ਚੰਗੀ ਸਿੱਖਿਆ ਹੀ ਮਿਲੂਗੀ। ਬਾਕੀ ਜੇ ਚੰਗੀ ਸਿੱਖਿਆ ਨਹੀਂ ਵੀ ਲੈਣੀ ਤੇ ਨੁਕਸਾਨ ਉਹ ਕਿਸੇ ਦਾ ਕੀ ਕਰਦੀਆਂ, ਉਹ ਤਾਂ ਇੱਕ ਥਾਂ ਤੇ ਪਈਆਂ ਆ, ਹਨਾ। ਹਾਂਜੀ ਤੁਸੀਂ ਨਾ ਵੇਖੋ, ਇਹੀ ਹੋ ਸਕਦਾ। ਹਾਂਜੀ। ਹੋਰ ਹੁਕਮ। ਇੱਕ ਔਰ ਬਾਬਾ ਇੱਕ ਜੀ ਜਿੱਦਾਂ, ਬੇਨਤੀ ਹੋਰ ਮੈਂ ਤੁਹਾਨੂੰ ਕਰਨੀ ਆ, ਵੀ ਜਿਹੜੀ ਨਾਨਕਸਰ ਦੀ ਮਰਿਆਦਾ ਨਾ, ਇਹ ਸ਼੍ਰੋਮਣੀ ਕਮੇਟੀ ਦੀ ਮਰਿਆਦਾ ਤੋਂ ਪਹਿਲਾਂ ਦੀ ਆ। ਹਾਂਜੀ 1916 ਦੀ ਮਰਿਆਦਾ ਹੈ ਸਰਗੁਣ ਭਗਤੀ, ਤੇ ਇਹ ਬਾਬਾ ਜੀ ਨੇ, ਤੇ 1925 ਤੋਂ 30 ਦੇ ਵਿੱਚ, 27 ਵਿੱਚ ਸ਼ਾਇਦ ਸ਼੍ਰੋਮਣੀ ਕਮੇਟੀ ਦਾ ਗਠਨ ਹੋਇਆ। ਇਹ ਮਰਿਆਦਾ ਇਹਨਾਂ ਨੇ ਕਾਇਮ ਫਿਰ ਬਣਾਈ ਆ। 1916 ਵਿੱਚ ਬਾਬਾ ਨਾਨਕ ਸਿੰਘ ਜੀ ਨੇ ਮਰਿਆਦਾ ਪਹਿਲਾਂ ਹੀ ਆਰੰਭਤੀ ਸੀ ਬਾਬਾ ਜੀ ਨੇ ਤਾਂ, ਹਨਾ। ਹਾਂਜੀ ਤੇ ਉਵੇਂ ਚੱਲਦੀ ਆ ਰਹੀ ਹੈ ਮਹਾਰਾਜ। ਬਿਲਕੁਲ ਹੋਰ ਬਾਬਾ ਜੀ। ਹੁਕਮ ਕਰੋ ਪਾਤਸ਼ਾਹ। ਇੱਕ ਬਾਬਾ ਜੀ ਜਿੱਦਾਂ ਇੱਕ ਇਹ ਸਵਾਲ ਆਇਆ ਹੈਗਾ ਬਾਈ, ਜਿੱਦਾਂ ਇੱਥੇ ਅਸੀਂ ਬਾਹਰਲੇ ਦੇਸ਼ਾਂ 'ਚ ਰਹਿੰਦੇ ਹਾਂ, ਤੇ ਜਿੱਦਾਂ ਬਾਈ ਕਈ ਵਾਰ ਦੇਖਿਆ ਜਾਂਦਾ ਕਿ ਜਿਹੜੇ ਮੋਸਟਲੀ ਜਿਹੜੇ ਸਿੱਖ ਪ੍ਰਚਾਰਕ ਹੈਗੇ ਨੇ, ਹਨਾ ਜੀ, ਹਾਂਜੀ ਜ਼ਿਆਦਾਤਰ ਜੀ ਉਹਨਾਂ ਦਾ ਪ੍ਰਚਾਰ ਜਿਹੜਾ ਫੋਕਸ ਹੁੰਦਾ ਸਿੱਖਾਂ ਲਈ, ਹਨਾ ਵੀ ਕਈ ਜਿੱਦਾਂ ਅੱਜ ਕੱਲ੍ਹ ਵੀ ਤੁਹਾਨੂੰ ਪਤਾ ਹੀ ਆ ਦੌਰ 'ਚ ਕਿਹੜਾ ਚੱਲਦਾ ਪੰਜਾਬ ਦੇ ਵਿੱਚ, ਕਈ ਮਿਸ਼ਨਰੀ ਜਿੱਦਾਂ ਹੈਗੇ ਨੇ ਜਿਹੜੇ ਆ ਈਸਾਈ ਮਤ ਨੂੰ ਕਾਫੀ ਪ੍ਰਮੋਟ ਕਰਦੇ ਪਏ ਨੇ, ਕਈ ਜਣਿਆਂ ਨੂੰ ਹਨਾ ਜੀ ਉਹ ਈਸਾਈ ਬਣਾਉਂਦੇ ਪਏ ਨੇ। ਤੇ ਹਾਂ ਆਪਣੇ ਸਿੱਖਾਂ ਵਿੱਚ ਬਾਬਾ ਜੀ ਇਦਾਂ ਦੇਖਿਆ ਨਹੀਂ ਜਾਂਦਾ, ਬਹੁਤੇ ਪ੍ਰਚਾਰਕ ਜਾਂ ਤਾਂ ਸਿੱਖਾਂ ਨਾਲ ਹੀ ਪ੍ਰਚਾਰ ਕਰਦੇ, ਜਿੱਦਾਂ ਬਾਹਰਲੇ ਕਿਤੇ ਹਿੰਦੂਆਂ ਨਾਲ ਜਾਂ ਮੁਸਲਮਾਨਾਂ ਨਾਲ ਕੋਈ ਗੱਲਬਾਤ ਨਹੀਂ ਹੁੰਦੀ ਪ੍ਰਚਾਰਕਾਂ ਦੀ। ਇਦਾਂ ਕਾ ਤੋਂ ਬਾਬਾ ਜਿੱਦਾਂ ਵੀ ਸਿਰਫ ਸਿੱਖਾਂ ਨਾਲ ਹੀ ਪ੍ਰਚਾਰ ਕਰਦੇ ਨੇ, ਜਿੱਦਾਂ ਸਿੱਖ ਪ੍ਰਚਾਰਕ ਜਿਹੜੇ ਹੈਗੇ ਨੇ। ਤੋ ਪਿਛਲੇ ਇੰਟਰਵਿਊ 'ਚ ਦਾਸ ਨੇ ਆਪਨੇ ਸੁਣੀ ਹੋਗੀ, ਤੇ ਮੈਂ ਇਹ ਵੀ ਬੇਨਤੀ ਕੀਤੀ, ਮੈਂ ਕਿਹਾ ਆਪਾਂ ਛੋਟਾ ਜਿਹਾ ਪੰਜਾਬ ਰਹਿ ਗਿਆ ਤੇ ਇਹਦੇ ਵਿੱਚ ਹੀ ਇੱਕ ਦੂਜੇ ਨਾਲ ਲੜੀ ਜਾਂਦੇ ਆ, ਉਹਨਾਂ ਪਿੰਡਾਂ 'ਚ ਹੀ ਵਾਰ-ਵਾਰ ਘੁੰਮੀ ਜਾਂਦੇ ਆ, ਤੇ ਜਿਹੜੇ ਹਿੰਦੂ ਹੈ ਜਾਂ ਈਸਾਈ ਹੈ ਜਾਂ ਹੋਰ ਮਤਾਂ ਦੇ, ਉਹ ਪੰਜਾਬ ਵਿੱਚ ਆ ਕੇ ਪ੍ਰਚਾਰ ਕਰ ਰਹੇ ਆ, ਹਜ਼ਾਰਾਂ ਲੱਖਾਂ ਦੇ ਇਕੱਠ ਕਰ ਗਏ, ਤੇ ਆਪਾਂ ਕਿਉਂ ਨਹੀਂ ਜਾਂਦੇ ਉਹਨਾਂ ਵਿੱਚ?
ਹਾਂਜੀ ਦੇਖੋ ਦਾਸ ਤਾਂ ਇਹ ਬੇਨਤੀ ਕਰਦਾ ਹੁੰਦਾ ਗੁਰੂ ਦੀ ਖਾਤਰ, ਗੁਰੂ ਦੀ ਸਿੱਖੀ ਦੀ ਖਾਤਰ। ਮੈਂ ਤਾਂ ਸਮੁੱਚੇ ਖੁੱਲੇ ਤੌਰ ਤੇ ਬੇਨਤੀ ਕਰਦਾ ਹੁੰਦਾ, ਠੀਕ ਹੈ, ਵੀ ਜਿਹੜੇ ਭੇਖ ਬਣਾ ਕੇ ਅੱਜ ਸਾਡੇ ਵਿੱਚ ਵੜੇ ਹੋਏ ਆ, ਸਿੱਖਾਂ ਦਾ ਨੁਕਸਾਨ ਕਰ ਰਹੇ, ਕੀ ਸਾਡੇ ਸਿੱਖ ਨਹੀਂ ਭੇਖ ਬਣਾ ਕੇ ਜਾ ਸਕਦੇ ਉਹਨਾਂ 'ਚ? ਸਾਡੇ ਸਿੱਖ ਵੀ ਤਾਂ ਜਾ ਸਕਦੇ ਆ, ਯੂਪੀ ਬਿਹਾਰ ਵਿੱਚ ਜਾਓ, ਉਹਨਾਂ ਵਰਗੇ ਬਣ ਜਾਓ ਇੱਕ ਵਾਰੀ। ਆਪਾਂ ਪ੍ਰਚਾਰ ਇੱਧਰਲਾ ਕਰੋ, ਬਣ ਜਾਓ ਉਹਨਾਂ ਵਰਗੇ, ਤੇ ਭੇਖ ਬਣਾ ਕੇ ਜੈਸਾ ਦੇਸ਼ ਵੈਸਾ ਭੇਸ, ਤੇ ਉਹੋ ਜਿਹਾ ਬਣਾ ਕੇ ਤੇ ਉਹਨਾਂ ਨੂੰ ਇੱਧਰ ਮੋੜ ਸਕਦੇ ਆ ਆਪਾਂ। ਪਰ ਸਾਡੇ ਤਾਂ ਇੱਕ ਦੂਜੇ ਤੇ ਇੱਧਰ ਪੰਜਾਬ 'ਚ ਹੀ ਲੜੀ ਜਾਂਦੇ ਆ, ਉਹਦੇ ਦੀਵਾਨ ਬੰਦ ਕਰਾ ਦਿਓ, ਉਹਦੇ ਲਵਾ ਦਿਓ, ਉਹਦੇ ਬੰਦ ਕਰਾ ਦਿਓ, ਉਹਦੇ ਚਲਾ ਦਿਓ, ਇੱਕ ਦੂਜੇ ਦੇ ਝੱਗੇ ਖਿੱਚੀ ਜਾਂਦੇ ਆ, ਲੜੀ ਜਾਂਦੇ ਆ ਸਟੇਜਾਂ ਤੇ ਸਾਡੇ ਲੋਕ ਸੁਣਨ ਵਾਲੇ ਖਿੱਲੀਆਂ ਉਡਾਉਂਦੇ ਆ, ਹੱਸੀ ਜਾਂਦੇ ਆ ਬੈਠੇ ਖੱਟ ਕੇ। ਉਹ ਵੀ ਕੁਛ ਨਹੀਂ ਜਾਂਦੇ, ਉਹ ਵੀ ਲੰਗਰ ਚੂਟ ਹੀ ਆ, ਸਾਰੇ ਲੰਗਰ ਹੀ ਛਕਣ ਆਉਂਦੇ ਆ। ਜੇ ਖੱਟਣ ਵਾਲੇ ਹੋਣ ਉਹ ਕਹਿਣ ਬਾਬਾ ਜੀ, ਭਾਈ ਸਾਹਿਬ ਜੀ ਤੁਸੀਂ ਹੋਰ ਪ੍ਰਚਾਰ ਕਰੋ, ਕਿਉਂ ਐਵੇਂ ਤਵੇ ਲਾਉਣੇ ਹੋ ਇੱਕ ਦੂਜੇ ਤੇ? ਗੁਰਬਾਣੀ 1430 ਅੰਗ ਪ੍ਰਚਾਰਨੀ ਆ, ਤੁਸੀਂ ਇਹ ਪੜ੍ਹ ਲਓ। ਪਰ ਨਹੀਂ, ਪੰਕਤੀ ਉਹ ਚੱਕਣੀ ਹੈ ਜਿਹੜੀ ਸਾਧਾਂ ਤੇ ਲੱਗਦੀ ਹੈ, ਤੇ ਕਈ ਸਾਧ ਇਹੋ ਜਿਹੇ ਪੰਕਤੀ ਉਹ ਚੱਕਣੀ ਹੈ ਜਿਹੜੀ ਤਰਕ ਵਾਲਿਆਂ ਤੇ ਲੱਗਦੀ ਹੈ। ਹਾਂ, ਹਾਂਜੀ ਬਸ ਇਹ ਕੰਮ ਚੱਲ ਪਿਆ। ਪਰ ਦਾਸ ਕੋਸ਼ਿਸ਼ ਕਰ ਰਿਹਾ ਆ। ਹੁਣ ਸਾਡੇ ਕੋਲ ਇੱਥੇ ਉੱਤਰਾਖੰਡ ਯੂਪੀ ਤੋਂ ਬੱਚੇ ਆਏ ਆ, ਠੀਕ ਹੈ, ਇਹਨਾਂ ਨੂੰ ਅਸੀਂ ਗੁਰਮਤਿ ਸਿਖਾ ਰਹੇ ਹਾਂ, ਕੀਰਤਨ ਦੀ ਸਿਖਲਾਈ ਚੱਲਦੀ ਹੈ ਇੱਥੇ। ਉਸਤਾਦ ਰੱਖੇ ਜਵੱਦੀ ਤੋਂ, ਜਿਹੜੇ ਬਹੁਤ ਸੋਹਣਾ ਕੀਰਤਨ ਸਿਖਾਉਂਦੇ ਆ, ਤੰਤੀ ਸਾਜ਼ਾਂ ਦਾ, ਗੁਰਬਾਣੀ ਦੀ ਸੰਥਿਆ ਕਰਾਉਂਦੇ ਆ। 50 ਬੱਚੇ ਸਾਡੇ ਕੋਲ ਇਸ ਵੇਲੇ ਇੱਥੇ ਸਿੱਖਦੇ ਆ। ਹਰ ਸੋਮਵਾਰ ਨੂੰ ਤੇ ਹਰ ਸ਼ੁੱਕਰਵਾਰ ਨੂੰ ਕਲਾਸਾਂ ਲੱਗਦੀਆਂ ਦਿਨੇ 12 ਤੋਂ 4। ਤੇ ਸਾਡੇ ਕੋਲ ਯੂਪੀ ਬਿਹਾਰ ਦੇ ਬੱਚੇ ਵੀ ਆ ਇੱਥੇ, ਹਜ਼ੂਰ ਸਾਹਿਬ ਦੱਖਣ ਤੋਂ ਵੀ ਸਾਡੇ ਕੋਲ ਬੱਚੇ ਆ ਇੱਥੇ। ਤੇ ਇਹਨਾਂ ਨੂੰ 50 ਤਾਂ ਦੇਖੋ, ਇਹ ਤਾਂ ਪੇਂਦ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਨਾ। ਹਾਂਜੀ ਜਿਹੜੇ ਇੱਥੇ ਨਿੱਕੇ ਨਿੱਕੇ ਹੁੰਦੇ ਆ ਗਏ, ਨਾਲੇ ਤਾਂ ਇੱਥੇ ਪੰਜਾਬੀ ਸਕੂਲ 'ਚ ਇਹਨਾਂ ਨੂੰ ਪੜ੍ਹਾ ਰਹੇ ਆ, ਤੇ ਨਾਲੇ ਇਹ ਇੱਥੇ ਗੁਰਮਤਿ ਸਿੱਖਣਗੇ। ਤੇ ਇਹ ਤਾਂ ਨਹੀਂ ਨਾ ਹਿੱਲਣਗੇ ਸਾਰੀ ਜ਼ਿੰਦਗੀ, ਇਹ ਤਾਂ ਸ਼ਰਧਾ ਪਿਆਰ ਨਾਲ ਹੀ ਕਰਨਗੇ ਨਾ ਸੇਵਾ। ਤੇ ਜੀ ਹੁਣ ਇਹ ਸ਼ੁਰੂਆਤ ਕੀਤੀ ਹੈ ਤੇ 50 ਆ, ਮੈਨੂੰ ਲੱਗਦਾ 500 ਵੀ ਹੋ ਜਾਣਗੇ, ਕਿਸੇ ਦਿਨ 1000 ਵੀ ਹੋ ਜਾਊਗਾ। ਹਾਂਜੀ ਤੇ ਬਾਕੀ ਹਰ ਬੁੱਧਵਾਰ ਤੇ ਹਰ ਵੀਰਵਾਰ ਨੂੰ 8:30 ਤੋਂ 10 ਵਜੇ ਤੱਕ ਲਾਈਵ ਪ੍ਰੋਗਰਾਮ ਹੁੰਦਾ ਹੈ ਕੀਰਤਨ ਦਾ, ਨਾਨਕਸਰ ਕਲੇਰਾਂ ਚੈਨਲ ਦੇ ਉੱਪਰ YouTube ਤੇ। ਹਾਂਜੀ ਤੇ ਬਾਬਾ ਜੀ। ਦਾਸ ਆਪ ਖੁਦ ਕੀਰਤਨ ਕਰਦਾ, ਵਿਚਾਰ ਕਰਦਾ ਆ। ਤੇ ਬਾਕੀ ਜੋਤ ਸਿੰਘ ਜੀ, ਬਹੁਤ ਚੰਗਾ ਲੱਗਿਆ, ਬੜੇ ਠੰਡੇ ਨਿੱਘੇ ਸੁਭਾਅ ਦੇ ਤੁਸੀਂ ਹੋ, ਬੜੇ ਪਿਆਰੇ ਔਰ ਚੰਗੇ ਸਵਾਲ ਤੁਸੀਂ ਕੀਤੇ, ਬੜੀ ਗੁਰਮੁਖਾਂ ਵਾਲੀ, ਬਹੁਤ ਗੁਰਮੁਖਾਂ ਵਾਲੀ ਤੁਹਾਡੀ ਚਾਲੀ ਹੈ। ਇਹ ਹੁੰਦੀ ਹੈ ਚਾਲੀ ਮਿੱਠ ਬੋਲਣ ਦੀ, ਹਨਾ, ਮਿਠਾਸ ਆ, ਮਮਤਾ ਤੁਹਾਡੇ 'ਚ, ਪਿਆਰ ਦੇਖਿਆ। ਸਤਿਗੁਰ ਚੜ੍ਹਦੀਆਂ ਕਲਾਂ ਤੁਹਾਨੂੰ ਬਖਸ਼ਣ। ਤੇ ਹੁਣ ਮੇਰਾ ਖਿਆਲ ਆਪਾਂ, ਹਾਂਜੀ ਜੀ, ਅੱਛਾ ਇੱਕ ਆਖਰੀ ਸਵਾਲ ਸੀਗਾ ਬਾਬਾ ਜੀ। ਲੋਕ ਬਾਬਾ ਜੀ ਸੰਗਤਾਂ ਦੇ ਨਾਲ ਬੜੇ ਪਿਆਰ ਨਾਲ, ਸੰਗਤਾਂ ਇੱਕ ਰਿਕੁਐਸਟ ਸੀ ਤੁਹਾਨੂੰ, ਸੰਗਤ ਪੁੱਛਦੀ ਸੀ ਜਿਹੜਾ ਤੁਸੀਂ ਵੀਡੀਓ 'ਚ ਕਹਿੰਦੇ ਕਾਫੀ ਬੜਾ ਵਧੀਆ ਲੱਗਦਾ ਜੀ ਬਾਬਾ ਜੀ, ਤੇ ਕਹਿੰਦੇ ਲਵ ਯੂ ਵੀਰੋ ਵਾਲਾ। ਹਾਂ ਵੀ ਸੰਗਤਾਂ ਕਹਿੰਦੇ ਸੀ ਉਹ ਤਾਂ ਹੁਣ ਗੱਲ ਸੁਣੋ ਜੋਤ ਸਿੰਘ, ਹੁਣ ਤੁਹਾਡੇ ਵਰਗਾ ਗੁਰਮੁਖ ਪਿਆਰਾ, ਠੀਕ ਹੈ, ਲਵ ਹਾਂਜੀ ਕਹਿੰਦੇ ਪਿਆਰ ਨੂੰ ਕਹਿੰਦੇ ਨਾ, ਹਾਂਜੀ ਬਾਬਾ ਜੀ ਬਿਲਕੁਲ ਤੇ ਜੀ। ਆਈ ਲਵ ਯੂ, ਵੀ ਮੈਂ ਤੁਹਾਨੂੰ ਪਿਆਰ ਕਰਦਾ ਵੀਰੋ, ਯਾਰ ਤੁਸੀਂ ਬਹੁਤ ਚੰਗੇ ਗੁਰਮੁਖ ਪਿਆਰੇ ਹੋ, ਹਨਾ। ਵਾਹਿਗੁਰੂ ਮੈਂ ਵਾਹਿਗੁਰੂ ਬਾਬਾ ਜੀ। ਆਪਣੀਆਂ ਗੁਰਮੁਖ ਭੈਣਾਂ, ਮੈਂ ਆਪਣੇ ਗੁਰਮੁਖ ਭਰਾ, ਆਪਣੀਆਂ ਗੁਰਮੁਖ ਮਾਤਾਵਾਂ, ਬਜ਼ੁਰਗਾਂ ਨੂੰ ਆਈ ਲਵ ਯੂ ਕਹਿਣਾ। ਸਮੁੱਚੇ ਤੌਰ ਤੇ ਮੈਂ ਸਭ ਨੂੰ ਪਿਆਰ ਕਰਦਾ, ਹਨਾ। ਵਾਹਿਗੁਰੂ ਹਾਂਜੀ ਬਹੁਤ ਕਿਰਪਾ ਬਾਬਾ ਜੀ, ਹਾਂ, ਬਹੁਤ ਬਹੁਤ ਧੰਨਵਾਦ ਤੁਹਾਡਾ ਆਉਣ ਦਾ ਜੀ, ਬਹੁਤ ਬਹੁਤ ਟਾਈਮ ਕੱਢਿਆ। ਮਹਾਰਾਜ ਤੁਹਾਡਾ ਵੀ, ਫੇਰ ਵੀ ਕਿਸੇ ਦਿਨ ਯਾਦ ਕਰਿਓ, ਕੋਈ ਨੀ। ਕਿਰਪਾ ਬਾਬਾ ਜੀ। ਹਾਂ, ਹੋਰ ਵੀ ਸਵਾਲ ਜਿਹੜੇ ਹੋਏ, ਕੋਈ ਨੀ, ਮੈਨੂੰ ਕਿਸੇ ਦਿਨ ਤੁਸੀਂ ਫੋਨ ਤੇ ਦੱਸ ਦਿਓ, ਤੇ ਆਪਾਂ ਫੇਰ ਲਾਈਵ ਹੋ ਜਾਾਂਗੇ ਏਦਾਂ, ਹਨਾ। ਹਾਂਜੀ ਹਨਾ, ਕਿਰਪਾ ਕਰਨੀ ਮਹਾਰਾਜ, ਹਨਾ। ਬਾਬਾ ਜੀ ਜਕਾਰਾ ਛੱਡੀ ਜੀ। ਹਾਂਜੀ, ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਤਾਂ ਜਕਾਰੇ ਵਾਲੀ ਗੱਲ ਹੀ ਨਹੀਂ ਸੀ। ਵਾਹ 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 ਵਾਹਿਗੁਰੂ ਵਾਹਿਗੁਰੂ। ਹਾਂ, ਵੈਸੇ ਗੱਲ ਤਾਂ ਸਹੀ ਹੈ ਇਹ, ਫਤਿਹ ਆਪਾਂ ਗੁਰਫਤਿਹ ਹੀ ਬੁਲਾ ਸਕਦੇ ਹਾਂ, ਜਕਾਰੇ ਵਾਲੀ ਤਾਂ ਗੱਲ ਨਹੀਂ ਸੀਗੀ। ਬਿਲਕੁਲ। ਪਰ ਫਿਰ ਵੀ ਆਪਾਂ ਹੱਸਦੇ ਵਸਦੇ ਰਹੋ ਵੀਰੋ, ਯਾਰ ਸਾਰੇ ਤੁਸੀਂ, ਹਨਾ। ਵਾਹਿਗੁਰੂ ਵਾਹਿਗੁਰੂ। ਫੇਰ ਵੀ ਕਿਤੇ ਮਿਲਿਓ ਮੈਨੂੰ, ਹਨਾ, ਚੰਗਾ ਲੱਗਿਆ ਤੁਹਾਡੇ ਨਾਲ। ਹਾਂਜੀ ਬਾਬਾ ਜੀ, ਕਦੇ ਗੇੜਾ ਲੱਗਿਆ ਤਾਂ ਇੰਡੀਆ ਜ਼ਰੂਰ ਆਵਾਂਗੇ ਜੀ ਮਿਲਣ। ਜ਼ਰੂਰ ਆਓ ਮਹਾਰਾਜ, ਆਓ, ਜੀ ਆਇਆਂ ਨੂੰ ਤੁਹਾਡਾ ਘਰ। ਆਜੋ।
ਠੀਕ ਹੈ ਬਾਬਾ ਜੀ। ਹਾਂਜੀ, ਵਾਹਿਗੁਰੂ ਵਾਹਿਗੁਰੂ ਜੀ ਜੀ ਕਾ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ